Yes, please. Let us start. Good morning, everyone. Good morning. Good morning. Good morning, ji. Good morning. Good morning. Good morning, sir. Good morning. Good morning. Good morning, ji. Good morning, sir. Good morning. Very good morning, ji. Very good morning. Good morning, ji. Good morning. Good morning, sir. Good morning. Let us start. Paper number 1, Punjab Land Revenue Act, NAPSI ਦਾ examination. Last time ਅਸੀਂ ਪੜਿਆ ਸੀਗਾ section 20 ਤੱਕ. Today we will discuss from section 20. ਪੰਜਾਬ ਲੈਂਡ ਰੈਵਨਿਊ ਐਕਟ ਆਪਣੀ ਬੁੱਕਸ ਖੋਲੋ ਜੀ। ਪੰਜਾਬ ਲੈਂਡ ਰੈਵਨਿਊ ਐਕਟ 1887 ਸੈਕਸ਼ਨ 20 onward. ਮੋਡ ਆਫ ਸਰਵਿਸ ਆਫ ਸਮਨਸ, ਵੈਰੀ ਇੰਪੋਰਟੈਂਟ ਸੈਕਸ਼ਨ ਹੈ ਜੀ ਇਹ। ਮੋਡ ਆਫ ਸਰਵਿਸ ਆਫ ਸਮਨ, ਕੋਈ ਵੀ ਸਾਡੇ ਕੋਲ ਰੈਵਨਿਊ ਆਫੀਸਰ ਕੋਲੇ ਕੋਈ ਕੇਸ ਚੱਲਦਾ ਹੈ, ਕਿਸੇ ਵੀ ਤਰ੍ਹਾਂ ਦਾ ਕੇਸ ਚੱਲਦਾ ਹੈਗਾ, ਤਾਂ ਕੇਸ ਦੀ ਸੁਣਵਾਈ ਤੋਂ ਪਹਿਲਾਂ ਸਮਨਿੰਗ ਹੁੰਦੀ ਹੈ। ਜਿਹੜਾ ਸਮਨਿੰਗ ਦੇ ਪ੍ਰੋਸੈਸ ਨੇ ਉਹ ਕੀ ਅਡਾਪਟ ਕਰਨੇ ਚਾਹੀਦੇ ਨੇ, ਸਮਨਿੰਗ ਕਿਸ ਤਰੀਕੇ ਨਾਲ ਸਮਨਿੰਗ ਹੋਣੀ ਚਾਹੀਦੀ ਹੈ। ਜ਼ਿਆਦਾ ਤੋਂ ਜ਼ਿਆਦਾ ਸਾਡੇ ਜਿਹੜੇ ਕੇਸ ਨੇ, ਜੇ ਪਾਰਟੀਸ਼ਨ ਦਾ ਕੇਸ ਹੈ, ਕੋਈ ਵੀ ਤਰ੍ਹਾਂ ਦੇ ਕੇਸ ਹੈਗੇ 10-10 ਸਾਲਾਂ ਬਾਅਦ ਵੀ ਸਿਰਫ ਇਸੇ ਇਸ਼ੂ ਨੂੰ ਲੈ ਕੇ ਰਿਮਾਂਡ ਬੈਕ ਸਾਡੇ ਕੇਸ ਹੋ ਜਾਂਦੇ ਨੇ। 10 ਸਾਲਾਂ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ, ਚਾਹੇ ਉਹ ਰੈਵਨਿਊ ਆਫੀਸਰ ਦੀ ਹੁੰਦੀ ਹੈ, ਚਾਹੇ ਰੀਡਰ ਸਾਹਿਬਾਨ ਦੀ ਮਿਹਨਤ ਕੀਤੀ ਹੁੰਦੀ ਹੈ, ਚਾਹੇ ਪਾਰਟੀਆਂ ਦੀ ਵਕੀਲਾਂ ਦੀ ਹੁੰਦੀ ਹੈ। ਪਰ ਇਸ ਮੋਡ ਆਫ ਸਰਵਿਸ ਦਾ ਜਿਹੜਾ ਇਸ਼ੂ ਹੈਗਾ, ਪ੍ਰੋਪਰ ਸਰਵਿਸ ਨਾ ਹੋਣ ਦੇ ਕਾਰਨ ਸਾਡਾ 10-12 ਸਾਲਾਂ ਬਾਅਦ ਵੀ ਜਿਹੜਾ ਕੇਸ ਹੈਗਾ ਉਹ ਰਿਮਾਂਡ ਬੈਕ ਹੋ ਕੇ ਮੁੱਢਲੀ ਅਦਾਲਤ ਦੇ ਵਿੱਚ ਦੁਬਾਰਾ ਸੁਣਵਾਈ ਦੇ ਲਈ ਤਹਿਸੀਲਦਾਰ ਜਾਂ ਨੈਪਸੀਦਾਰ ਕੋਲ ਆ ਜਾਂਦਾ ਹੈਗਾ। ਤੇ ਇਸ ਤਰੀਕੇ ਨਾਲ ਇਸ ਲਈ ਜ਼ਰੂਰੀ ਹੈ ਵੀ ਸਾਨੂੰ ਇਹ ਜਿਹੜੇ ਮੋਡ ਆਫ ਸਰਵਿਸ ਆਫ ਸਮਨ ਦੀ ਜਿਹੜੀ ਜਾਣਕਾਰੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ। ਸਮਨਿੰਗ ਅਗਰ ਪ੍ਰੋਪਰ ਤਰੀਕੇ ਨਾਲ ਹੋਏਗੀ ਤਦ ਹੀ ਤੁਹਾਡਾ ਜਿਹੜਾ ਕੇਸ ਹੈ ਪ੍ਰੋਪਰ ਤਰੀਕੇ ਨਾਲ ਅੱਗੇ ਚੱਲੇਗਾ। ਸੈਕਸ਼ਨ 20, ਇਹ ਜਿਹੜਾ ਸੈਕਸ਼ਨ 20 ਇਹ ਲਿਆ ਗਿਆ, ਇਹ ਸਿਵਲ ਪ੍ਰੋਸੀਜਰ ਕੋਡ ਦੇ ਵਿੱਚੋਂ ਹੀ ਲਿਆ ਗਿਆ। ਜਿਹੜੇ ਉੱਥੇ ਸਰਵਿਸ ਆਫ ਸਮਨ ਦੇ ਜਿਹੜੇ ਮੈਥਡ ਦੱਸੇ ਗਏ ਨੇ, ਇਹ ਸੈਕਸ਼ਨ 20 ਦੇ ਵਿੱਚ ਸਾਡੇ ਲੈਂਡ ਰੈਵਨਿਊ ਐਕਟ ਵਿੱਚ ਦਰਸਾਏ ਗਏ ਨੇ। ਆਲਮੋਸਟ ਸਾਰੇ ਹੀ ਸੇਮ ਹੈਗਾ, ਸੀਪੀਸੀ ਨਾਲ ਮਿਲਦਾ ਜੁਲਦਾ ਹੈਗਾ। ਸੈਕਸ਼ਨ 20 ਦਾ ਸਬ ਸੈਕਸ਼ਨ 1 ਕੀ ਕਿਹਾ ਗਿਆ, ਦੇਖੋ ਸੁਣੋ। ਇਹ ਸਮਨ ਇਸ਼ੂਡ ਬਾਈ ਰੈਵਨਿਊ ਆਫੀਸਰ shall it practically be served personally on the person to whom it is addressed। ਜਿਹੜੇ ਵਿਅਕਤੀ ਨੂੰ ਅਸੀਂ ਸਮਨ ਕਰਨਾ ਹੈ ਕੋਰਟ ਦੇ ਵਿੱਚ, ਠੀਕ ਹੈ, ਜਨਰਲੀ ਤੌਰ ਤੇ ਜਿਹੜਾ ਸਮਨ ਹੈਗਾ ਉਸ ਵਿਅਕਤੀ ਨੂੰ ਪਰਸਨਲੀ ਤੌਰ ਤੇ ਜਾਣਾ ਚਾਹੀਦਾ ਹੈ। ਪਰ ਜੇਕਰ ਪਰਸਨਲੀ ਤੌਰ ਤੇ ਨਹੀਂ ਜਾਂਦਾ, ਫੀਲਿੰਗ ਹਿਮ ਰਿਕੋਗਨਾਈਜ਼ ਏਜੰਟ, ਉਸ ਵਿਅਕਤੀ ਨੇ ਆਪਣਾ ਕੋਈ ਰਿਕੋਗਨਾਈਜ਼ ਏਜੰਟ ਨਿਯੁਕਤ ਕੀਤਾ ਹੋਇਆ ਹੋਵੇ, ਅਥਾਰਟੀ ਲੈਟਰ ਦਿੱਤੀ ਹੋਈ ਹੋਵੇ ਉਸਨੂੰ, ਜਾਂ ਉਹਦੇ ਥਾਂ ਤੇ ਉਹ ਵਿਅਕਤੀ ਕੰਮ ਕਰ ਰਿਹਾ ਹੋਵੇ, ਉਸ ਬੰਦੇ ਨੂੰ ਵੀ ਜਿਹੜਾ ਹੈਗਾ ਜਿਹੜਾ ਸਮਨ ਹੈ ਦਿੱਤਾ ਜਾ ਸਕਦਾ ਹੈ। ਜਾਂ ਫਿਰ ਫੈਮਿਲੀ ਦੇ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਮੈਂਬਰ ਕੌਣ ਹੋਣਾ ਚਾਹੀਦਾ ਹੈ? ਅਡਲਟ ਮੈਂਬਰ ਹੋਣਾ ਚਾਹੀਦਾ ਹੈ। ਪਹਿਲਾਂ ਇਸ ਤੋਂ ਪਹਿਲਾਂ ਹੁੰਦਾ ਸੀਗਾ, ਅਮੈਂਡਮੈਂਟ ਨਹੀਂ ਸੀ ਹੋਈ, ਅਡਲਟ ਫੀਮੇਲ ਮੈਂਬਰ, ਅਡਲਟ ਮੇਲ ਮੈਂਬਰ ਦੀ ਗੱਲ ਕੀਤੀ ਗਈ ਸੀ ਪਹਿਲਾਂ, ਪਰ ਹੁਣ ਮੇਲ ਮੈਂਬਰ ਨੂੰ ਖਤਮ ਕਰਕੇ ਅਡਲਟ ਮੈਂਬਰ ਮੇ ਬੀ ਮੇਲ ਮੇ ਬੀ ਫੀਮੇਲ, ਉਹਨੂੰ ਜਿਹੜਾ ਸਮਨ ਹੈਗਾ, ਜਿਹੜਾ ਆਮ ਤੌਰ ਤੇ ਉਸ ਪਰਿਵਾਰ ਦੇ ਵਿੱਚ ਰਹਿ ਰਿਹਾ ਹੋਵੇ ਮੈਂਬਰ, ਜਿਸ ਵਿਅਕਤੀ ਨੂੰ ਸਮਨ ਜਾ ਰਿਹਾ ਹੈ, ਠੀਕ ਹੈ, ਜੁਦਰੀ ਤੌਰ ਤੇ ਰਿਜ਼ਾਈਡ ਕਰਦਾ ਹੋਵੇ ਉਸ ਪਰਿਵਾਰ ਦੇ ਨਾਲ, ਉਸ ਮੈਂਬਰ ਦੇ ਨਾਲ ਰਹਿੰਦਾ ਹੋਵੇ, ਉਸ ਫੈਮਿਲੀ ਦੇ ਅਡਲਟ ਮੈਂਬਰ ਨੂੰ ਵੀ ਜਿਹੜਾ ਸਮਨ ਹੈ ਦਿੱਤਾ ਜਾ ਸਕਦਾ ਹੈ। ਸੈਕੰਡ ਹੈ ਸਬਸੈਕਸ਼ਨ 2, ਇਫ ਸਰਵਿਸ ਕੈਨ ਨਾਟ ਬੀ ਸੋ ਮੇਡ, ਜੇ ਅਸੀਂ ਉਸ ਸਮਨ ਦੀ ਸਰਵਿਸ ਨਹੀਂ ਹੋ ਰਹੀ ਕਿਸੇ ਕਾਰਨ, ਨਾ ਤਾਂ ਕੋਈ ਉਹਦਾ ਉਹ ਵਿਅਕਤੀ ਮਿਲਦਾ ਹੈ, ਨਾ ਹੀ ਉਹਦਾ ਕੋਈ ਰਿਕੋਗਨਾਈਜ਼ ਏਜੰਟ ਮਿਲਦਾ ਹੈ, ਨਾ ਕੋਈ ਫੈਮਿਲੀ ਦਾ ਮੈਂਬਰ ਲੈਣ ਨੂੰ ਤਿਆਰ ਹੈ, ਠੀਕ ਹੈ, ਤਾਂ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਹੈ? ਸਰਵਿਸ ਕੈਨ ਨਾਟ ਬੀ ਸੋ ਮੇਡ, ਤਾਂ ਉਹਦੀ ਜਿਹੜੀ ਪੇਸਟਿੰਗ ਹੁੰਦੀ ਹੈ ਸਮਨ ਦੀ, ਜਾਂ ਕੋਈ ਵਿਅਕਤੀ ਲੈਣ ਤੋਂ ਇਨਕਾਰ ਕਰਨ ਦਾ, ਮੈਂ ਨਹੀਂ ਸਮਨ ਲੈਣਾ ਹੈਗਾ, ਧੱਕੇ ਨਾਲ ਤਾਂ ਅਸੀਂ ਸਮਨ ਕਿਸੇ ਨੂੰ ਦੇ ਨਹੀਂ ਸਕਦੇ, ਠੀਕ ਹੈ, ਪਕੜ ਕੇ ਨਹੀਂ ਦੇ ਸਕਦੇ। ਜੇ ਰਿਫਿਊਜ਼ ਵੀ ਕਰਦਾ ਸਮਨ ਲੈਣ ਤੋਂ, ਤਾਂ ਕੀ ਹੁੰਦਾ, ਉਹਦੀ ਪੇਸਟਿੰਗ ਹੁੰਦੀ ਹੈ, ਉਹਦਾ ਵੀ ਆਰਡਰ ਫਿਰ ਸਪੈਸ਼ਲੀ ਤੌਰ ਤੇ ਰੈਵਨਿਊ ਆਫੀਸਰ ਵੱਲੋਂ ਆਰਡਰ ਕੀਤਾ ਜਾਂਦਾ ਹੈ ਵੀ ਉਹਦੀ ਦੀਵਾਰ ਦੇ ਉੱਪਰ, ਉਹਦੇ ਘਰ ਦੇ ਉੱਪਰ, ਦਰਵਾਜ਼ੇ ਦੇ ਉੱਪਰ ਜਿਹੜਾ ਹੈਗਾ ਇਹ ਸਮਨ ਹੈ ਪੇਸਟ ਕਰ ਦਿੱਤਾ ਜਾਵੇ। ਤੇ ਨਾਲ ਹੀ ਜਿਹੜਾ ਹੈਗਾ ਉਹ ਕਿਸੇ ਕੌਂਸਪੀਕਸ ਪਲੇਸ ਦੇ ਉੱਪਰ ਵੀ, ਕਿਸੇ ਸਾਂਝੀ ਥਾਂ ਦੇ ਉੱਪਰ ਵੀ ਇਹੋ ਜਿਹੜਾ ਸਮਨ ਹੈ ਪੇਸ਼ ਕੀਤਾ ਜਾ ਸਕਦਾ ਹੈ, ਦਰਵਾਜ਼ੇ ਦੇ ਉੱਪਰ ਜਾਂ ਦੀਵਾਰ ਦੇ ਨਾਲ। ਜਾਂ ਫਿਰ ਜਿਹੜੀ ਕੌਂਸਪੀਕਸ ਪਲੇਸ ਨੀਅਰ ਏ ਅਸਟੇਟ, ਜਿਸ ਜ਼ਮੀਨ ਨੂੰ ਲੈ ਕੇ ਝਗੜਾ ਹੈਗਾ, ਜਿਸ ਜ਼ਮੀਨ ਦੇ ਸੰਬੰਧ ਵਿੱਚ ਤੁਸੀਂ ਸਮਨ ਭੇਜ ਰਹੇ ਹੋ, ਉਸ ਜ਼ਮੀਨ ਦੇ ਨੇੜੇ ਤੇੜੇ ਕਿਸੇ ਸਾਂਝੀ ਥਾਂ ਦੇ ਉੱਪਰ ਵੀ ਜਿਹੜਾ ਸਮਨ ਹੈ ਪੇਸ਼ ਕੀਤਾ ਜਾ ਸਕਦਾ ਹੈ। ਸਬਸੈਕਸ਼ਨ 3 ਕੀ ਕੀਤਾ ਗਿਆ? ਸਬਸੈਕਸ਼ਨ 3 ਹੈ ਵੀ ਜਿੱਥੇ ਕਿਤੇ ਜਿਹੜੇ ਡਿਫੈਂਡੈਂਟ ਯਾਨੀ ਕਿ ਆਪੋਜ਼ਿਟ ਪਾਰਟੀ ਦੇ ਮੈਂਬਰ ਬਹੁਤ ਜ਼ਿਆਦਾ ਹੋਣ, ਜਿਹਨਾਂ ਨੂੰ ਸਰਵਿਸ, ਜਿਹੜੀ ਸਮਨ ਦੀ ਸਰਵਿਸ ਕਰਾਉਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੋਵੇ, ਇਤਨੀ ਜ਼ਿਆਦਾ ਗਿਣਤੀ ਹੋ, ਜਿਵੇਂ ਪਾਰਟੀ ਤਕਸੀਮ ਦੇ ਕੇਸਾਂ 'ਚ ਦੇਖਦੇ ਹਾਂ ਅਸੀਂ, ਖੇਪਟਾਂ ਵੱਡੀਆਂ ਹੁੰਦੀਆਂ ਨੇ, 100 ਮੈਂਬਰ, 150 ਮੈਂਬਰ ਵੀ ਕਈ ਵਾਰੀ ਜਿਹੜਾ ਹੈਗਾ ਉਹ ਸਾਂਝੀ ਖੇਵੜ ਦੇ, ਜੁਆਇੰਟ ਖੇਵੜ ਦੇ ਵਿੱਚ ਹੁੰਦੇ ਨੇ। ਤੇ ਉੱਥੇ ਫਿਰ ਜਿਹੜੀ ਸਰਵਿਸ ਆਫ ਸਮਨ ਹੈ, ਜਿਹਨੇ ਵਿਅਕਤੀ ਦੀ
ਸਰਵਿਸ ਪਹਿਲੇ A ਸਬਸੈਕਸ਼ਨ 1 ਦੇ ਰਾਹੀਂ ਜਾਂ 2 ਦੇ ਰਾਹੀਂ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਵੀ ਬਹੁਤ ਸਾਰੇ ਲੋਕ ਵੱਜ ਜਾਂਦੇ ਜਿਨ੍ਹਾਂ ਦੀ ਸਰਵਿਸ ਨਹੀਂ ਹੋ ਜਾਂਦੀ, ਨਹੀਂ ਹੋ ਪਾਉਂਦੀ। ਤਾਂ ਅਗਲਾ ਸਬਸੈਕਸ਼ਨ 3 ਦੇ ਵਿੱਚ ਦੱਸਿਆ ਗਿਆ ਹੈਗਾ ਵੀ ਪ੍ਰੋਕਲੇਮੇਸ਼ਨ, ਮਨਾਦੀ ਦਾ ਇੱਕ ਪ੍ਰੋਸੈਸ ਹੈਗਾ, ਪਰ ਇਹ ਡਾਇਰੈਕਟਲੀ ਤੌਰ ਤੇ ਪਹਿਲੀ ਸਟੇਜ ਤੇ ਅਸੀਂ ਮਨਾਦੀ ਨਹੀਂ ਕਰਾ ਸਕਦੇ ਜਾਂ ਦੂਜੀ ਸਟੇਜ ਤੇ ਅਸੀਂ ਮਨਾਦੀ ਨਹੀਂ ਕਰਾ ਸਕਦੇ। ਪਹਿਲੀ ਸਟੇਜ ਤੇ ਜਿਹੜੀ ਸਮਨਿੰਗ ਹੁੰਦੀ ਹੈ ਪ੍ਰੋਪਰ ਹੁੰਦੀ ਹੈ ਕੰਸਰਨਡ ਪਰਸਨ ਜਾਂ ਫੈਮਿਲੀ ਮੈਂਬਰ ਨੂੰ ਜਾਂ ਉਹਦੇ ਏਜੰਟ ਨੂੰ। ਫਿਰ ਹੁੰਦੀ ਹੈ ਪੇਸਟਿੰਗ ਹੁੰਦੀ ਹੈ ਦਰਵਾਜ਼ੇ ਦੇ ਉੱਪਰ, ਉਹਦੀ ਦੀਵਾਰ ਦੇ ਉੱਪਰ ਜਾਂ ਜ਼ਮੀਨ ਦੇ ਨੇੜੇ ਤੇੜੇ ਪੇਸਟਿੰਗ ਕੀਤੀ ਜਾਂਦੀ ਹੈ ਸਮਨ ਦੀ। ਤਾਂ ਫਿਰ ਤੀਜੀ ਸਟੇਜ ਤੇ ਜੇ ਫਿਰ ਵੀ ਸਮਨਿੰਗ ਨਹੀਂ ਹੁੰਦੀ ਪ੍ਰੋਪਰ ਬੰਦਿਆਂ ਨੂੰ, ਤਾਂ ਉਹਦੀ ਜਿਹੜੀ ਹੈਗੀ ਪ੍ਰੋਕਲੇਮੇਸ਼ਨ ਹੈ, ਮਨਾਦੀ ਕਰਾਈ ਜਾਂਦੀ ਹੈਗੀ ਹੈ ਬਾਈ ਦਾ ਪ੍ਰੋਕਲੇਮੇਸ਼ਨ ਆਫ ਦਾ ਕੰਟੈਂਟਸ ਦੇਅਰ ਆਫ, ਜੋ ਸਮਨ ਹੈਗਾ, ਸਮਝ ਚ ਕੀ ਅਸੀਂ ਕਿਹਨੂੰ ਬੁਲਾਉਣਾ ਚਾਹੁੰਦੇ ਹਾਂ, ਕਿਸ ਮਕਸਦ ਲਈ ਬੁਲਾਉਣਾ ਚਾਹੁੰਦੇ ਹਾਂ, ਕਦੋਂ ਉਹ ਪੇਸ਼ ਹੋਵੇ ਕੋਰਟ ਦੇ ਵਿੱਚ ਆ ਕੇ, ਤਾਂ ਉਹਦੀ ਪਿੰਡ ਚ ਮਨਾਦੀ ਕਰਾਈ ਜਾਂਦੀ ਹੈ। ਫਿਰ ਚੌਥਾ ਹੈਗਾ the summons may, if the revenue officer so tax, be served on the person named therein by post a letter addressed to a person। ਜੋ ਵੀ ਉਹਦਾ ਜਿਹੜਾ ਜੋ ਦਾਵਾ ਦਾਇਰ ਕੀਤਾ ਗਿਆ ਉਸ ਦਾਅਵੇ ਦੇ ਵਿੱਚ ਜੋ ਐਡਰੈਸ ਲਿਖਿਆ ਗਿਆ ਉਸ ਵਿਅਕਤੀ ਦਾ, ਡਿਫੈਂਡੈਂਟ ਦਾ, ਤਾਂ ਉਹ ਐਡਰੈਸ ਤੇ ਰਜਿਸਟਰਡ ਪੋਸਟ ਦੇ ਰਾਹੀਂ ਵੀ ਜਿਹੜਾ ਹੈਗਾ ਸਮਨ ਭੇਜਿਆ ਜਾ ਸਕਦਾ ਹੈ। ਦੈਨ ਸਬਸੈਕਸ਼ਨ 5 ਦੇ ਵਿੱਚ ਕੀ ਹੈ, ਵੈਨ ਇਜ਼ ਸਮਨ is so forwarded in a letter, ਜਦੋਂ ਸਮਨ ਕਿਸੇ ਪੋਸਟ ਰਾਹੀਂ, ਲੈਟਰ ਦੇ ਰਾਹੀਂ, ਰਜਿਸਟਰਡ ਪੋਸਟ ਰਾਹੀਂ ਭੇਜ ਦਿੱਤਾ ਗਿਆ, ਤਾਂ ਇਹ ਪ੍ਰਜ਼ੂਮ ਕਰ ਲਿਆ ਜਾਏਗਾ ਕੋਰਟ ਵੱਲੋਂ ਵੀ ਹਾਂ ਸਮਨ ਜਿਹੜਾ ਜਿਨ੍ਹਾਂ ਆਰਡਨਰੀ ਡੇਜ਼ ਲੱਗਦੇ ਆ ਉਸਨੂੰ 3 ਦਿਨ ਜਾਂ 4 ਦਿਨ ਲੱਗਦੇ ਆ, ਉਸ ਤੋਂ ਬਾਅਦ ਇਹ ਪ੍ਰਜ਼ੂਮ ਕਰ ਲਿਆ ਜਾਏਗਾ ਵੀ ਹਾਂ ਸਮਨ ਦੀ ਜਿਹੜੀ ਡਿਲੀਵਰੀ ਹੈ ਉਸ ਵਿਅਕਤੀ ਨੂੰ ਜਿਹਨੂੰ ਬਾਈ ਪੋਸਟ ਜਾਂ ਰਜਿਸਟਰਡ ਲੈਟਰ ਰਾਹੀਂ ਸਮਨ ਭੇਜਿਆ ਗਿਆ ਵੀ ਹੋ ਚੁੱਕੀ ਹੈ। ਜੇਕਰ ਫਿਰ ਵੀ ਜਿਹੜੀਆਂ ਉੱਪਰਲੀਆਂ 5 ਕਲੌਜ਼ਸ ਅਸੀਂ ਦੱਸੀਆਂ ਨੇ, 5 ਕਲੌਜ਼ ਦੇ ਰਾਹੀਂ ਵੀ ਜੇ ਸਮਨ ਨਾ ਹੋ ਪਾਏ, ਸਮਨਿੰਗ ਨਾ ਹੋ ਪਾਏ ਕਿਸੇ ਵਿਅਕਤੀ ਨੂੰ, ਠੀਕ ਹੈ, ਤਾਂ ਇਹ ਥੱਲੇ ਕੁਝ ਹੋਰ ਮਤਲਬ ਕਿ ਮੀਨਸ ਆਫ ਜਿਹੜੇ ਸਮਨ ਦੇ ਦੱਸੇ ਗਏ ਨੇ। ਸੈਕਸ਼ਨ ਜਿਹੜੀ ਇਹ ਸਬਸੈਕਸ਼ਨ 6 ਹੈਗੀ ਹੈ, ਇਹ ਨਵੀਂ ਇੰਟਰੋਡਿਊਸ ਕੀਤੀ ਗਈ ਸੀ, ਇਹਦੀ ਐਡੀਸ਼ਨ ਨਵੀਂ ਹੋਈ ਸੀਗੀ ਇਸ ਸੈਕਸ਼ਨ ਦੇ ਵਿੱਚ। ਇਹਦੇ ਰਾਹੀਂ ਕੀ ਕਿਹਾ ਗਿਆ, ਸੈਕਸ਼ਨ 6 ਇਹਦੀ ਕਲੌਜ਼ A ਦੇ ਵਿੱਚ ਕੀ ਕਿਹਾ ਗਿਆ, ਬਾਈ ਕੋਰੀਅਰ ਸਰਵਿਸ ਉਸ ਵਿਅਕਤੀ ਨੂੰ, ਕੰਸਰਨਡ ਪਰਸਨ ਨੂੰ ਸਮਨ ਮੇ ਬੀ ਸੈਂਟ ਬਾਈ ਦਾ ਰੈਵਨਿਊ ਆਫਿਸਰ ਬਾਈ ਹੋਮ ਇਟ ਇਜ਼ ਇਸ਼ੂਡ ਵਿਦਨ ਔਰ ਆਊਟ ਆਫ ਦਾ ਸਟੇਟ, ਜੇ ਉਹ ਸਟੇਟ ਦੇ ਵਿੱਚ ਹੋਵੇ, ਜੇ ਆਊਟ ਆਫ ਸਟੇਟ ਦੇ ਵਿੱਚ ਹੋਵੇ, ਉਸ ਵਿਅਕਤੀ ਨੂੰ ਬਾਈ ਪੋਸਟ ਵੀ ਭੇਜਿਆ ਜਾ ਸਕਦਾ ਹੈ ਤੇ ਬਾਈ ਕੋਰੀਅਰ ਸਰਵਿਸ ਵੀ ਕੀਤੀ ਜਾ ਸਕਦੀ ਹੈ, ਜਾਂ ਫਿਰ ਉਹਨੂੰ ਫੈਕਸ ਮੈਸੇਜ ਵੀ ਕੀਤਾ ਜਾ ਸਕਦਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੁਝ ਰੂਲਸ ਬਣਾਏ ਗਏ ਹੈ ਵੀ ਸਮਨਿੰਗ ਕਿਵੇਂ ਕਰਾਉਣੀ ਹੈ, ਠੀਕ ਹੈ, ਉਹਦੇ ਤਹਿਤ ਫੈਕਸ ਮੈਸੇਜ ਵੀ ਹੋ ਸਕਦਾ ਹੈ, ਇਲੈਕਟ੍ਰੋਨਿਕ ਮੇਲ ਵੀ ਕੀਤੀ ਜਾ ਸਕਦੀ ਹੈ ਬਾਈ ਐਨੀ ਅਦਰ ਮੀਨਸ। ਹੋਰ ਵੀ ਹਾਈ ਕੋਰਟ ਵੱਲੋਂ ਜੋ ਕੋਈ ਵੱਖਰੇ ਕੋਈ ਮੀਨਸ ਦੱਸੇ ਗਏ ਨੇ ਤਾਂ ਉਹਨਾਂ ਨੂੰ ਵੀ ਅਸੀਂ ਅਡਾਪਟ ਕਰ ਸਕਦੇ ਹਾਂ। ਕਲੌਜ਼ B ਦੇ ਵਿੱਚ, ਸੈਕਸ਼ਨ 6 ਦੀ ਕਲੌਜ਼ B ਹੈ, ਜੇ ਕੋਈ ਵਿਅਕਤੀ ਕੋਈ ਜੇਲ੍ਹ ਦੇ ਵਿੱਚ ਹੋਵੇ, ਕੰਫਾਈਨਡ ਇਨ ਦਾ ਪ੍ਰਿਜ਼ਨ, ਤਾਂ ਉਹਦੀ ਸਮਨਿੰਗ ਕਿਵੇਂ ਹੋਏਗੀ, ਸਮਨਸ ਮੇ ਬੀ ਡਿਲੀਵਰਡ ਬਾਈ ਪੋਸਟ ਅਸੀਂ ਜਿਹੜਾ ਹੈਗਾ, ਔਰ ਬਾਈ ਕੋਰੀਅਰ ਸਰਵਿਸ, ਠੀਕ ਹੈ, ਜਾਂ ਫਿਰ ਫੈਕਸ ਮੈਸੇਜ ਦੇ ਰਾਹੀਂ ਜਾਂ ਇਲੈਕਟ੍ਰੋਨਿਕ ਮੇਲ ਦੇ ਰਾਹੀਂ, ਔਰ ਐਨੀ ਅਦਰ ਮੈਥਡ ਅਡਾਪਟ ਕਰਕੇ ਜਿਹੜਾ ਹੈਗਾ ਆਫਿਸਰ ਇੰਚਾਰਜ ਜਿਹੜਾ ਹੈਗਾ ਜੇਲ੍ਹ ਦਾ, ਉਸ ਵਿਅਕਤੀ ਦੇ ਰਾਹੀਂ ਉਸ ਆਫਿਸਰ ਨੂੰ ਜਿਹੜਾ ਸਮਨ ਹੈ ਭੇਜਿਆ ਜਾ ਸਕਦਾ ਹੈ, ਤਾਂ ਕਿ ਉਹ ਕੰਸਰਨ ਪਰਸਨ ਨੂੰ ਜਿਹੜੀ ਹੈਗੀ ਇਤਲਾਹ ਕਰਾ ਸਕੇ। ਫਿਰ ਹੈ ਕਲੌਜ਼ C, ਸੈਕਸ਼ਨ 6, ਵੇਅਰ ਦਾ ਪਰਸਨ ਰਜ਼ਾਈਡਸ ਆਊਟ ਆਫ ਇੰਡੀਆ, ਜੇ ਕੋਈ ਵਿਅਕਤੀ ਬਾਹਰਲੇ ਕੰਟਰੀ ਰਹਿੰਦਾ ਹੋਵੇ, ਜਿਵੇਂ ਅਕਸਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਜੋ ਸਾਡੇ ਕੋਲੇ ਪਾਰਟੀ ਦੇ ਕੇਸ ਚੱਲਦੇ ਹੈਗੇ ਆ, ਠੀਕ ਹੈ, ਬਹੁਤ ਸਾਰੇ ਲੋਕ ਹੁੰਦੇ ਨੇ। डिसकंटिन्यू हो गया कितों, पहला इशू हो गया। हाँ, सेक्शन 6 सबसेक्शन क्लॉज C, वेयर द पर्सन रिजाइड आउट ऑफ इंडिया, जिथे कोई व्यक्ति है इंडिया तो बाहर किसी होर कंट्री च रह रहा होवे और उसने इंडिया ਦੇ ਵਿੱਚ ਆਪਦਾ ਕੋਈ ਏਜੰਟ ਜਿਹੜਾ ਹੈਗਾ ਨਿਯੁਕਤ ਨਾ ਕੀਤਾ ਹੋਵੇ, ਤਾਂ ਜਿਹੜਾ ਹੈਗਾ ਸਮਨਸ ਮੇ ਬੀ ਅਟੈਸਟ ਟੂ ਦ ਪਰਸਨ ਐਟ ਦਾ ਪਲੇਸ ਵੇਅਰ ਹੀ ਇਜ਼ ਰਿਜ਼ਾਈਡਿੰਗ, ਜਿੱਥੇ ਵੀ ਕਿਤੇ ਰਹਿ ਰਿਹਾ ਹੈਗਾ ਉਸ ਵਿਅਕਤੀ ਨੂੰ ਜਿਹੜਾ ਪੋਸਟ ਬਾਈ ਪੋਸਟ ਜਿਹੜਾ ਹੈਗਾ ਸਮਨ ਭੇਜਿਆ ਜਾ ਸਕਦਾ ਹੈ, ਬਾਈ ਪੋਸਟ ਔਰ ਬਾਈ ਕੋਰੀਅਰ ਸਰਵਿਸ और इलैक्ट्रॉनिक मेज राही फैक्स मैसेज भी किया जा सकता है।
ਜਾਂ ਕੋਈ ਹੋਰ ਵੀ ਤਰੀਕਾ ਅਪਣਾਇਆ ਜਾ ਸਕਦਾ ਹੈਗਾ ਪੋਸਟਲ ਕਮਿਊਨੀਕੇਸ਼ਨ ਬਿਟਵੀਨ if there is postal communication between such place and the place where the court is situated ਜਿੱਥੇ ਕਿਤੇ ਪੋਸਟਲ ਕਮਿਊਨੀਕੇਸ਼ਨ ਹੋਵੇ ਤਾਂ ਉੱਥੇ ਬਾਈ ਪੋਸਟ ਭੇਜਿਆ ਜਾ ਸਕਦਾ ਜਾਂ ਫਿਰ ਇਹ ਫੈਕਸ ਮੈਸੇਜ ਰਾਹੀਂ ਇਲੈਕਟ੍ਰੋਨਿਕ ਮੇਲ ਦੇ ਰਾਹੀਂ ਤੁਸੀਂ ਜਿਹੜਾ ਹੈਗਾ ਤਰੀਕਾ ਅਪਣਾ ਸਕਦੇ ਹੋ ਸਮਨ ਭੇਜਣ ਦਾ। ਜੇ ਕਿਤੇ where the central government by notification official ਸਰਕਾਰ ਨੇ ਕੋਈ ਨੋਟੀਫਿਕੇਸ਼ਨ ਕੀਤੀ ਹੀ ਹੋਵੇ ਕਿਸੇ ਹੋਰ ਕੰਟਰੀ ਦੇ ਰਾਹੀਂ ਨਾਲ ਫੋਰਨ ਕੰਟਰੀ ਦੇ ਵਿੱਚ declared in respect of any foreign country that summons should be served on the persons actually and voluntarily residing or carrying business, personally working for gain in that foreign country through an officer of the government of foreign country। ਕਈ ਵਾਰੀ ਟ੍ਰੀਟੀ ਹੋਈ ਹੁੰਦੀ ਹੈ ਸਾਡੀ ਕਿਸੇ ਦੂਜੀ ਗਵਰਨਮੈਂਟ ਦੇ ਰਾਹੀਂ ਵੀ ਜੇ ਸੰਮਨ ਤੁਹਾਡੇ ਆਣਗੇ ਤਾਂ ਸਾਡਾ ਆਹ ਫਲਾਣਾ ਆਫੀਸਰ ਹੈਗਾ ਇਹਦੇ ਰਾਹੀਂ ਸਮਨਿੰਗ ਹੋਏਗੀ, ਜੇ ਸਾਡੇ ਸੰਮਨ ਤੁਹਾਡੇ ਕੋਲੇ ਜਾਣਗੇ ਤਾਂ ਤੁਹਾਡਾ ਉਹ ਆਫੀਸਰ ਹੈ ਉਹ ਆਪਣਾ ਆਫੀਸਰ ਡੈਜ਼ਿਗਨੇਟ ਕਰਦੇ ਆ ਤੇ ਉਹਦੇ ਰਾਹੀਂ ਜਿਹੜੀ ਸਮਨਿੰਗ ਹੈ ਉਸ ਆਫੀਸਰ ਕੰਸਰਨਡ ਆਫੀਸਰ ਦੇ ਰਾਹੀਂ ਜਿੱਥੇ ਸਾਡੀ ਸਰਕਾਰ ਦੀ ਕਿਸੇ ਦੂਜੀ ਸਰਕਾਰ ਦੇ ਨਾਲ ਦੂਜੀ ਕੰਟਰੀ ਦੇ ਨਾਲ ਟ੍ਰੀਟੀ ਹੋਈ ਹੋਵੇ ਸਮਝੌਤਾ ਹੋਇਆ ਹੋਵੇ ਐਗਰੀਮੈਂਟ ਹੋਇਆ ਹੋਵੇ ਤਾਂ ਗਜ਼ਟ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈਗਾ ਤਾਂ ਉਸ ਆਫੀਸਰ ਕੰਸਰਨਡ ਆਫੀਸਰ ਦੇ ਰਾਹੀਂ ਜਿਹੜਾ ਸਮਨਿੰਗ ਹੈ ਉਸ ਕੰਟਰੀ 'ਚ ਕਰਾਇਆ ਜਾਂਦਾ ਜਾਂ ਫਿਰ ਥਰੂ ਦਾ ਮਿਨਿਸਟਰੀ ਆਫ ਫੋਰਨ ਗਵਰਨਮੈਂਟ ਆਫ ਇੰਡੀਆ ਡੀਲਿੰਗ ਵਿਦ ਦਾ ਫੋਰਨ ਅਫੇਅਰਸ ਜਿਹੜੀ ਸਾਡੀ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਹੈ ਜਿਹੜੀ ਫੋਰਨ ਅਫੇਅਰਸ ਨੂੰ ਡੀਲ ਕਰਦੀ ਹੈ ਸੱਚ ਆਫੀਸਰ ਰਿਟਰਨਸ ਐਨੀ ਸੱਚ ਸਮਨ ਤਾਂ ਫਿਰ ਕੀ ਹੁੰਦਾ ਉਸ ਤੋਂ ਬਾਅਦ ਜਦੋਂ ਉਸ ਆਫੀਸਰ ਵੱਲੋਂ ਉਹ ਜਿਹੜਾ ਸਮਨ ਹੈ ਇੰਡੋਰਸਮੈਂਟ ਲਗਾ ਕੇ ਸਾਨੂੰ ਵਾਪਸ ਕਰ ਦਿੱਤਾ ਜਾਂਦਾ ਤਾਂ ਇਹ ਪ੍ਰਜ਼ੂਮ ਕਰ ਲਿਆ ਜਾਂਦਾ ਰੈਵਨਿਊ ਆਫੀਸਰ ਵੱਲੋਂ ਜਿਹੜੀ ਪ੍ਰੋਪਰ ਸਮਨਿੰਗ ਹੈ ਹੋ ਚੁੱਕੀ ਹੈ। ਉੱਪਰ ਅਸੀਂ ਪੜ੍ਹੇ ਨੇ ਬਹੁਤ ਸਾਰੇ ਮੀਨ ਨੇ ਕੁਝ ਮਾਡਰਨ ਮੀਨਸ ਆ ਗਏ ਠੀਕ ਹੈ ਜੀ ਫੈਕਸ ਮੈਸੇਜ ਆ ਗਈ ਇਲੈਕਟ੍ਰੋਨਿਕ ਮੇਲ ਆ ਗਈ ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਕੁਝ ਕਸਟਮਰੀ ਮੀਨਸ ਸੀਗੇ ਬਾਈ ਬੀਟ ਆਫ ਡਰਮ ਮਨਾਦੀ ਵਗੈਰਾ ਵਗੈਰਾ ਠੀਕ ਹੈ ਜੀ ਇਹ ਸਾਰਾ ਕੋਈ ਵੀ ਤਰੀਕਾ ਤੁਸੀਂ ਅਪਣਾ ਸਕਦੇ ਹੋ ਸਮਨਿੰਗ ਕਰਨ ਦਾ। OCR section 20 ਸੀ ਰਿਗਾਰਡਿੰਗ ਸਮਨ section 21 ਹੈਗਾ ਰਿਗਾਰਡਿੰਗ ਨੋਟਿਸ ਪ੍ਰੋਕਲੇਮੇਸ਼ਨ ਔਰ ਕਾਪੀ ਆਫ ਆਰਡਰ ਕਾਪੀ देयर ऑफ ਕਿਸੇ ਵੀ ਕੋਈ ਕਾਪੀ ਭੇਜਣੀ ਹੈ ਕਿਸੇ ਵਿਅਕਤੀ ਕੋਲ ਕੋਈ ਕਾਪੀ ਭੇਜਣੀ ਹੈ ਠੀਕ ਹੈ ਇਹ ਨੋਟਿਸ ਆਰਡਰ ਆਫ ਪ੍ਰੋਕਲੇਮੇਸ਼ਨ or copy of such document issued by a revenue court for service on any person shall be served in the manner ਜੋ ਵੀ ਉੱਪਰਲੇ ਮੀਨਿੰਗ ਦਿਖਾਏ ਹੋਏ ਨੇ ਅਸੀਂ ਕੋਈ ਕਾਪੀ ਭੇਜਣੀ ਹੈ ਕਿਸੇ ਨੂੰ ਕਿਸੇ ਆਰਡਰ ਦੀ ਕਾਪੀ ਭੇਜਣੀ ਹੈ ਕਿਸੇ ਮਨਾਦੀ ਦੀ ਕਾਪੀ ਭੇਜਣੀ ਹੈ ਤਾਂ ਜਿਹੜੇ ਉੱਪਰਲੇ 5-6 ਮੀਨਿੰਗ ਦਿਖਾਏ ਗਏ ਹੈਗੇ ਸੈਕਸ਼ਨ 20 ਰਾਹੀਂ ਉਹੀ ਜਿਹੜੇ ਹੈਗੇ ਸਾਨੂੰ ਅਡਾਪਟ ਕਰਨੇ ਹੁੰਦੇ ਆ। ਸੈਕਸ਼ਨ 22 ਮੋਡ ਆਫ ਮੇਕਿੰਗ ਪ੍ਰੋਕਲੇਮੇਸ਼ਨ ਹੁਣ ਇੱਥੇ ਕਿਹਾ ਗਿਆ ਵੀ ਪ੍ਰੋਕਲੇਮੇਸ਼ਨ ਕਿਵੇਂ ਕਰਵਾਉਣੀ ਹੈ ਮਨਾਦੀ ਕਿਵੇਂ ਕਰਾਉਣੀ ਹੈ ਸਿੰਪਲ ਜਿਹਾ ਤਰੀਕਾ ਤੁਸੀਂ ਸਾਰੇ ਰੈਵਨਿਊ ਦਾ ਕੰਮ ਕਰਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੰਡ 'ਚ ਬਾਈ ਬੀਟ ਆਫ ਡਰਮ ਜਾਂ ਕੋਈ ਹੋਰ ਕਸਟਮਰੀ ਪਿੰਡ 'ਚ ਜਿਹੜਾ ਮੈਥਡ ਹੈ ਉਹ ਅਸੀਂ ਪਟਵਾਰੀ ਹਲਕਾ ਦੇ ਰਾਹੀਂ ਠੀਕ ਹੈ ਮਨਾਦੀ ਕਰਵਾਉਂਦੇ ਹਾਂ ਰਫਟ ਰੋਜ਼ਨ 'ਚ ਦਰਜ ਕੀਤੀ ਜਾਂਦੀ ਹੈ ਉਹ ਅਸੀਂ ਜਿਹੜਾ ਨੋਟਿਸ ਹੈਗਾ ਜਿਹੜੀ ਜਿਸ ਚੀਜ਼ ਦੀ ਅਸੀਂ ਮਨਾਦੀ ਕਰਾਉਣੀ ਹੈ ਉਹਦੀ ਕਾਪੀ ਜਿਹੜੀ ਹੈਗੀ ਸਾਂਝੀ ਪਿੰਡ ਦੀ ਸਾਂਝੀ ਥਾਂ ਦੇ ਉੱਪਰ ਜਿਹੜੀ ਹੈਗੀ ਪੇਸਟ ਕਰ ਦਿੱਤੀ ਜਾਂਦੀ ਹੈ। ਪਹਿਲਾਂ ਬਾਈ ਬੀਟ ਆਫ ਡਰਮ ਹੁੰਦਾ ਸੀ ਹੁਣ ਡਰਮਾਂ ਦਾ ਸਿਸਟਮ ਖਤਮ ਹੋ ਚੁੱਕਿਆ ਹੁਣ ਜਿਹੜੇ ਹੈਗੇ ਪਿੰਡ ਦੇ ਵਿੱਚ ਕਿਤੇ ਵੀ ਸਪੀਕਰ ਲਗਾਇਆ ਹੋਇਆ ਹੁੰਦਾ ਰੇਡੀਓ ਲਗਾਇਆ ਕਿਸੇ ਮੰਦਿਰ 'ਚ ਗੁਰਦੁਆਰੇ 'ਚ ਕਿਤੇ ਵੀ ਲਗਾਇਆ ਹੋਇਆ ਹੁੰਦਾ ਹੈਗਾ ਠੀਕ ਹੈ ਉੱਥੋਂ ਅਸੀਂ ਅਨਾਉਂਸਮੈਂਟ ਕਰਵਾ ਦਿੰਦੇ ਹਾਂ। ਨੈਕਸਟ ਹੈ ਸਪਲੀਮੈਂਟਲ ਪ੍ਰੋਵੀਜ਼ਨਸ ਸੈਕਸ਼ਨ 23 ਪਲੇਸ ਆਫ ਸਿਟਿੰਗ ਪਲੇਸ ਆਫ ਸਿਟਿੰਗ ਰੈਵਨਿਊ ਆਫੀਸਰ ਦਾ ਅਸਿਸਟੈਂਟ ਕਲੈਕਟਰ ਦਾ ਕੀ ਹੋਏਗਾ। ਅਸਿਸਟੈਂਟ ਕਲੈਕਟਰ ਆਪਣੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਬੈਠ ਕੇ ਆਪਣੀ ਜਿਹੜੀ ਹੈਗੀ ਉਹਦਾ ਪੂਰਾ ਡਿਸਟ੍ਰਿਕਟ ਜਿਹੜਾ ਹੁੰਦਾ ਉਹਦੀ ਜਿਹੜੀ ਜੁਰਿਸਡਿਕਸ਼ਨ ਹੁੰਦੀ ਹੈ ਅਧਿਕਾਰ ਖੇਤਰ ਹੁੰਦਾ ਡਿਸਟ੍ਰਿਕਟ ਦੇ ਵਿੱਚ ਜਾ ਕੇ ਕਿਤੇ ਵੀ ਬੈਠ ਕੇ ਉਹ ਕੋਈ ਆਰਡਰ ਕਰ ਸਕਦਾ ਕੰਮ ਕਰ ਸਕਦਾ ਹੈਗਾ। ਇਸੇ ਤਰੀਕੇ ਜਿਹੜਾ ਰੈਵਨਿਊ ਆਫੀਸਰ ਹੈ ਰੈਵਨਿਊ ਆਫੀਸਰ ਦਾ ਜਿਹੜਾ ਅਧਿਕਾਰ ਖੇਤਰ ਹੁੰਦਾ ਹੈ ਕਿੰਨੀਆਂ ਕਾਨਾਂ ਹੋਈਆਂ ਉਹਦੇ ਕੋਲ ਹੈਗੇ ਨੇ ਕਿਹੜੇ ਪਿੰਡ ਹੋਏ ਹੈਗੇ ਆ ਉਹ ਕਿਸੇ ਵੀ ਆਪਦੇ ਇਕੱਲੇ ਆਫਿਸ ਦੀ ਇਹ ਨਹੀਂ ਵੀ ਕਿ ਜ਼ਰੂਰੀ ਗੱਲ ਹੈ ਉਹਨੂੰ ਆਫਿਸ 'ਚ ਬੈਠ ਕੇ ਹੀ ਕੰਮ ਕਰਨਾ ਹੁੰਦਾ ਹੈ ਆਪਣੇ ਅਧਿਕਾਰ ਖੇਤਰ ਦੇ ਵਿੱਚ ਕਿਤੇ ਵੀ ਜਾ ਕੇ ਜਿਹੜਾ ਰੈਵਨਿਊ ਆਫੀਸਰ ਹੈ ਕੰਮ ਕਰ ਸਕਦਾ ਹੈ। ਨੈਕਸਟ ਹੈ ਹੌਲੀਡੇ ਦਾ ਕੀ ਹੈਗਾ ਹੌਲੀਡੇ FCR ਵੱਲੋਂ ਇੱਕ ਜਿਹੜਾ ਪਬਲਿਕ ਆਫੀਸ਼ੀਅਲ ਗਜ਼ਟ ਜਾਰੀ ਕੀਤੀ ਜਾਂਦੀ ਹੈ ਜਿੱਥੇ ਦਰਸਾਇਆ ਜਾਂਦਾ ਵੀ ਇਹ ਪਬਲਿਕ ਹੌਲੀਡੇਜ਼ ਹੈਗੀਆਂ ਨੇ ਪਰ ਨਾਲ ਹੀ ਇੱਥੇ ਇਹ ਦਿਖਾਇਆ ਗਿਆ ਹੈਗਾ ਵੀ ਜੇਕਰ ਸਬਸੈਕਸ਼ਨ 2 ਦੇ ਵਿੱਚ ਦਿਖਾਇਆ ਗਿਆ ਵੀ ਜੇਕਰ ਪਬਲਿਕ ਹੌਲੀਡੇ ਦੇ ਦਿਨ ਰੈਵਨਿਊ ਆਫੀਸਰ ਵੱਲੋਂ ਕੋਈ ਪ੍ਰੋਸੀਡਿੰਗ ਕੀਤੀਆਂ ਜਾਂਦੀਆਂ ਨੇ ਹੌਲੀਡੇ ਦੇ ਬਾਵਜੂਦ ਵੀ ਠੀਕ ਹੈ ਤਾਂ ਕੀ ਹੈ shall not be invalid by reason only of its having been had on that day ਇਸ ਕਰਕੇ ਵੀ ਇਹਦਾ ਛੁੱਟੀ ਵਾਲਾ ਦਿਨ ਸੀਗਾ ਵੀ ਤੁਸੀਂ ਇਹ ਕੰਮ ਕਿਵੇਂ ਕਰ ਦਿੱਤਾ ਕਈ ਵਾਰੀ ਵਰਕਲੋਡ ਨੂੰ ਦੇਖਦੇ ਹੋਏ ਕੀ ਹੁੰਦਾ ਸਾਡੇ ਆਫੀਸਰ ਸਾਹਿਬਾਨ ਨੂੰ ਰੈਵਨਿਊ ਆਫੀਸਰ ਕਾਨੂੰਗੋ ਸਾਹਿਬਾਨ ਪਟਵਾਰੀ ਸਾਹਿਬਾਨ ਕਈ ਵਾਰੀ ਛੁੱਟੀ ਵਾਲੇ ਦਿਨ ਵੀ ਜਾ ਕੇ ਵਰਕਲੋਡ ਨੂੰ ਮਤਲਬ ਕਿ
ਕਾਰਨ ਜਿਹੜਾ ਕੋਈ ਨਿਸ਼ਾਨਦੇਹੀਆਂ ਵਗੈਰਾ ਕੋਈ ਕੰਮ ਕੀਤੇ ਜਾਂਦੇ ਹੈਗੇ ਆ, ਠੀਕ ਹੈ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਕੰਮ ਤੁਸੀਂ ਕੋਈ ਕਰ ਲਿਆ, ਕਿਸੇ ਕਾਰਨ ਕਰ ਲਿਆ, ਤਾਂ ਤੁਹਾਡਾ ਜਿਹੜਾ ਵਰਕ ਹੈ ਉਹ ਇਨਵੈਲਿਡ ਹੋਏਗਾ, ਵੀ ਉਦੋਂ ਦਾ ਛੁੱਟੀ ਸੀ, ਤੁਹਾਡਾ ਜਿਹੜਾ ਕੰਮ ਕੀਤਾ ਗਿਆ ਕੰਮ ਹੈ ਉਹ ਇਨਵੈਲਿਡ ਹੈ। ਨਹੀਂ, ਵਰਕ ਜਿਹੜਾ ਤੁਹਾਡਾ ਕੀਤਾ ਹੈ, ਤੁਸੀਂ ਰੀਜ਼ਨ ਕੋਈ ਨਾ ਕੋਈ ਜਿਹੜਾ ਤੁਹਾਡਾ ਹੈਗਾ ਰੀਜ਼ਨ ਹੋਣਾ ਚਾਹੀਦਾ ਵੀ ਅੱਜ ਦਿਨ ਅਸੀਂ ਕੰਮ ਕਿਉਂ ਕੀਤਾ ਹੈ, ਠੀਕ ਹੈ, ਦੈਨ ਤੁਹਾਡਾ ਜਿਹੜਾ ਕੀਤਾ ਹੋਇਆ ਕੰਮ ਹੈ ਜਿਹੜਾ ਇਨਵੈਲਿਡ ਨਹੀਂ ਹੋਏਗਾ, ਵੈਲਿਡ ਹੋਏਗਾ। ਸੈਕਸ਼ਨ 25, ਇਹ ਅਕਸਰ ਤੁਸੀਂ ਜਦੋਂ ਕੋਰਟਾਂ ਵਿੱਚ ਜਾਂਦੇ ਹੋ, ਸਾਡੇ ਰੀਡਰ ਸਾਹਿਬਾਨ, ਤਹਿਸੀਲਦਾਰਾਂ ਦੇ ਰੀਡਰ ਸਾਹਿਬਾਨ ਜਾਂਦੇ ਆ ਕੋਰਟਾਂ ਦੇ ਵਿੱਚ, ਕੋਈ ਸੈਟਰਡੇ ਨੂੰ ਸੰਡੇ ਨੂੰ ਸਾਡੇ ਪਟਵਾਰੀ ਹਲਕਾ ਵੱਲੋਂ, ਕਾਨੂੰਗੋ ਹਲਕਾ ਵੱਲੋਂ ਕੋਈ ਰੈਵਨਿਊ ਆਫਿਸਰ ਵੱਲੋਂ ਕੋਈ ਕੰਮ ਕੀਤਾ ਹੈ ਹੁੰਦਾ ਹੈ, ਤਾਂ ਉਸ ਵੇਲੇ ਜਵਾਬ ਤਲਬੀ ਹੁੰਦੀ ਹੈ, ਉੱਥੇ ਕੁਐਸਚਨ ਕੀਤਾ ਜਾਂਦਾ ਹੈਗਾ ਵੀ ਤੁਸੀਂ ਛੁੱਟੀ ਸੀ, ਕਿਉਂ ਗਏ, ਕਿਵੇਂ ਗਏ, ਤਾਂ ਇਹ ਜਿਹੜਾ ਸੈਕਸ਼ਨ 24 ਹੈ ਤੁਹਾਨੂੰ ਉੱਥੇ ਪ੍ਰੋਟੈਕਟ ਕਰਦਾ ਹੈਗਾ, ਠੀਕ ਹੈ, ਵੀ ਰੀਜ਼ਨ ਸੀਗਾ ਸਾਡੇ ਕੋਲ ਹੈਗਾ, ਅਸੀਂ ਕਰ ਸਕਦੇ ਹਾਂ, ਜੇ ਸਾਡਾ ਕੀਤਾ ਹੋਇਆ ਕੰਮ ਹੈ ਤਾਂ ਸਾਡਾ ਇਨਵੈਲਿਡ ਨਹੀਂ ਹੈ, ਵੈਲਿਡ ਵਰਕ। Section 25, discharge of duties of the collector dying or being disabled। ਇਹ ਸੈਕਸ਼ਨ ਦੱਸਿਆ ਗਿਆ ਵੀ ਅਚਾਨਕ ਕਿਸੇ ਕਲੈਕਟਰ ਦੀ, ਡੀਸੀ ਦੀ ਡੈਥ ਹੋ ਜਾਂਦੀ ਹੈ ਜਾਂ ਉਹ ਕੰਮ ਕਰਨ ਤੋਂ ਡਿਸੇਬਲ ਹੋ ਜਾਂਦਾ, ਐਕਸੀਡੈਂਟ ਹੋ ਜਾਂਦਾ ਹੈ, ਠੀਕ ਹੈ, ਵੈਨ ਕਲੈਕਟਰ, ਤਾਂ ਫਿਰ ਕੀ ਹੁੰਦਾ, ਫਿਰ ਉਹਦੀਆਂ ਡਿਊਟੀਆਂ ਕੌਣ ਨਿਭਾਏਗਾ, ਕਿਉਂਕਿ ਕਲੈਕਟਰ ਤੋਂ ਬਗੈਰ ਜਿਹੜਾ ਜ਼ਿਲ੍ਹਾ ਹੁੰਦਾ ਉਹਨੂੰ ਖਾਲੀ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਚੀਫ ਐਗਜ਼ੈਕਟਿਵ ਐਡਮਿਨਿਸਟ੍ਰੇਸ਼ਨ, ਕੋਈ ਵੀ ਜਿਹੜਾ ਆਫਿਸਰ ਹੁੰਦਾ ਹੈ, ਚਾਹੇ ਏਡੀਸੀ ਹੈ, ਚਾਹੇ ਕੋਈ ਹੋਰ ਅਧਿਕਾਰੀ ਹੁੰਦਾ ਹੈ, ਸਟੇਟ ਗਵਰਨਮੈਂਟ ਵੱਲੋਂ ਨਾਲ ਚਾਰਜ ਦਿੱਤਾ ਜਾਂਦਾ ਹੈ, ਤਾਂ ਜਿਹੜਾ ਵੀ ਅਧਿਕਾਰੀ ਨੂੰ ਚਾਰਜ ਦਿੱਤਾ ਜਾਏਗਾ ਉਹ ਕਲੈਕਟਰ ਦੀਆਂ ਜ਼ਿੰਮੇਵਾਰੀਆਂ ਸ਼ੈਲ ਬੀ ਡੀਮ ਟੂ ਬੀ ਦਾ ਕਲੈਕਟਰ ਅੰਡਰ ਦਿਸ ਐਕਟ, ਇਸ ਐਕਟ ਦੇ ਤਹਿਤ ਉਹ ਕਲੈਕਟਰ ਸਮਝਿਆ ਜਾਵੇਗਾ ਜਿਹਨੂੰ ਵੀ ਪਾਵਰ ਦਿੱਤੀ ਜਾਂਦੀ ਹੈ ਕੰਮ ਕਰਨ ਦੇ ਲਈ। ਨੈਕਸਟ ਹੈ ਸੈਕਸ਼ਨ 26। ਮੇਰੀ ਆਵਾਜ਼ ਸਾਰਿਆਂ ਨੂੰ ਸੁਣ ਰਹੀ ਹੈ ਜੀ? ਓਕੇ ਠੀਕ ਹੈ। ठीक है, next है section 26, retention of powers by the revenue officers on transfer। ठीक है, revenue officer ਦੀ ਟ੍ਰਾਂਸਫਰਸ ਹੁੰਦੀਆਂ ਰਹਿੰਦੀਆਂ ਨੇ, ਪਰ ਉਹਦੇ ਕੋਲ ਕੀ ਜਿਹੜੀਆਂ ਉਹਦੀਆਂ ਪਾਵਰਸ ਨੇ, ਜਿਹੜੀਆਂ ਉਹਨੂੰ ਰੈਵਨਿਊ ਆਫਿਸਰ ਦੀਆਂ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਦੀਆਂ ਜਿਹੜੀਆਂ ਪਾਵਰਸ ਦਿੱਤੀਆਂ ਗਈਆਂ ਨੇ ਇਸ ਐਕਟ ਦੇ ਰਾਹੀਂ, ਠੀਕ ਹੈ, ਉਹ ਰਿਟੇਨ ਰਹਿੰਦੀਆਂ ਨੇ, ਉਹਦੇ ਕੋਲ ਹੀ ਰਹਿੰਦੀਆਂ, ਬੇਸ਼ੱਕ ਉਹ ਇੱਕ ਹਲਕੇ ਤੋਂ ਇੱਕ ਤਹਿਸੀਲ ਚੋਂ ਬਦਲ ਕੇ ਦੂਜੀ ਤਹਿਸੀਲ ਚਲਾ ਜਾਵੇ, ਦੂਜੀ ਤਹਿਸੀਲ ਤੋਂ ਬਦਲ ਕੇ ਕਿਸੇ ਡਿਸਟ੍ਰਿਕਟ ਹੋਰ ਚਲਾ ਜਾਵੇ, ਠੀਕ ਹੈ, ਉਹਦੀਆਂ ਪਾਵਰਸ ਨੇ, ਦੁਬਾਰਾ ਪਾਵਰਾਂ ਲੈਣ ਦੀ ਲੋੜ ਨਹੀਂ ਹੁੰਦੀ, ਪਾਵਰਸ ਰਿਟੇਨ ਰਹਿੰਦੀਆਂ। ਵੈਨ ਏ ਰੈਵਨਿਊ ਆਫਿਸਰ ਆਫ ਐਨੀ ਕਲਾਸ, ਮੇਬੀ ਫਸਟ ਕਲਾਸ ਹੋਵੇ, ਸੈਕੰਡ ਕਲਾਸ ਹੋਵੇ, ਟ੍ਰਾਂਸਫਰਡ ਫਰੋਮ ਦਾ ਲੋਕਲ ਏਰੀਆ ਟੂ ਅਨਦਰ ਐਜ਼ ਏ ਰੈਵਨਿਊ ਆਫਿਸਰ ਆਫ ਦਾ ਸੇਮ ਔਰ ਹਾਇਰ ਕਲਾਸ, ਜੇ ਉਹਦੀ ਟ੍ਰਾਂਸਫਰ ਹੋ ਕੇ ਪ੍ਰਮੋਸ਼ਨ ਹੋ ਕੇ ਜਾਵੇ, he shall continue to exercise those powers in the local area unless the state government otherwise directs। ਜੇਕਰ ਸਰਕਾਰ ਵੱਲੋਂ ਕੋਈ ਵੱਖਰਾ ਆਰਡਰ ਕਰਤਾ ਹੈ ਗੱਲ ਵੱਖਰੀ ਹੈ, ਨਹੀਂ ਅਦਰਵਾਈਜ਼ ਉਹਦੇ ਕੋਲ ਜਿਹੜੀਆਂ ਪਾਵਰਸ ਹੁੰਦੀਆਂ ਨੇ ਉਹ ਰਿਟੇਨ ਰਹਿੰਦੀਆਂ। ਸੈਕਸ਼ਨ 27, ਕਨਫਰਮੈਂਟ ਆਫ ਪਾਵਰਸ ਆਫ ਰੈਵਨਿਊ ਆਫਿਸਰਸ। ਸਟੇਟ ਗਵਰਨਮੈਂਟ ਬਾਈ ਨੋਟੀਫਿਕੇਸ਼ਨ ਕਨਫਰ ਔਨ ਐਨੀ ਪਰਸਨ। ਸਰਕਾਰ ਹੈਗੀ ਜਿਵੇਂ ਐਫਸੀਆਰ ਦੇ ਪਾਵਰਸ ਨੇ, ਕਮਿਸ਼ਨਰ ਦੀਆਂ ਪਾਵਰਸ ਨੇ, ਕਲੈਕਟਰ ਦੀਆਂ ਪਾਵਰਸ ਨੇ, ਠੀਕ ਹੈ, ਇਸ ਐਕਟ ਦੇ ਤਹਿਤ ਦਿੱਤੀਆਂ ਜਾਂਦੀਆਂ ਨੇ। ਲੈਂਡ ਰੈਵਨਿਊ ਐਕਟ ਦੇ ਤਹਿਤ ਕਿਸੇ ਆਫਿਸਰ ਨੂੰ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਐਫਸੀਆਰ ਦੇ ਪਾਵਰ ਦੇ ਸਕਦੀ ਹੈ, ਕਮਿਸ਼ਨਰ ਦੀਆਂ ਪਾਵਰ ਦੇ ਸਕਦੀ ਹੈ ਤੇ ਕਲੈਕਟਰ ਦੀਆਂ ਪਾਵਰ ਵੀ ਦੇ ਸਕਦੀ ਹੈ। ਜਿਵੇਂ ਹੁਣ ਤੁਸੀਂ ਕਈ ਦੇਖਦੇ ਹੋ ਕਈ ਡਿਪਾਰਟਮੈਂਟਾਂ ਦੇ ਵਿੱਚ ਕਲੈਕਟਰ ਦੀ ਪਾਵਰ ਦਿੱਤੀ ਜਾਂਦੀ ਹੈ, ਡੀਡੀਪੀਓ ਵਗੈਰਾ ਇਦਾਂ ਤੁਸੀਂ ਦੇਖੇ ਹੋਗੇ, ਜਾਂ ਫਿਰ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਵੀ ਹੁੰਦੀਆਂ ਨੇ, ਕੁਝ ਕਲੈਕਟਰ ਦੀਆਂ ਪਾਵਰਸ ਦਿੱਤੀਆਂ ਜਾਂਦੀਆਂ ਨੇ, ਕੁਝ ਅਧਿਕਾਰੀਆਂ ਨੂੰ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਇਸ ਐਕਟ ਦੇ ਤਹਿਤ ਸਰਕਾਰ ਕੋਲੇ ਜਿਹੜੀ ਪਾਵਰ ਹੈਗੀ ਹੈ ਬਾਈ ਨੋਟੀਫਿਕੇਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਦੀਆਂ, ਫਾਈਨੈਂਸ਼ੀਅਲ ਕਮਿਸ਼ਨਰ ਅਪੀਲਸ, ਫਾਈਨੈਂਸ਼ੀਅਲ ਕਮਿਸ਼ਨਰ ਤੁਸੀਂ ਦੇਖਿਆ ਕਈ ਲਗਾਏ ਜਾਂਦੇ ਆ ਵਰਕਲੋਡ ਨੂੰ ਦੇਖਦੇ ਹੋਏ, ਠੀਕ ਹੈ। ਤੇ ਨਾਲ ਹੀ ਕੀ ਹੈਗਾ ਅਸਿਸਟੈਂਟ ਕਲੈਕਟਰ ਦੀਆਂ, ਆਲ ਔਰ ਐਨੀ ਆਫ ਦਾ ਪਾਵਰਸ ਵਿਚ ਐਨ ਅਸਿਸਟੈਂਟ ਕਲੈਕਟਰ ਇਨਵੈਸਟਡ ਦੇਅਰ ਅੰਡਰ ਬਾਈ ਨੋਟੀਫਿਕੇਸ਼ਨ ਵਿਦਡਰਾ ਐਨੀ ਪਾਵਰ ਸੋ ਕੰਫਰਟ। ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਉਸ ਨੂੰ ਸਰਕਾਰ ਕਿਸੇ ਵੇਲੇ ਵੀ ਅਸਿਸਟੈਂਟ ਕਲੈਕਟਰ ਦੇ ਪਾਵਰ ਨੂੰ ਦੇ ਵੀ ਸਕਦੀ ਹੈ ਤੇ ਵਿਦਡਰਾ ਵੀ ਕਰ ਸਕਦੀ ਹੈ। ਤੇ ਫਿਰ ਇਹ ਪਾਵਰਾਂ ਯੂਟਿਲਾਈਜ਼ ਕਿੱਥੇ ਹੋਣਗੀਆਂ? A person on whom powers are conferred, subsection 2 ਦੇ ਵਿੱਚ ਕਿਹਾ ਗਿਆ, ਅੰਡਰ subsection 1 ਦੇ ਵਿੱਚ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਉਹ ਆਪਣੀ ਹੀ ਲੋਕਲ ਲਿਮਿਟ ਜਿਹੜੀ ਹੋਏਗੀ, ਠੀਕ ਹੈ, ਉਸ ਲੋਕਲ ਲਿਮਿਟ ਦੇ ਵਿੱਚ ਹੀ ਯੂਟਿਲਾਈਜ਼ ਕਰੇਗਾ। ਜੇ ਐਫਸੀਆਰ ਹੈ ਤਾਂ ਪੂਰੇ ਪੰਜਾਬ ਦੇ ਵਿੱਚ, ਕਮਿਸ਼ਨਰ ਹੈ ਪੂਰੀ ਡਿਵੀਜ਼ਨ ਦੇ ਵਿੱਚ, ਕਲੈਕਟਰ ਹੈ ਤਾਂ ਆਪਦੇ ਪੂਰੇ ਡਿਸਟ੍ਰਿਕਟ ਦੇ ਵਿੱਚ, ਜੇ ਅਸਿਸਟੈਂਟ ਕਲੈਕਟਰ ਫਸਟ ਜਾਂ ਸੈਕੰਡ ਗ੍ਰੇਡ ਹੈਗਾ ਤਾਂ ਉਹ ਆਪਣੀ ਜੁਰਿਸਡਿਕਸ਼ਨ ਦੇ ਅੰਦਰ ਜਿਹੜੀਆਂ ਪਾਵਰਾਂ ਨੇ ਉਹ ਯੂਟਿਲਾਈਜ਼ ਕੀਤੀਆਂ ਜਾਂਦੀਆਂ। ਨੈਕਸਟ ਹੈ subsection 3, in any of the powers of a collector under this act are conferred on an assistant collector। ਇੱਥੇ ਇਹ ਵੀ ਪ੍ਰੋਵੀਜ਼ਨ ਦਿੱਤੀ ਗਈ ਹੈ ਜਿਵੇਂ ਵਰਕਲੋਡ ਨੂੰ ਦੇਖਦੇ ਹੋਏ ਕਲੈਕਟਰ ਦੀਆਂ ਪਾਵਰ ਜਿਹੜੀਆਂ ਹੈਗੀਆਂ ਨੇ ਉਹ ਅਸਿਸਟੈਂਟ ਕਲੈਕਟਰ ਨੂੰ ਦਿੱਤੀਆਂ ਜਾਂਦੀਆਂ ਨੇ ਸਪੈਸ਼ਲ ਆਰਡਰ ਦੇ ਰਾਹੀਂ,
ਜਿਵੇਂ ਹੁਣ ਤੁਸੀਂ ਰੂਟੀਨ 'ਚ ਦੇਖਦੇ ਹੋ, ਤਕਸੀਮ ਦੇ ਕੇਸਾਂ ਦੇ ਵਿੱਚ ਕਲੈਕਟਰ ਦੀਆਂ ਪਾਵਰਸ ਐਸਡੀਐਮਸ ਕੋਲੇ ਹੁੰਦੀਆਂ ਨੇ। ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਦੇ ਆਰਡਰ ਦੀ ਜਿਹੜੀ ਅਪੀਲ ਹੈ ਉਹ ਐਸਡੀਐਮ ਕੋਲੇ ਫਾਈਲ ਹੁੰਦੀ ਹੈ। ਐਸਡੀਐਮ ਵਿਦ ਦਾ ਪਾਵਰਸ ਆਫ ਕਲੈਕਟਰ ਉਸ ਨੂੰ ਇੰਟਰਟੇਨ ਕਰਦੇ ਨੇ ਅਪੀਲਾਂ ਨੂੰ। ਠੀਕ ਹੈ, ਇਹ ਸੈਕਸ਼ਨ ਜਿਹੜਾ ਹੈਗਾ 27 ਸੈਕਸ਼ਨ ਦਾ 3 ਸਬਸੈਕਸ਼ਨ 3 ਦੇ ਰਾਹੀਂ ਹੀ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ ਵੀ ਕਲੈਕਟਰ ਦੀਆਂ ਪਾਵਰਸ ਜਦੋਂ ਅਸਿਸਟੈਂਟ ਕਲੈਕਟਰ ਨੂੰ ਦਿੱਤੀਆਂ ਜਾਂਦੀਆਂ ਨੇ। ਪਰ ਸ਼ਰਤ ਨਾਲ ਇਹ ਵੀ ਹੈਗੀ ਹੈ, ਬੇਸ਼ੱਕ ਕਲੈਕਟਰ ਦੀਆਂ ਪਾਵਰਾਂ ਅਸਿਸਟੈਂਟ ਕਲੈਕਟਰ ਨੂੰ ਦੇ ਦਿੱਤੀਆਂ, ਪਰ ਕੰਟਰੋਲ ਕੀ ਹੋਏਗਾ? ਕੰਟਰੋਲ ਰਹੇਗਾ ਕਲੈਕਟਰ ਦਾ ਹੀ। ਕਲੈਕਟਰ ਦੇ ਕੰਟਰੋਲ ਦੇ ਅਧੀਨ ਹੀ ਜਿਹੜੀਆਂ ਪਾਵਰਾਂ ਉਹ ਯੂਟਿਲਾਈਜ਼ ਕਰਨਗੇ। ਨੈਕਸਟ ਹੈ ਚੈਪਟਰ 3। ਚੈਪਟਰ 3 ਕੀ ਹੈ? ਚੈਪਟਰ 3 ਦੇ ਸੈਕਸ਼ਨ 28 ਹੈਗਾ। 28 ਦੇ ਤਹਿਤ ਕੀ ਹੈ? ਰੂਲਸ ਰਿਸਪੈਕਟਿੰਗ ਕਾਨੂੰਗੋ ਐਂਡ ਵਿਲੇਜ ਆਫੀਸਰ, ਯਾਨੀ ਕਿ ਪਟਵਾਰੀ ਦੇ ਤੇ ਕਾਨੂੰਗੋ ਦੇ ਜਿਹੜੇ ਰੂਲ ਨੇ ਉਹ ਸਰਕਾਰ ਇਸ ਸੈਕਸ਼ਨ ਦੇ ਤਹਿਤ ਸੈਕਸ਼ਨ 28 ਦੇ ਤਹਿਤ ਬਣਾਉਂਦੀ ਹੈਗੀ ਹੈ। ਠੀਕ ਹੈ, ਜਿਵੇਂ ਕਾਨੂੰਗੋ ਰੂਲਸ 94 ਬਣੇ ਹੋਏ ਨੇ, ਇਸ ਤਰੀਕੇ ਪਟਵਾਰੀ ਦੇ ਜਿਹੜੇ ਰੂਲਸ ਨੇ ਉਹ ਸਰਕਾਰ ਜਿਹੜੀ ਹੈਗੀ ਹੈ 28 ਸੈਕਸ਼ਨ ਨੂੰ ਯੂਟਿਲਾਈਜ਼ ਕਰਕੇ ਜਿਹੜੀ ਹੈਗੇ ਰੂਲ ਬਣਾਏ ਜਾਂਦੇ ਨੇ ਪਟਵਾਰੀ ਦੇ ਵੀ ਤੇ ਕਾਨੂੰਗੋ ਦੇ। ਫਿਰ 29 ਚ ਕੀ ਹੈ? ਵਿਲੇਜ ਆਫੀਸਰ ਸੈਸ ਕੀ ਹੁੰਦੀ ਹੈ? ਵਿਲੇਜ ਆਫੀਸਰ ਸੇ ਨੰਬਰਦਾਰੀ ਨੂੰ ਕਿਹਾ ਜਾਂਦਾ ਹੈ। ਨੰਬਰਦਾਰੀ ਕਿੰਨੀ ਹੈ? ਪਹਿਲਾਂ ਕੁਝ ਪੁਆਇੰਟ ਹੋਇਆ ਕਰਦੇ, ਹੁਣ 5% ਜਿਹੜੀ ਨੰਬਰਦਾਰੀ ਹੈ ਇਹ ਲੈਂਡ ਰੈਵਨਿਊ ਦੇ ਉੱਪਰ ਜਿਹੜੀ ਹੈਗੀ ਹੈ ਇਕੱਠੀ ਕੀਤੀ ਜਾਂਦੀ ਹੈ। ਇਕੱਠੀ ਕਰਨ ਦੇ ਬਦਲੇ 'ਚ ਇਹ ਜਿਹੜੀ ਨੰਬਰਦਾਰ ਨੂੰ, ਹੈਡਮੈਨ ਨੂੰ, ਚੀਫ ਹੈਡਮੈਨ ਹੋਵੇ ਤੇ ਉਹਨੂੰ ਪੇ ਕੀਤੀ ਜਾਂਦੀ ਹੈ ਸਰਕਾਰ ਵੱਲੋਂ। ਜਿਵੇਂ ਕਿ ਕਲੈਕਸ਼ਨ ਹੁੰਦੀ ਹੈ ਤਹਿਸੀਲ ਦੇ ਵਿੱਚ ਤੇ ਜਦੋਂ ਜਮ੍ਹਾਂ ਕਰਾਉਣੀ ਹੁੰਦੀ ਹੈ ਤਾਂ 5% ਪਟਵਾਰੀ ਹਲਕਾ ਦੇ ਰਾਹੀਂ 5% ਉਹਦੀ ਰਿਡਕਸ਼ਨ ਕਰਕੇ ਬਾਕੀ ਜਿਹੜੀ ਅਮਾਊਂਟ ਹੈਗੀ ਆ ਉਹ ਖਜ਼ਾਨੇ 'ਚ ਜਮ੍ਹਾਂ ਕਰਾਈ ਜਾਂਦੀ ਹੈ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਹੈਗੀ ਹੈ ਲੈਂਡ ਰੈਵਨਿਊ ਜਿਹੜਾ ਹੈਗਾ ਐਗਜ਼ੈਂਪਟ ਕੀਤਾ ਗਿਆ, ਮਾਫ ਕੀਤਾ ਗਿਆ, ਇਸ ਕਰਕੇ ਕੋਈ ਕਲੈਕਸ਼ਨ ਨਹੀਂ ਹੁੰਦੀ, ਨਾ ਹੀ ਕੋਈ ਜਿਹੜੀ ਵਿਲੇਜ ਆਫੀਸਰ ਸੈਸ ਕਿਸੇ ਨੰਬਰਦਾਰ ਨੂੰ ਦਿੱਤੀ ਜਾਂਦੀ ਹੈ। ਐਨੂਅਲ ਵੈਲਿਊ, ਐਨੂਅਲ ਵੈਲਿਊ ਜਿਹੜੀ ਉੱਪਰ ਵਰਤੀ ਯੂਜ਼ ਕੀਤਾ ਗਿਆ ਵਰਡ ਵੀ ਐਨੂਅਲ ਵੈਲਿਊ ਦਾ ਜਿਹੜਾ 5% ਹੈ ਉਹ ਦਿੱਤਾ ਜਾਂਦਾ ਹੈ। ਐਨੂਅਲ ਵੈਲਿਊ ਕੀ ਹੈ? ਡਬਲ ਆਫ ਦਾ ਲੈਂਡ ਰੈਵਨਿਊ ਫॉर ਦਾ ਟਾਈਮਿੰਗ ਅਸੈਸਡ। ਲੈਂਡ ਰੈਵਨਿਊ ਦੇ ਡਬਲ ਪਾਰਟ ਨੂੰ ਜਿਹੜਾ ਹੈਗਾ ਐਨੂਅਲ ਵੈਲਿਊ ਕਿਹਾ ਜਾਂਦਾ, ਯਾਨੀ ਕਿ 2 ਵਾਰੀ ਸੌਣੀ ਹਾੜੀ, ਠੀਕ ਹੈ ਜੀ, ਉਹ ਡਬਲ ਹੋ ਗਿਆ। नेक्स्ट 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 सबसेक्शन 3 क्या है गया? फाइनेंशियल कमीशन में मेक रूल्स, इसे टेक लिखा गया, मेक रूल्स फॉर द कलेक्शन कंट्रोल एंड एक्सपेंडिचर ऑफ द विलेज ऑफिसर सेस। एफसीआर वो रूल बनाए जाते हैं भी ये कलेक्शन किमें करनी है, लैंड रेवन्यू ਜਿਹੜਾ ਕਿਵੇਂ ਕਲੈਕਟ ਕਰਨਾ ਹੈ, ਕਿਵੇਂ ਉਹਨੂੰ ਕੰਟਰੋਲ ਕਰਨਾ ਹੈ, ਕਿਵੇਂ ਉਹਦਾ ਖਰਚਾ ਕਰਨਾ ਹੈਗਾ। ਇਸੇ ਤਰੀਕੇ ਆਲ ਦਾ ਸੈਸਸ ਨਾਓ ਲੈਵੀਡ ਇਨ ਐਨੀ ਲੋਕਲ ਏਰੀਆ ਪਤਾ ਹੁਣ ਤਾਂ ਕਲੈਕਸ਼ਨ ਹੁੰਦੀ ਹੀ ਨਹੀਂ ਹੈਗੀ। ਠੀਕ ਹੈ, ਸਾਰੀ ਕਲੈਕਸ਼ਨ ਬੰਦ ਕੀਤੀ ਗਈ ਹੈ। ਵਿਲੇਜ ਆਫਿਸਰ ਸੈਸ ਨੰਬਰਦਾਰ ਨੂੰ ਕਿਹਾ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 30 restriction on attachment or assignment of remuneration of cargo and village officer। ਦੇਖੋ ਇਹ ਜਿਹੜਾ ਸੈਕਸ਼ਨ 30 ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਹੈ? ਪ੍ਰੋਟੈਕਸ਼ਨ ਦਿੱਤੀ ਗਈ ਹੈ ਰੈਵਨਿਊ ਆਫੀਸਰਸ ਨੂੰ, ਕਾਨੂੰਗੋ ਨੂੰ, ਪਟਵਾਰੀ ਹਲਕਾ ਨੂੰ, ਵੀ ਜਿਹੜੀ ਉਹਨਾਂ ਦੀ ਸੈਲਰੀ ਕਿਸੇ ਉਹਨਾਂ ਨੇ ਕੋਈ ਕੰਮ ਕੀਤਾ, ਕਿਸੇ ਫੀਲਡ 'ਚ ਜਾ ਕੇ ਕੰਮ ਕੀਤਾ, ਕੋਈ ਨਿਸ਼ਾਨਦੇਹੀ ਕੀਤੀ, ਕੋਈ ਵਾਰੰਟ ਕਬਜ਼ਾ ਜਾਰੀ ਸੀਗਾ ਉਹਨੂੰ ਇੰਪਲੀਮੈਂਟ ਕੀਤਾ, ਐਗਜ਼ੀਕਿਊਸ਼ਨ ਕੀਤੀ ਵਾਰੰਟ ਕਬਜ਼ੇ ਦੀ, ਤਾਂ ਕੋਈ ਪਾਰਟੀ ਕੋਈ ਕਹਿੰਦੀ ਹੈ ਜਾ ਕੇ ਜਾਂ ਮਤਲਬ ਕਿ ਕੋਈ ਉਹਦੇ ਖਿਲਾਫ ਕੋਈ ਦਾਵਾ ਦਾਇਰ ਕਰ ਦਿੰਦੀ ਹੈ, ਕੋਈ ਉਹਦੇ ਖਿਲਾਫ ਕੋਈ ਡਿਗਰੀ ਲੈ ਲੈਂਦੀ ਹੈ, ਆਰਡਰ ਲੈ ਲੈਂਦੀ ਹੈ ਕਿਸੇ ਸਿਵਲ ਕੋਰਟ ਤੋਂ। ਪਰ ਇਹਦੇ ਵਿੱਚ ਕੀ ਹੈ? ਪ੍ਰੋਟੈਕਸ਼ਨ ਦਿੱਤੀ ਗਈ ਹੈ ਵੀ ਕੋਈ ਵੀ ਰੈਵਨਿਊ, ਕੋਈ ਵੀ ਸਿਵਲ ਕੋਰਟ ਜਾਂ ਰੈਵਨਿਊ ਕੋਰਟ ਕਿਸੇ ਵੀ ਪਟਵਾਰੀ ਦੀ ਜਾਂ ਕਿਸੇ ਕਾਨੂੰਗੋ ਦੀ ਜਿਹੜੀ ਸੈਲਰੀ ਹੈ ਉਹਨੂੰ ਅਟੈਚ ਨਹੀਂ ਕਰ ਸਕਦੀ। ਠੀਕ ਹੈ, ਤਾਂ ਇਮੋਲੂਮੈਂਟਸ ਆਫ ਕਾਨੂੰਗੋ और विलेज ऑफिसर shall not be liable to attachment in execution of a degree। कोई एग्जीक्यूशन, कोई डिग्री या कोई ऑर्डर ਦੇ ਖਿਲਾਫ ਪਾਸ ਹੋਇਆ ਹੋਵੇ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੈਗੇ ਪਟਵਾਰੀ ਹਲਕਾ ਦੀ ਜਾਂ ਕਾਨੂੰਗੋ ਦੀ ਕਿਸੇ ਦੀ ਜਿਹੜੀ ਸੈਲਰੀ ਹੈ ਅਟੈਚ ਨਹੀਂ ਕੀਤੀ ਜਾ ਸਕਦੀ। ਐਨ ਅਸਾਈਨਮੈਂਟ ਔਰ ਚਾਰਜ or an agreement to assign or charge any such emolument shall be void। ਜੇਕਰ ਕੋਈ ਉਸ ਪਟਵਾਰੀ ਹਲਕਾ ਵੱਲੋਂ ਜਾਂ ਕਾਨੂੰਗੋ ਹਲਕਾ ਵੱਲੋਂ ਕੋਈ ਕਿਸੇ ਨਾਲ ਐਗਰੀਮੈਂਟ ਕਰ ਲਿਆ ਜਾਂਦਾ ਹੈ ਵੀ ਆ ਮੇਰੀ ਜਿਹੜੀ ਸੈਲਰੀ ਹੈ ਤੇਰੇ ਕੋਲ ਜਾਏਗੀ ਸਿੱਧੀ, ਠੀਕ ਹੈ, ਕਈ ਵਾਰੀ ਹੁੰਦਾ ਇਦਾਂ ਦੇ ਕੋਈ ਐਗਰੀਮੈਂਟ, ਕੋਈ ਨਾ ਕੋਈ ਕੰਟਰੈਕਟ ਕਰ ਲੈਂਦੇ ਆ ਕੋਈ ਬੰਦੇ, ਤਾਂ ਉਹ ਜਿਹੜਾ ਐਸਾ ਕੋਈ ਕੰਟਰੈਕਟ ਹੈਗਾ ਜੇ ਉਹ ਸਿਵਲ ਕੋਰਟ ਨੂੰ ਵੀ ਡਿਨਾਈ ਕਰ ਸਕਦਾ ਹੈ, ਸਿਵਲ ਕੋਰਟ ਦੇ ਆਰਡਰ ਨੂੰ ਵੀ ਲਾਗੂ ਨਹੀਂ ਹੋਣ ਦਿੰਦਾ, ਤਾਂ ਇੱਥੇ ਇਹ ਉਹਦੇ ਜੇ ਕੋਈ ਇਦਾਂ ਦਾ ਕੰਟਰੈਕਟ ਕਰਦਾ ਤਾਂ ਉਹ ਕੰਟਰੈਕਟ ਵੀ ਵਾਇਡ ਹੋਏਗਾ, ਵੈਲਿਡ ਨਹੀਂ ਹੋਏਗਾ ਜਿਵੇਂ ਰੂਲਾਂ ਦੇ ਖਿਲਾਫ। ਜੇਕਰ ਰੂਲਾਂ ਦੇ ਵਿੱਚ ਦਰਸਾਇਆ ਗਿਆ ਤਾਂ ਗੱਲ ਵੱਖਰੀ ਹੈ, ਅਦਰਵਾਈਜ਼ ਐਸਾ ਕੋਈ ਕੰਟਰੈਕਟ ਕੋਈ ਕਰਦਾ ਹੈ ਕੋਈ ਕਰਮਚਾਰੀ, ਠੀਕ ਹੈ, ਵੀ ਮੇਰੀ ਸੈਲਰੀ ਜਿਹੜੀ ਹੈਗੀ ਸਾਰੀ ਉਹਦੇ ਤੂੰ ਲਏਗਾ, ਤਾਂ ਨੋ, ਐਸਾ ਜਿਹੜਾ ਕੰਟਰੈਕਟ ਹੈ ਉਹ ਵਾਇਡ ਹੋਏਗਾ, ਵੈਲਿਡ ਨਹੀਂ ਹੋਏਗਾ। ਨੈਕਸਟ ਆ ਗਿਆ ਜੀ ਚੈਪਟਰ 4 ਰਿਕਾਰਡਸ, ਵੈਰੀ ਇੰਪੋਰਟੈਂਟ ਚੈਪਟਰ ਹੈ। ਰਿਕਾਰਡਸ ਆਫ ਰਾਈਟਸ
ਐਂਡ ਐਨੂਅਲ ਰਿਕਾਰਡਸ। ਸਿੰਪਲ ਗੱਲ ਕਰ ਲਈਏ, ਰਿਕਾਰਡ ਆਫ ਰਾਈਟਸ ਅਸੀਂ ਕਿਹਨੂੰ ਕਹਿੰਦੇ ਆ? ਜਿਵੇਂ ਕਿ ਜਮ੍ਹਾਂਬੰਦੀ ਦੇ ਵਿੱਚ ਜਿਹੜੇ ਹੈਗਾ ਕਿਸੇ ਵੀ ਮਾਲਕ ਦੇ ਜਿਹੜੇ ਰਿਕਾਰਡ ਨੇ, ਰਾਈਟਸ ਨੇ, ਓਨਰਸ਼ਿਪ ਦੇ ਰਾਈਟਸ ਨੇ ਜਿਹੜੇ, ਠੀਕ ਹੈ, ਉਹ ਦਰਸਾਏ ਹੁੰਦੇ ਆ। ਕੌਣ ਮਾਲਕ ਹੈ, ਕੌਣ ਕਾਸ਼ਤਕਾਰ ਹੈ, ਕਿੰਨਾ ਲੈਂਡ ਰੈਵਨਿਊ ਹੈ, ਠੀਕ ਹੈ, ਕੌਣ ਇਸ ਨੂੰ ਕਾਸ਼ਤ ਕਰਦਾ ਹੈਗਾ। ਜਾਂ ਫਿਰ ਸਮੇਂ-ਸਮੇਂ ਤੇ ਐਨੂਅਲ ਰਿਕਾਰਡ ਹੈ, ਕੋਈ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ, ਗਰਦੌਰੀ ਚੇਂਜ ਹੁੰਦੀ ਰਹਿੰਦੀ ਹੈ, ਜ਼ਮੀਨ ਕਿਸੇ ਨੇ ਕਿਸੇ ਨੂੰ ਵੇਚ ਦਿੱਤੀ ਤਾਂ ਐਨੂਅਲ ਰਿਕਾਰਡ 'ਚ ਇੰਤਕਾਲ ਦਰਜ ਕਰਦੇ ਹਾਂ ਅਸੀਂ, ਤਬਦੀਲੀ ਹੁੰਦੀ ਰਹਿੰਦੀ ਹੈ। ਕਿਸੇ ਨੇ ਲੋਨ ਲੈ ਲਿਆ, ਕਿਸੇ ਨੇ ਸੇਲ ਕਰ ਦਿੱਤੀ, ਕਿਸੇ ਨੇ ਮੌਰਗੇਜ ਕਰ ਦਿੱਤੀ, ਕਿਸੇ ਨੇ ਗਹਿਣੇ ਪਾ ਦਿੱਤੀ, ਠੀਕ ਹੈ, ਕੋਈ ਤਬਾਦਲਾ ਹੋ ਗਿਆ। ਇਹ ਐਨੂਅਲ ਰਿਕਾਰਡ ਹੈ ਜਿਹੜਾ ਕਿ ਇੰਤਕਾਲਾਂ ਦੇ ਰਾਹੀਂ ਸਮੇਂ-ਸਮੇਂ ਤੇ ਚੇਂਜ ਹੁੰਦਾ ਰਹਿੰਦਾ ਹੈ। 31 'ਚ ਕੀ ਕਿਹਾ ਹੈ? ਰਿਕਾਰਡ ਆਫ ਰਾਈਟਸ ਐਂਡ ਡਾਕੂਮੈਂਟਸ ਇਨਕਲੂਡਡ ਦੇਅਰ ਇਨ। ਉਹ ਕਹਿੰਦਾ ਵੀ ਰਿਕਾਰਡ ਆਫ ਰਾਈਟਸ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਇਨਕਲੂਡ ਹੁੰਦੇ ਆ, ਕਿਹੜੇ-ਕਿਹੜੇ ਕਿਸ ਪਾਰਟ ਨੂੰ ਅਸੀਂ ਜਮ੍ਹਾਂਬੰਦੀ ਦਾ ਪਾਰਟ ਕਿਹਾ ਜਾ ਸਕਦਾ ਹੈ, ਰਿਕਾਰਡ ਆਫ ਰਾਈਟਸ ਦਾ ਪਾਰਟ ਕਿਹਾ ਜਾ ਸਕਦਾ ਹੈ, ਕਿਹੜੇ-ਕਿਹੜੇ ਡਾਕੂਮੈਂਟ ਨੇ ਸੀ। ਸਟੇਟਮੈਂਟ, ਐਸੀਆਂ ਲਿਸਟਾਂ, ਕਿਹੜੀਆਂ ਲਿਸਟਾਂ? ਦ ਪਰਸਨਸ ਹੂ ਆਰ ਲੈਂਡ ਓਨਰਸ, ਕਿਹੜੇ-ਕਿਹੜੇ ਮਾਲਕ ਨੇ, ਠੀਕ ਹੈ। ਜਮ੍ਹਾਂਬੰਦੀ ਦਰਸਾਏ ਹੁੰਦੇ ਨੇ ਖਾਨਾ ਨੰਬਰ 4 ਦੇ ਵਿੱਚ, ਕੌਣ-ਕੌਣ ਮਾਲਕ ਨੇ, ਕੌਣ-ਕੌਣ ਟੇਨੈਂਟਸ ਨੇ ਉਸ ਮਾਲਕ ਦੇ ਅਧੀਨ, ਕਿਹੜੇ-ਕਿਹੜੇ ਮਤਲਬ ਕਿ ਟੇਨੈਂਟਸ ਨੇ, ਉਹਦੇ ਕਿਰਾਏਦਾਰ ਨੇ। ਔਰ ਅਸਾਈਨੀਜ਼ ਆਫ ਦਾ ਲੈਂਡ ਰੈਵਨਿਊ, ਕਿਹੜੇ-ਕਿਹੜੇ ਮਾਲਕ ਨੂੰ ਜਿਹੜਾ ਮਾਮਲਾ ਹੈਗਾ ਸਰਕਾਰ ਨੇ ਅਸਾਈਨ ਕੀਤਾ ਗਿਆ ਵੀ ਮਾਮਲਾ ਇਕੱਠਾ ਹੋਏਗਾ ਪਰ ਦਿੱਤਾ ਜਾਵੇਗਾ ਇਸ ਬੰਦੇ ਨੂੰ ਐਜ਼ ਏ ਰਿਵਾਰਡ, ਐਜ਼ ਏ ਇਨਾਮ, ਉਹਨੂੰ ਮਤਲਬ ਜਾਣੀ ਕਿ ਜਿਵੇਂ ਆਪਾਂ ਕਹਿੰਦੇ ਜਗੀਰਦਾਰਾਂ ਦੀ ਲਿਸਟ, ਅਸਾਈਨੀਆਂ ਦੀ ਲਿਸਟ, ਉਹ ਵੀ ਜਮ੍ਹਾਂਬੰਦੀ ਦਾ ਪਾਰਟ ਬਣੇਗਾ। ਹੂ ਆਰ ਦਾ ਟਾਈਟਲ ਟੂ ਰਿਸੀਵ ਐਨੀ ਆਫ ਦਾ ਰੈਂਟਸ, ਕਿਹੜਾ ਬੰਦਾ ਰੈਂਟ ਲੈਣ ਦੇ ਲਈ ਇੰਟਾਈਟਲ ਹੈਗਾ। ਰੈਂਟ ਜਾਂ ਪ੍ਰੋਡਿਊਸ ਜਾਂ ਪ੍ਰੋਫਿਟ ਜੋ ਜ਼ਮੀਨ ਤੋਂ ਪੈਦਾਵਾਰ ਦੀ ਹੁੰਦੀ ਹੈ, ਆਪਾਂ ਜਿਵੇਂ ਖਾਨਾ ਨੰਬਰ 9 'ਚ ਲਿਖਦੇ ਹਾਂ, ਠੀਕ ਹੈ ਜੀ। ਕਿੰਨੀ ਕੋਈ ਜ਼ਮੀਨ ਜੇ ਕਿਸੇ ਦੀ ਕੋਈ ਬਾਹਰ ਹੈਗਾ ਤਾਂ ਉਹ ਕਿੰਨੇ ਪੈਸੇ ਦੇਵੇਗਾ, ਦੂਜੇ ਨੂੰ ਰੈਂਟ ਕਿੰਨਾ ਹੋਏਗਾ। ਦ ਨੇਚਰ ਐਂਡ ਐਕਸਟੈਂਟ ਆਫ ਦਾ ਇੰਟਰਸਟ ਆਫ ਦੋਜ਼ ਪਰਸਨਸ ਐਂਡ ਦ ਕੰਡੀਸ਼ਨਸ ਐਂਡ ਲਾਇਬਿਲਿਟੀਜ਼ ਅਟੈਚਿੰਗ ਦੇਅਰ ਟੂ, ਕਿਸ ਵਿਅਕਤੀ ਦਾ ਇਸ ਜ਼ਮੀਨ ਦੇ ਨਾਲ ਕੋਈ ਇੰਟਰਸਟ ਹੈ, ਠੀਕ ਹੈ, ਜਾਂ ਉਹਦੀ ਕੀ ਦੇਣਦਾਰੀ ਹੈ, ਲੋਨ ਵਗੈਰਾ ਸਾਰਾ ਇਸ ਰਿਕਾਰਡ ਆਫ ਰਾਈਟਸ ਜਿਹੜਾ ਹੈਗਾ ਉਹ 'ਚ ਦਰਸਾਇਆ ਜਾਂਦਾ ਹੈ। ਰੈਂਟ, ਲੈਂਡ ਰੈਵਨਿਊ, ਰੇਟਸ, ਸੈਸਸ, ਇਹ ਸਾਰਾ ਵੀ ਕਿੰਨਾ ਜ਼ਮੀਨ ਦਾ ਰੈਂਟ ਹੈ, ਕਿੰਨਾ ਲੈਂਡ ਰੈਵਨਿਊ ਹੈ, ਕਿੰਨਾ ਰੇਟਸ ਹੈ, ਕੀ ਸੈਸਸ ਹੈ, ਕੀ ਪੇਮੈਂਟ ਉਸ ਵਿਅਕਤੀ ਨੇ ਉਸ ਜ਼ਮੀਨ ਦੇ ਅਗੇਂਸਟ ਸਰਕਾਰ ਨੂੰ ਦੇਣੀ ਹੈ, ਉਹ ਸਾਰਾ ਹੀ ਜਿਹੜਾ ਰਿਕਾਰਡ ਆਫ ਰਾਈਟਸ ਦੇ ਵਿੱਚ ਦਾ ਇੱਕ ਪਾਰਟ ਬਣਾਇਆ ਜਾਂਦਾ ਹੈ। ਫਿਰ ਜਿਵੇਂ ਆਪਾਂ ਕਿਸੇ ਕਸਟਮਸ ਰਿਸਪੈਕਟਿੰਗ, ਜਿਵੇਂ ਕਿ ਬਾਜਵਲ ਅੱਜ ਦੀ ਗੱਲ ਕਰ ਲਈਏ, ਸਟੇਟਮੈਂਟਸ ਆਫ ਕਸਟਮਸ ਰਿਸਪੈਕਟਿੰਗ ਰਾਈਟਸ ਐਂਡ ਲਾਇਬਿਲਿਟੀਜ਼ ਇਨ ਦਾ ਸਟੇਟ, ਉਸ ਪਿੰਡ ਦੇ ਵਿੱਚ ਕਿਹਨਾਂ ਦੇ ਕੀ ਰਾਈਟਸ ਨੇ, ਕੀ ਲਾਇਬਿਲਿਟੀਜ਼ ਨੇ, ਕੀ ਪਿੰਡ ਦੇ ਰੀਤੀ ਰਿਵਾਜ ਕੀ ਹੈਗੇ ਆ, ਲੋਕਾਂ ਦਾ ਦੇ ਵਿੱਚ ਕੀ ਕੋਈ ਜ਼ਮੀਨ ਬੰਦ ਹੈ, ਠੀਕ ਹੈ, ਜਾਂ ਕੋਈ ਆਪਣੀ ਸਰਵਿਸ ਪ੍ਰੋਵਾਈਡ ਕਰਦਾ ਜ਼ਮੀਨ, ਪਿੰਡ ਦੇ ਜ਼ਮੀਨ ਦੇ ਮਾਲਕਾਂ ਨੂੰ, ਤਾਂ ਉਹਦੇ ਵਿੱਚ ਉਸ ਨੂੰ ਛਮਾਹੀ ਕੀ ਦਿੱਤਾ ਜਾਏਗਾ, ਹਾੜੀ 'ਚ ਕੀ ਦਿੱਤਾ ਜਾਏਗਾ, ਸੋਨੇ 'ਚ ਕਿੰਨੀ ਕਣਕ ਦਿੱਤੀ ਹੈ, ਸੋਨੇ 'ਚ ਕਿੰਨੀ ਕਣਕ ਦਿੱਤੀ ਜਾਵੇ, ਹਾੜੀ 'ਚ ਕੀ ਦਿੱਤਾ ਜਾਵੇਗਾ। ਜਿਵੇਂ ਪਿੰਡ ਦੇ ਲੋਹਾਰ ਹੁੰਦੇ ਨੇ, ਤਰਖਾਣ ਹੁੰਦੇ ਨੇ, ਮਿਸਤਰੀ ਹੁੰਦੇ ਨੇ, ਜਿਹੜੇ ਖੇਤੀਬਾੜੀ ਦੇ ਸੰਦਾਂ ਨੂੰ ਰਿਪੇਅਰ ਕਰਦੇ ਆ ਸਮੇਂ-ਸਮੇਂ ਤੇ, ਠੀਕ ਹੈ, ਉਹਨਾਂ ਸੰਬੰਧੀ ਕਾਲੀ ਸੀਰੀ ਵਗੈਰਾ ਦਾ ਜੋ ਵੀ ਹੈਗਾ ਹਿਸਾਬ ਕਿਤਾਬ ਹੈਗਾ ਪਿੰਡ ਦੇ ਰੀਤੀ ਰਿਵਾਜਾਂ ਮੁਤਾਬਕ ਉਹ ਵੀ ਦਰਸਾਇਆ ਜਾਂਦਾ ਹੈ। ਫਿਰ ਮੈਪ ਆਫ ਦਾ ਸਟੇਟ, ਪਿੰਡ ਦਾ ਮੈਪ ਹੈ ਜਿਹੜਾ ਹੈਗਾ ਉਹ ਵੀ ਇਹਦਾ ਪਾਰਟ ਹੁੰਦਾ ਹੈ। ਨਕਸ਼ਾ ਜਿਹਨੂੰ ਆਪਾਂ ਲੱਠਾ ਵੀ ਕਹਿ ਦਿੰਦੇ ਹਾਂ, ਅਕ ਸਜਰਾ ਵੀ ਕਹਿ ਦਿੰਦੇ ਹਾਂ, ਨਕਸ਼ਾ ਵੀ ਕਹਿ ਦਿੰਦੇ ਹਾਂ, ਉਹ ਵੀ ਰਿਕਾਰਡ ਆਫ ਰਾਈਟਸ ਦਾ ਹੀ ਇੱਕ ਪਾਰਟ ਹੈਗਾ। ਹੋਰ ਵੀ ਕੋਈ ਡਾਕੂਮੈਂਟ ਜਿਹੜੇ ਵੀ ਹੁੰਦੇ ਨੇ, ਠੀਕ ਹੈ, ਉਹ ਵੀ ਜਿਵੇਂ ਫਾਈਨੈਂਸ਼ੀਅਲ ਕਮਿਸ਼ਨ ਵੱਲੋਂ ਦਰਸਾਏ ਜਾਂਦੇ ਆ, ਉਹ ਵੀ ਰਿਕਾਰਡ ਆਫ ਰਾਈਟਸ ਦਾ ਪਾਰਟ ਹੁੰਦੇ ਆ। ਮੇਕਿੰਗ ਆਫ ਸਪੈਸ਼ਲ ਰਿਵੀਜ਼ਨ ਰਿਕਾਰਡ ਆਫ ਰਾਈਟਸ, ਦੇਖੋ ਰੂਟੀਨ ਦੇ ਵਿੱਚ ਤਾਂ ਅਸੀਂ ਜਿਹੜੀ ਰਿਵੀਜ਼ਨ ਹੈ 5 ਸਾਲਾਂ ਬਾਅਦ ਜਮ੍ਹਾਂਬੰਦੀ ਬਣਦੀ ਹੈ। 5 ਸਾਲਾਂ ਦੇ ਦਰਮਿਆਨ ਜਿੰਨੇ ਵੀ ਕੋਈ ਚੇਂਜਸ ਹੋਈਆਂ ਹੁੰਦੀਆਂ ਨੇ ਜਮ੍ਹਾਂਬੰਦੀ ਤੋਂ ਬਣਨ ਤੋਂ ਬਾਅਦ, ਜਿੰਨੇ ਵੀ ਇੰਤਕਾਲ ਹੋਏ ਹੁੰਦੇ ਆ, ਗਰਦੌਰੀਆਂ 'ਚ ਤਬਦੀਲੀ ਆਈ ਹੁੰਦੀ ਹੈ, ਠੀਕ ਹੈ, ਉਹਨਾਂ ਨੂੰ ਸਾਰਿਆਂ ਨੂੰ ਇੰਪਲੀਮੈਂਟ ਕਰਕੇ ਅਸੀਂ ਨੈਕਸਟ ਜਮ੍ਹਾਂਬੰਦੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਅਪਡੇਟ ਕਰ ਦਿੰਦੇ ਹਾਂ, ਠੀਕ ਹੈ। ਸਾਨੂੰ ਫਿਰ ਬਾਰ-ਬਾਰ ਇੰਤਕਾਲ ਵਗੈਰਾ ਦੇਖਣ ਦੀ ਲੋੜ ਨਹੀਂ ਪੈਂਦੀ, ਜਾਂ ਗਰਦੌਰੀ ਲਿਸਟ ਦੇਖਣ ਦੀ ਲੋੜ ਨਹੀਂ ਪੈਂਦੀ। ਜਦੋਂ ਨਵੀਂ ਜਮ੍ਹਾਂਬੰਦੀ ਬਣ ਗਈ ਤਾਂ ਪਿਛਲੇ 5 ਸਾਲਾਂ ਦਾ ਸਾਰਾ ਰਿਕਾਰਡ 'ਚ ਜਿੰਨੀਆਂ ਵੀ ਤਬਦੀਲੀਆਂ ਹੋਈਆਂ ਨੇ ਉਹ ਨਵੀਂ ਜਮ੍ਹਾਂਬੰਦੀ ਵਿੱਚ ਆ ਜਾਂਦੀਆਂ ਨੇ, ਠੀਕ ਹੈ। ਪਰ ਇੱਥੇ ਗੱਲ ਕੀਤੀ ਗਈ ਸੈਕਸ਼ਨ 32 ਦੇ ਵਿੱਚ ਮੇਕਿੰਗ ਆਫ ਸਪੈਸ਼ਲ ਰਿਵੀਜ਼ਨ, ਜੇਕਰ ਕਿਸੇ ਕਾਰਨ ਕਰਕੇ ਸਪੈਸ਼ਲੀ ਤੌਰ ਤੇ ਪਹਿਲਾਂ ਹੀ ਐਡਵਾਂਸ ਸਾਲ ਬਾਅਦ, 2 ਸਾਲ ਬਾਅਦ ਜਮ੍ਹਾਂਬੰਦੀ ਬਣੀ ਹੈ, ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ, ਜਾਂ ਕਿਸੇ ਕਾਰਨ ਰੀਜ਼ਨ ਮੇ ਵੀ ਕੋਈ ਵੀ ਹੋ ਸਕਦਾ ਹੈਗਾ, ਸਪੈਸ਼ਲ ਰਿਵੀਜ਼ਨ ਕਰਨ ਦੀ ਲੋੜ ਪੈ ਜਾਂਦੀ ਹੈ, ਤਾਂ ਉਹ ਕੀਤੀ ਜਾ ਸਕਦੀ ਹੈ ਸੈਕਸ਼ਨ 32 ਦੇ ਤਹਿਤ। ਵੈਨ ਇਟ ਅਪੀਅਰਸ ਟੂ ਦਾ ਕਮਿਸ਼ਨਰ, ਇਹ ਪਾਵਰ ਕਿਹਦੇ ਕੋਲ ਹੈ? ਕਮਿਸ਼ਨਰ ਕੋਲ ਹੈ। ਜੇ ਕੋਈ ਸਪੈਸ਼ਲ ਰਿਵੀਜ਼ਨ ਕਰਨੀ ਹੈ ਕਿਸੇ ਜਮ੍ਹਾਂਬੰਦੀ, ਮੰਨ ਲਓ ਕੋਈ ਜਮ੍ਹਾਂਬੰਦੀ ਹੈ ਸ਼ਹਿਰ ਦੀ ਹੈ, ਅਰਬਨ ਦੇ ਏਰੀਏ ਦੀ ਹੈ, 2 ਸਾਲਾਂ ਬਾਅਦ ਹੀ ਇੰਨੇ ਇੰਤਕਾਲ ਹੋ ਗਏ ਤੇ ਉਹਦੇ ਤੇ ਕੰਮ ਕਰਨਾ ਮੁਸ਼ਕਲ ਹੋ ਗਿਆ,
ठीक है, बार-बार हज़ारां ਦੀ ਗਿਣਤੀ 'ਚ ਇੰਤਕਾਲ ਹੋ ਗਏ ਤੇ ਕੰਮ ਕਰਨਾ ਮੁਸ਼ਕਲ ਹੋ ਗਿਆ ਪਟਵਾਰੀ ਹਲਕਾਂ ਨੂੰ, ਤੇ ਇੱਥੋਂ ਕੋਈ ਰਿਪੋਰਟ ਪੁੱਟ ਹੋ ਕੇ ਗਈ ਵੀ ਇਹਦੀ ਜਮ੍ਹਾਂਬੰਦੀ 5 ਸਾਲ ਦੇ ਬਜਾਏ 5 ਸਾਲ ਨੂੰ ਤਾਂ ਹਜ਼ਾਰਾਂ ਦੀ ਗਿਣਤੀ 'ਚ ਇੰਤਕਾਲ ਹੋ ਜਾਣਗੇ, ਤੇ ਇਹਦੀ ਜਿਹੜੀ ਜਮ੍ਹਾਂਬੰਦੀ ਆ 2 ਸਾਲ ਬਾਅਦ ਹੀ ਬਣ ਜਾਣੀ ਚਾਹੀਦੀ ਹੈਗੀ ਹੈ। ਇੱਦਾਂ ਦਾ ਕੋਈ ਜਸਟੀਫਿਕੇਸ਼ਨ ਜੇ ਕਮਿਸ਼ਨਰ ਨੂੰ ਲੱਗਦੀ ਹੈ ਤਾਂ ਕਮਿਸ਼ਨਰ ਹੈਗਾ ਸਪੈਸ਼ਲ ਰਿਵੀਜ਼ਨ ਵੀ ਕਰਾ ਸਕਦਾ ਹੈ ਰੈਵਨਿਊ ਰਿਕਾਰਡ ਦੀ, ਉਸ ਰਿਕਾਰਡ ਆਫ ਰਾਈਟਸ ਦੀ, ਮਤਲਬ ਕਿ ਸਪੈਸ਼ਲ ਰਿਵੀਜ਼ਨ ਕਰਾ ਕੇ ਉਹਦੀ ਅਮੈਂਡਮੈਂਟ ਕਰਵਾ ਕੇ ਸਾਰੇ ਜਿੰਨੀਆਂ ਵੀ ਅਮੈਂਡਮੈਂਟਾਂ ਹੋਈਆਂ ਨੇ ਉਹਦੇ ਵਿੱਚ ਇਨਕਲੂਡ ਕੀਤੀਆਂ ਜਾ ਸਕਦੀਆਂ ਨੇ। ਰਿਕਾਰਡ ਆਫ ਰਾਈਟਸ ਫਾਰ ਐਨ ਸਟੇਟ requires special revision. The commissioner may by notification direct that record of rights be made or that the record of rights be specially revised as the case may be. ਵੀ ਇਸ ਜਿਹੜਾ ਰਿਕਾਰਡ ਆਫ ਰਾਈਟ ਹੈ ਇਹਨੂੰ ਸਪੈਸ਼ਲੀ ਤੌਰ ਤੇ ਰਿਵਾਈਜ਼ ਕਰ ਦਿੱਤਾ ਜਾਵੇ, ਉਹਦਾ ਨੋਟੀਫਿਕੇਸ਼ਨ ਕੀਤਾ ਜਾਵੇਗਾ। ਨੋਟੀਫਿਕੇਸ਼ਨ ਦੇ ਮੁਤਾਬਕ ਜਿਸ ਡੇਟ ਤੋਂ ਕਿਹਾ ਗਿਆ ਉਸ ਡੇਟ ਤੋਂ ਸਪੈਸ਼ਲ ਰਿਵੀਜ਼ਨ ਕੀਤੀ ਜਾ ਸਕਦੀ ਹੈ। पेन आ गया। सबसेक्शन 2 ਦੇ ਵਿੱਚ ਕੀ ਕਿਹਾ ਗਿਆ? ਦ ਨੋਟੀਫਿਕੇਸ਼ਨ ਮੇ ਬੀ ਡਾਇਰੈਕਟ that record of rights shall be made or specially revised for all or any states in any local area। ਆਪਦੇ ਲੋਕਲ ਏਰੀਆ ਦੇ ਵਿੱਚ, ਆਪਣੀ ਡਿਵੀਜ਼ਨ ਦੇ ਵਿੱਚ ਕਿਸੇ ਵੀ ਪਿੰਡ ਨੂੰ ਜਾਂ ਕੁਝ ਪਿੰਡਾਂ ਦਾ ਜਿਹੜਾ ਰਿਕਾਰਡ ਹੈ ਉਹਦੀ ਰਿਵੀਜ਼ਨ ਲਈ ਕਿਹਾ ਜਾ ਸਕਦਾ ਹੈਗਾ, ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਇਹ ਕਿਹਾ ਗਿਆ ਵੀ ਜੇਕਰ ਰਿਕਾਰਡ ਆਫ ਰਾਈਟ ਤੁਸੀਂ ਦੁਬਾਰਾ ਬਣਾਉਂਦੇ ਹੋ, ਠੀਕ ਹੈ, ਤਾਂ ਜੇ ਕੋਈ ਪ੍ਰਜੰਪਸ਼ਨ ਸਰਕਾਰ ਦੀ ਹੈਗੀ ਹੈ, ਸਰਕਾਰ ਦੇ ਫੇਵਰ ਦੀ ਵੀ ਕੋਈ ਗੱਲ ਕੀਤੀ ਗਈ ਹੈ, ਠੀਕ ਹੈ, ਤਾਂ ਉਹਦੇ ਵਿੱਚ ਕੋਈ ਜਿਹੜੀ ਹੈਗੀ ਹੈ ਬਿਨਾਂ ਲੋੜ ਤੋਂ ਜਿਹੜੀ ਅਮੈਂਡਮੈਂਟ ਹੈ ਉਹ ਨਹੀਂ ਕੀਤੀ ਜਾ ਸਕਦੀ। ਐਨੀ ਪ੍ਰਜੰਪਸ਼ਨ ਇਨ ਫੇਵਰ ਆਫ ਦਾ ਗਵਰਨਮੈਂਟ ਵਿਚ ਹੈਜ਼ ਆਲਰੇਡੀ ਅਰਾਈਜ਼ਨ ਫਰੋਮ ਐਨੀ ਪ੍ਰੀਵੀਅਸ ਰਿਕਾਰਡ, ਜੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਕੋਈ ਪ੍ਰਜੰਪਸ਼ਨ ਹੈਗੀ ਹੈ ਸਰਕਾਰ ਦੇ ਹੱਕ ਦੇ ਵਿੱਚ ਹੈਗੀ ਹੈ ਤਾਂ ਉਸ ਪ੍ਰਜੰਪਸ਼ਨ ਨੂੰ ਸਰਕਾਰ ਦੇ ਹੱਕ ਦੇ ਵਿੱਚ ਹੀ ਦਰਜ ਕਰਨਾ ਪਏਗਾ। ਸੈਕਸ਼ਨ 33 ਕੀ ਹੈ? ਐਨੂਅਲ ਰਿਕਾਰਡ। ਐਨੂਅਲ ਰਿਕਾਰਡ 'ਚ ਕੀ ਆ ਜਾਂਦਾ ਹੈ? ਐਨੂਅਲ ਰਿਕਾਰਡ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਜਮ੍ਹਾਂਬੰਦੀ ਦਾ ਹੋ ਗਈ 5 ਸਾਲ ਦਾ ਪੱਕਾ ਰਿਕਾਰਡ ਹੋ ਗਈ, ਤੇ ਉਹ ਜਮ੍ਹਾਂਬੰਦੀ ਨੂੰ ਅਪਡੇਟ ਕਰਨ ਦੀ ਖਾਤਰ ਸਮੇਂ-ਸਮੇਂ ਤੇ ਜਿਹੜੇ ਅਸੀਂ ਇੰਤਕਾਲ ਦਰਜ ਕਰਦੇ ਹਾਂ ਜਾਂ ਗਰਦੌਰੀ ਕਰਦੇ ਹਾਂ 6-6 ਮਹੀਨਿਆਂ ਬਾਅਦ, ਜਾਂ ਕੋਈ ਹੋਰ ਰਿਕਾਰਡ ਤਿਆਰ ਕੀਤਾ ਜਾਂਦਾ ਹੈਗਾ ਉਹਨੂੰ ਅਸੀਂ ਐਨੂਅਲ ਰਿਕਾਰਡ ਕਹਿੰਦੇ ਹਾਂ, ਜਾਂ ਕੋਈ ਲੱਠੇ 'ਚ ਅਮੈਂਡਮੈਂਟ ਕੀਤੀ ਜਾਂਦੀ ਹੈ। The collector shall cause to prepared by the Patwari Halka of the each state yearly or at such other intervals as the Financial Commissioner may prescribe an addition of the record of rights amended in accordance with the provisions of this chapter। ਸਮੇਂ-ਸਮੇਂ ਤੇ ਅਮੈਂਡਮੈਂਟ ਹੋ ਰਹੀ ਹੈ, ਜਿਵੇਂ ਇੰਤਕਾਲ ਪਰ ਦਰਜ ਕਰਦੇ ਹਾਂ ਐਨੂਅਲ ਰਿਕਾਰਡ ਜਿਹੜਾ ਹੈਗਾ, ਠੀਕ ਹੈ। ਦਿਸ ਐਡੀਸ਼ਨ ਆਫ ਰਿਕਾਰਡ ਆਫ ਰਾਈਟ ਸ਼ੈਲ ਬੀ ਕਾਲਡ ਦਾ ਐਨੂਅਲ ਰਿਕਾਰਡ। ਇਸ ਐਡੀਸ਼ਨਸ ਨੂੰ ਜਿਹੜੀਆਂ ਅਸੀਂ ਕਰਦੇ ਹਾਂ ਡੇਲੀ, ਜਿਵੇਂ ਡੇਲੀ ਰਜਿਸਟਰੀਆਂ ਹੁੰਦੀਆਂ ਨੇ, ਐਡੀਸ਼ਨਸ ਡੇਲੀ ਹੁੰਦੀਆਂ ਨੇ, ਰਫਟਾਂ ਡੇਲੀ ਪੈਂਦੀਆਂ ਨੇ, ਲੋਨ ਲੈ ਲਿਆ ਕਿਸੇ ਨੇ ਉਹ ਡੇਲੀ ਦਰਜ ਹੁੰਦਾ ਹੈਗਾ, ਠੀਕ ਹੈ, ਲੋਨ ਕਿਸੇ ਨੇ ਤਰਵਾ ਲਿਆ ਉਹ ਡੇਲੀ ਦਰਜ ਹੁੰਦਾ ਹੈ, ਕੋਈ ਸਿਵਲ ਕੋਰਟ ਤੋਂ ਕੋਈ ਸਟੇ ਦੀ ਆਰਡਰ ਲੈ ਆਇਆ, ਠੀਕ ਹੈ, ਉਹਦੀ ਐਂਟਰੀ ਪੈਣੀ ਹੈ ਜਮ੍ਹਾਂਬੰਦੀ ਦੇ ਵਿੱਚ, ਉਹ ਵੀ ਇਸ ਦਾ ਪਾਰਟ ਹੁੰਦਾ ਹੈ। ਕਿਸੇ ਨੇ ਐਂਟਰੀ ਕਟਵਾਉਣੀ ਹੈ ਉਹ ਵੀ ਦਾ ਪਾਰਟ ਹੁੰਦਾ ਹੈ। ਕੋਈ ਅਟੈਚਮੈਂਟ ਦਾ ਆਰਡਰ ਲੈ ਆਇਆ, ਕੋਈ ਬੋਲੀ ਦਾ ਆਰਡਰ ਲੈ ਆਇਆ, ਠੀਕ ਹੈ ਜੀ, ਉਹ ਸਾਰਾ ਐਨੂਅਲ ਰਿਕਾਰਡ ਦਾ ਪਾਰਟ ਹੁੰਦਾ ਹੈ। ਇਸ ਤਰੀਕੇ ਸਬਸੈਕਸ਼ਨ 3 ਦੇ ਵਿੱਚ ਕੀ ਕਿਹਾ ਗਿਆ? Register of petitions for the purpose of preparation of annual record, the collector shall cause to be kept by the Patwari Halka। Each state, ਹਰ ਪਿੰਡ ਦਾ, ਹਰ ਪਟਵਾਰੀ ਹਲਕੇ ਕੋਲੇ ਹਰ ਪਿੰਡ ਦਾ ਇੱਕ ਰਜਿਸਟਰ ਆਫ ਪਟੀਸ਼ਨ ਲੱਗਿਆ ਹੋਇਆ ਹੁੰਦਾ ਹੈ। ਸੱਚ ਰਜਿਸਟਰਸ ਐਜ਼ ਦਾ ਫਾਈਨੈਂਸ਼ੀਅਲ ਕਮਿਸ਼ਨਰ ਨੇ ਪ੍ਰਸਕ੍ਰਾਈਬ। ਇਸ ਰਜਿਸਟਰ ਦੇ ਵਿੱਚ ਸਮੇਂ-ਸਮੇਂ ਤੇ ਲੋੜ ਮੁਤਾਬਕ ਇਸ ਦੀ ਡੈਥ ਹੋ ਗਈ, ਉਹਦਾ ਵਿਰਾਸਤ ਦਾ ਇੰਤਕਾਲ ਦਰਜ ਹੋ ਗਿਆ, ਕਿਸੇ ਨੇ ਜ਼ਮੀਨ ਖਰੀਦ ਲਈ ਉਹਦਾ ਵੈਦਾ ਇੰਤਕਾਲ ਦਰਜ ਹੋ ਗਿਆ, ਕਿਸੇ ਨੇ ਜ਼ਮੀਨ ਗਹਿਣੇ ਪਾਤੀ ਉਹਦਾ ਗਹਿਣੇ ਦਾ ਇੰਤਕਾਲ ਦਰਜ ਹੋ ਗਿਆ, ਕਿਸੇ ਨੇ ਸੇਵਾ ਕਰ ਦਿੱਤੀ ਹੀਵੇ ਦਾ ਇੰਤਕਾਲ ਦਰਜ ਹੋ ਗਿਆ। ਸਾਰੇ ਜਿਹੜੇ ਹੈਗੇ ਇਹ ਐਨੂਅਲ ਰਿਕਾਰਡ ਦਾ ਹੀ ਪਾਰਟ ਹੁੰਦੇ ਆ। ਨੈਕਸਟ ਹੈਗਾ ਪ੍ਰੋਸੀਜਰ ਫਾਰ ਮੇਕਿੰਗ ਰਿਕਾਰਡਸ। ਉਹਦੇ ਵਿੱਚ ਕਿਹਾ ਗਿਆ ਵੀ ਪ੍ਰੋਸੀਜਰ ਕੀ ਹੈ, ਮੇਕਿੰਗ ਰਿਕਾਰਡ ਕਿਵੇਂ ਬਣਾਇਆ ਜਾਂਦਾ ਹੈ। ਮੇਕਿੰਗ ਆਫ ਦੈਟ ਪਾਰਟ ਆਫ ਦ ਐਨੂਅਲ ਰਿਕਾਰਡ ਵਿਚ ਰਿਲੇਟਸ ਟੂ ਦ ਲੈਂਡ ਓਨਰਸ ਅਸਾਈਨੀ ਐਂਡ ਰੈਵਨਿਊ ਆਫ ਰੈਵਨਿਊ ਐਂਡ ਆਕੂਪੈਂਸੀ ਏਜੰਟਸ। ਇਹ ਜਿਹੜਾ ਮਾਲਕਾਂ ਦਾ ਜਿਹੜਾ ਰਿਕਾਰਡ ਹੈ, ਜੇ ਉਹ ਆਕੂਪੈਂਸੀ ਏਜੰਟਸ ਹੋਣ ਉਹਨਾਂ ਦਾ ਰਿਕਾਰਡ ਹੈ, ਠੀਕ ਹੈ। ਆਕੂਪੈਂਸੀ ਏਜੰਟਸ ਬਾਰੇ ਆਪਾਂ ਪਿਛਲੇ ਲੈਕਚਰ ਪੜ੍ਹਿਆ ਸੀਗਾ। ਮਾਲਕਾਂ ਦਾ ਰਿਕਾਰਡ ਹੋਵੇ, ਆਕੂਪੈਂਸੀ ਏਜੰਟਸ ਦਾ ਰਿਕਾਰਡ ਹੋਵੇ, ਅਸਾਈਨੀ ਆਫ ਰੈਵਨਿਊ ਦਾ ਰਿਕਾਰਡ ਹੋਵੇ, ਐਨੀ ਪਰਸਨ ਇਨਕੁਆਇਰਿੰਗ ਬਾਈ ਇਨਹੈਰੀਟੈਂਸ, ਕੋਈ ਵੀ ਵਿਅਕਤੀ ਜਦੋਂ ਉਹ ਕਿਸੇ ਵਿਰਾਸਤ ਦੇ ਰਾਹੀਂ ਜਾਂ ਕਿਸੇ ਪਰਚੇਜ ਦੇ ਰਾਹੀਂ, ਰਜਿਸਟਰੀ ਰਾਹੀਂ ਜਾਂ ਕਿਸੇ ਮੌਰਗੇਜ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਰਾਹੀਂ ਜਦੋਂ ਵੀ ਕੋਈ ਰਾਈਟ ਐਕਵਾਇਰ ਕਰਦਾ ਹੈ ਲੈਂਡ ਓਨਰ,
ਕਿਸੇ ਸਟੇਟ ਦੇ ਵਿੱਚ ਕਿਸੇ ਜ਼ਮੀਨ ਦੇ ਸੰਬੰਧ ਵਿੱਚ ਕੋਈ ਜਿਹੜਾ ਲੈਂਡ ਓਨਰ ਦੇ ਮਤਲਬ ਕਿ ਰਾਈਟਸ ਪ੍ਰਾਪਤ ਕਰਦਾ ਹੈਗਾ, ਚਾਹੇ ਉਹ ਜਾਂ ਫਿਰ ਲੈਂਡ ਨੂੰ ਅਸਾਈਨ ਹੁੰਦਾ ਉਸ ਨੂੰ, ਜਾਂ ਫਿਰ ਉਹਨਾਂ ਦੇ ਕੋਈ ਟੈਨੈਂਟ ਹੈ ਹੈਵਿੰਗ ਰਾਈਟ ਆਫ ਆਕੂਪੈਂਸੀ ਹੈ, ਜਾਂ ਜਿਹਦੇ ਕੋਲੇ ਆਕੂਪੈਂਸੀ ਰਾਈਟ ਦੇ ਅਧਿਕਾਰ ਹੁੰਦੇ ਹਨ, ਜਾਂ ਇਦਾਂ ਦਾ ਕੋਈ ਟੈਨੈਂਟ ਹੈ, ਸ਼ੈਲ ਰਿਪੋਰਟ ਹਿਜ ਐਕੁਜੀਸ਼ਨ। ਮਤਲਬ ਕਹਿਣ ਦਾ ਭਾਵ ਹੈ ਜਿਹੜਾ ਪਹਿਲੇ ਐਂਟਰੀਆਂ ਹੋਈਆਂ ਤਾਂ ਠੀਕ ਹੈ, ਪਰ ਜਦੋਂ ਕੋਈ ਨਵੇਂ ਰਾਈਟਸ ਅਕਵਾਇਰ ਕਰਦਾ ਹੈ ਕਿਸੇ ਵੀ ਤਰੀਕੇ ਦੇ ਰਾਹੀਂ, ਰਜਿਸਟਰੀ ਰਾਹੀਂ, ਕਿਸੇ ਹੋਰ ਕਾਰਨ ਰਾਹੀਂ, ਕਿਸੇ ਕੋਰਟ ਦੇ ਆਰਡਰ ਦੇ ਰਾਹੀਂ, ਠੀਕ ਹੈ, ਤਾਂ ਉਹ ਪਟਵਾਰੀ ਹਲਕਾ ਕੋਲੇ ਜਾ ਕੇ ਆਪਣੀ ਜਿਹੜੀ ਰਿਪੋਰਟ ਹੈ ਉਹ ਦੇਵੇਗਾ ਵੀ ਮੈਨੂੰ ਜਿਹੜੀ ਇਸ ਰਜਿਸਟਰੀ ਮੈਨੂੰ ਆਹ ਅਧਿਕਾਰ ਮਿਲਿਆ, ਜਾਂ ਵਿਰਾਸਤ ਹੋਈ ਹੈ, ਫਲਾਣੇ ਬੰਦੇ ਦੀ ਡੈਥ ਹੋ ਗਈ, ਮੈਨੂੰ ਉਹਦੀ ਜਿਹੜੀ ਵਿਰਾਸਤ ਹੈ ਮੇਰੇ ਨਾਲ ਚੜ੍ਹਨੀ ਚਾਹੀਦੀ ਹੈ, ਤਾਂ ਆਪਦੀ ਜਿਹੜੀ ਰਿਪੋਰਟ ਹੈ ਉਹ ਐਪਲੀਕੇਸ਼ਨ ਦੇ ਕੇ ਨਾਲ ਉਹ ਕੰਸਰਨ ਡਾਕੂਮੈਂਟ ਲਗਾ ਕੇ ਪਟਵਾਰੀ ਹਲਕਾ ਨੂੰ ਉਹ ਰਿਪੋਰਟ ਕਰੇਗਾ ਵੀ ਇਦਾਂ ਕਰਕੇ ਮੇਰਾ ਇਹ ਇੰਪਲੀਮੈਂਟ ਕੀਤਾ ਜਾਵੇ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਵੀ ਜੇ ਕੋਈ ਮਾਈਨਰ ਅਧਿਕਾਰ ਪ੍ਰਾਪਤ ਕਰਦਾ ਹੈ ਤਾਂ ਉਹਦੀ ਥਾਂ ਤੇ ਜਿਹੜੀ ਰਿਪੋਰਟ ਹੈ ਉਹ ਕੌਣ ਕਰੇਗਾ, ਤਾਂ ਉਹਦਾ ਜਿਹੜਾ ਗਾਰਡੀਅਨ ਹੈਗਾ, ਠੀਕ ਹੈ, ਉਹ ਰਿਪੋਰਟ ਕਰੇਗਾ ਪਟਵਾਰੀ ਹਲਕਾ। ਸਬਸੈਕਸ਼ਨ 34 ਦਾ 3 ਕੀ ਹੈ, ਬਹੁਤ ਇੰਪੋਰਟੈਂਟ ਚੈਪਟਰ ਹੈ ਇਹ, ਸੈਕਸ਼ਨ ਹੈ 34, ਇਹਦੇ ਤੇ ਕੁਐਸਚਨ ਜ਼ਰੂਰ ਆਉਂਦਾ ਹੈ। ਪਟਵਾਰੀ ਹਲਕਾ ਸ਼ੈਲ ਐਂਟਰ ਇਨ ਹਿਸ ਰਜਿਸਟਰ ਨੋਟੇਸ਼ਨ ਐਵਰੀ ਰਿਪੋਰਟ, ਜਦੋਂ ਉਹਨੂੰ ਕੋਈ ਰਿਪੋਰਟ ਪ੍ਰਾਪਤ ਹੁੰਦੀ ਹੈ ਇਦਾਂ ਦੀ, ਠੀਕ ਹੈ, 34 ਦੇ 1 ਦੇ ਵਿੱਚ ਜਾਂ 2 ਦੇ ਰਾਹੀਂ ਕੋਈ ਰਿਪੋਰਟ ਪ੍ਰਾਪਤ ਹੁੰਦੀ ਹੈ ਤਾਂ ਉਹ ਆਪਦੇ ਇੰਤਕਾਲ ਰਜਿਸਟਰ ਦੇ ਵਿੱਚ ਐਂਟਰੀ ਪਾਏਗਾ। ਜੋ ਵੀ ਉਹਨੂੰ ਰਿਪੋਰਟ ਪ੍ਰਾਪਤ ਹੋਈ ਹੁੰਦੀ ਹੈ ਉਸ ਰਿਪੋਰਟ ਦੇ ਮੁਤਾਬਕ ਆਪਣੇ ਰਜਿਸਟਰ ਦੇ ਵਿੱਚ ਉਹ ਇੰਤਕਾਲ ਦਰਜ ਕਰੇਗਾ, ਜਾਂ ਫਿਰ ਆਫਟਰ ਜਮਚਾ ਦਰਜ ਕਰੇਗਾ, ਜੋ ਵੀ ਉਹਨੂੰ ਲੱਗਦਾ ਹੈ ਵੀ ਕੀ ਦਰਜ ਕਰਨਾ ਬਣਦਾ ਹੈ ਉਹ ਦਰਜ ਕਰੇਗਾ। ਰੈਵਨਿਊ ਆਫਿਸਰ ਸ਼ੈਲ ਫਰੋਮ ਟਾਈਮ ਟੂ ਟਾਈਮ ਇਨਕੁਆਇਰੀ ਇਨਟੂ ਦਾ ਕਰੈਕਟਨੈਸ ਆਫ ਦਾ ਆਲ ਐਂਟਰੀਜ਼ ਇਨ ਦਾ ਰਜਿਸਟਰ ਆਫ ਨੋਟੇਸ਼ਨਸ। ਜਦੋਂ ਫਿਰ ਰੈਵਨਿਊ ਆਫਿਸਰ ਕੋਲੇ ਜਾਂਦਾ ਰਜਿਸਟਰ, ਤੇ ਰੈਵਨਿਊ ਆਫਿਸਰ ਫਿਰ ਉਸ ਜਿਹੜੇ ਵੀ ਐਂਟਰੀ ਉਹਨੇ ਪਾਈ ਹੁੰਦੀ ਹੈ ਪਟਵਾਰੀ ਹਲਕਾ ਨੇ, ਉਹਦੀ ਜਿਹੜੀ ਹੈਗੀ ਆ ਇਨਕੁਆਇਰੀ ਕਰੇਗਾ। ਇਨਕੁਆਇਰੀ ਕਰਕੇ ਜੇ ਉਹਨੂੰ ਲੱਗਦਾ ਵੀ ਇਹ ਐਂਟਰੀ ਠੀਕ ਹੈ, ਮੇਕ ਸੱਚ ਆਰਡਰ ਐਜ਼ ਹੀ ਥਿੰਕਸ ਫਿਟ, ਤਾਂ ਫਿਰ ਉਹ ਆਰਡਰ ਜਿਹੜਾ ਉਹਨੂੰ ਠੀਕ ਲੱਗਦਾ ਹੈ ਰੈਵਨਿਊ ਆਫਿਸਰ ਨੂੰ, ਉਸ ਐਂਟਰੀ ਦੇंगे, ਉਸ ਇੰਤਕਾਲ ਦੇ ਉੱਪਰ, ਠੀਕ ਹੈ, ਵਿਦ ਰਿਸਪੈਕਟ ਟੂ ਦ ਐਂਟਰੀ ਇਨ ਦ ਐਨੂਅਲ ਰਿਕਾਰਡ ਆਫ ਦਾ ਰਾਈਟ ਰਿਕੁਆਇਰਡ, ਵੀ ਹਾਂ ਇਸ ਫਲਾਣੇ ਬੰਦੇ ਨੇ ਜਿਹੜੇ ਇੰਤਕਾਲ ਇਸ ਰਜਿਸਟਰੀ ਦੇ ਰਾਹੀਂ ਇਹ ਮਾਲਕਮਨ ਹੈ, ਠੀਕ ਹੈ, ਜਾਂ ਫਿਰ ਇਹਦੇ ਕੋਲ ਜ਼ਮੀਨ ਕਹਿੰਦੇ ਲਈ ਹੈ, ਜਾਂ ਇਸਨੇ ਇਹ ਮਤਲਬ ਕਿ ਐਕਸਚੇਂਜ ਕੀਤੀ ਹੈ, ਜਾਂ ਵਿਰਾਸਤ ਨੂੰ ਮਿਲੀ ਹੈ, ਤਾਂ ਰੈਵਨਿਊ ਆਫਿਸਰ ਜਿਹੜਾ ਹੈਗਾ ਉਹਦੀ ਇਨਕੁਆਇਰੀ ਕਰਕੇ ਤਾਂ ਉਹ ਜਿਹੜਾ ਵੀ ਆਰਡਰ ਨੂੰ ਠੀਕ ਸਮਝਦਾ ਹੈਗਾ ਉਹ ਆਰਡਰ ਪਾਸ ਕਰੇਗਾ ਉਸ ਇੰਤਕਾਲ ਦੇ। Subsection 5 ਕੀ ਕਿਹਾ ਗਿਆ, such an entry shall be made by the insertion in the record of description of the right acquired and by the omission from the record of, ਮਤਲਬ ਦੇਖੋ ਇਹ ਐਂਟਰੀ ਕਿਵੇਂ ਹੋਏਗੀ, ਇੱਕ ਦੇ ਰਾਈਟਸ ਖਤਮ ਕਰ ਦਿੱਤੇ ਜਾਣਗੇ, ਦੂਜੇ ਦੇ ਰਾਈਟ ਕ੍ਰੀਏਟ ਕਰ ਦਿੱਤੇ ਜਾਣਗੇ। ਜੇ ਇੱਕ ਬੰਦੇ ਨੇ ਜ਼ਮੀਨ ਸੇਲ ਕੀਤੀ ਹੈ ਉਹਨੂੰ omit ਕਰ ਦਿੱਤਾ ਜਾਵੇਗਾ, ਜਿਹਨੇ ਪਰਚੇਜ ਕੀਤਾ ਹੈ, ਠੀਕ ਹੈ, ਉਹਦੇ ਰਾਈਟ ਅਕਵਾਇਰ ਕਰ ਦਿੱਤੇ ਜਾਣਗੇ। Section 35 making of that part of the annual record which relates to the other persons. The acquisition of such interest, ਜਦੋਂ ਕੋਈ ਪਟਵਾਰੀ ਹਲਕਾ ਕੋਲ ਵੱਲੋਂ ਕੋਈ ਐਂਟਰੀ ਰੈਵਨਿਊ ਆਫਿਸਰ ਕੋਲ ਪੇਸ਼ ਕੀਤੀ ਜਾਂਦੀ ਹੈ, ਇੰਤਕਾਲ ਦਰਜ ਕੀਤਾ ਜਾਂਦਾ, ਦਰਜ ਕਰਕੇ ਪੇਸ਼ ਕੀਤਾ ਜਾਂਦਾ ਹੈ, ਜੇ ਤਾਂ ਉਹ ਅਨਡਿਸਪਿਊਟਡ ਹੋਵੇ, ਠੀਕ ਹੈ, in such manner as the financial commissioner may by rules, ਤਾਂ ਜੋ ਰੂਲਸ ਉੱਪਰ ਦਿਖਾਏ ਗਏ ਸੀ ਸੈਕਸ਼ਨ 34 ਦੇ ਵਿੱਚ, ਤਾਂ ਰੈਵਨਿਊ ਆਫਿਸਰ ਵੱਲੋਂ ਉਦਾਂ ਦਾ ਜਿਹੜਾ ਹੈਗਾ ਆਰਡਰ ਪਾਸ ਕਰ ਦਿੱਤਾ ਜਾਵੇਗਾ। ਪਰ ਇਫ ਇਟ ਇਜ਼ ਡਿਸਪਿਊਟਡ, ਜੇ ਕੋਈ ਐਂਟਰੀ ਹੈ ਇੰਤਕਾਲ ਦਰਜ ਕੀਤਾ ਗਿਆ ਹੈ ਉਹਦੇ ਦੇ ਰਿਗਾਰਡਿੰਗ ਕੋਈ ਡਿਸਪਿਊਟ ਕ੍ਰੀਏਟ ਹੁੰਦਾ ਹੈ, ਕੋਈ ਵਿਅਕਤੀ ਕਹਿੰਦਾ ਇਹ ਗਲਤ ਹੈ, ਕੋਈ ਕਹਿੰਦਾ ਇਹ ਠੀਕ ਹੈ, ਠੀਕ ਹੈ, ਵੀ ਐਂਟਰਡ ਬਾਈ ਦਾ ਪਟਵਾਰੀ ਇਨ ਦਾ ਰਜਿਸਟਰ ਆਫ ਨੋਟੇਸ਼ਨਸ ਐਂਡ ਡੈਲਟ ਵਿਦ ਦਾ ਮੈਨਰ ਪ੍ਰਸਕ੍ਰਾਈਬਡ ਸਬ ਸੈਕਸ਼ਨ 4 ਐਂਡ 5, ਸੈਕਸ਼ਨ ਜਿਹੜੀ 34 ਹੈ ਉਹਦੇ ਸਬ ਸੈਕਸ਼ਨ 4 ਤੇ 5 ਦੇ ਤਹਿਤ ਉਹਨੂੰ ਡੀਲ ਕਰੇਗਾ। ਮਤਲਬ ਇਨਕੁਆਇਰੀ ਕਰਕੇ ਜਿਹੜਾ ਹੈਗਾ ਉਹਦਾ ਫੈਸਲਾ ਕੀਤਾ ਜਾਵੇਗਾ, ਜਿਹੜਾ ਜੋ ਵੀ ਆਰਡਰ ਨੂੰ ਠੀਕ ਲੱਗੇਗਾ ਰੈਵਨਿਊ ਆਫਿਸਰ ਨੂੰ ਉਹ ਪਾਸ ਕਰ ਦਿੱਤਾ ਜਾਵੇਗਾ। ਫਿਰ ਕੀ ਹੈ, ਸੈਕਸ਼ਨ 36 ਕੀ ਹੈਗਾ, ਡਿਟਰਮੀਨੇਸ਼ਨ ਆਫ ਡਿਸਪਿਊਟਸ, ਇਹ ਰਿਗਾਰਡਿੰਗ ਪੋਜੈਸ਼ਨ ਨੂੰ ਲੈ ਕੇ ਹੈਗਾ, ਵੀ ਜੇਕਰ ਰਿਕਾਰਡ ਦੀ ਰਿਵੀਜ਼ਨ ਦੇ ਸੰਬੰਧ ਵਿੱਚ ਇਫ ਡਿਊਰਿੰਗ ਦਾ ਮੇਕਿੰਗ ਰਿਕਾਰਡ ਬਣਾ ਵੇਲੇ ਜਾਂ ਰਿਵੀਜ਼ਨ ਕਰਨ ਵੇਲੇ ਜਾਂ ਪ੍ਰੈਪਰੇਸ਼ਨ ਆਫ ਐਨੀ ਰਿਕਾਰਡ ਕਰਨ ਵੇਲੇ ਕੋਰਸ ਆਫ ਦਾ ਐਨੀ ਇਨਕੁਆਇਰੀ, ਜਦੋਂ ਕੋਈ ਇਨਕੁਆਇਰੀ ਕੀਤੀ ਜਾਂਦੀ ਹੈ ਰੈਵਨਿਊ ਆਫਿਸਰ ਵੱਲੋਂ, ਡਿਸਪਿਊਟਸ ਅਰਾਈਜ਼ਸ ਐਜ਼ ਟੂ ਦਾ ਮੈਟਰ which an entry is to be made in record, ਕਿਸੇ ਜਿਹੜੀ ਐਂਟਰੀ ਕੀਤੀ ਹੈ ਉਹਨੂੰ ਲੈ ਕੇ ਰਜਿਸਟਰ ਆਫ ਨੋਟੇਸ਼ਨ ਕੋਈ ਇੰਤਕਾਲ ਦਰਜ ਕੀਤਾ ਗਿਆ ਉਹਨੂੰ ਲੈ ਕੇ ਰੈਵਨਿਊ ਆਫਿਸਰ ਮੇ ਆਫ ਹਿਸ ਓਨ ਮੋਸ਼ਨ, ਜਾਂ ਕਿਸੇ ਪਾਰਟੀ ਨੇ ਅਰਜ਼ੀ ਦਿੱਤੀ ਹੋਵੇ ਰੈਵਨਿਊ ਆਫਿਸਰ ਕੋਲੇ ਵੀ ਇਹ ਜਿਹੀ ਐਂਟਰੀਆਂ ਗਲਤ ਪਾਈਆਂ ਪਟਵਾਰੀ ਹਲਕਾ ਨੇ, ਠੀਕ ਹੈ, ਜਾਂ ਰੈਵਨਿਊ ਆਫਿਸਰ ਨੂੰ ਖੁਦ ਲੱਗੇ ਵੀ ਹਾਂ ਇਹ ਐਂਟਰੀ ਗਲਤ ਹੈਗੀ ਹੈ ਜਾਂ ਡਿਸਪਿਊਟਡ ਹੈਗੀ ਹੈ ਐਨੀ ਪਾਰਟ,
or on the application of any party interested, but subject to the presence of next following sections. Determine the entry to be made as to that matter। ਤਾਂ ਉਹਨੂੰ determine ਕੀਤਾ ਜਾਵੇਗਾ, ਉਹਦੇ ਤੇ determine ਕੀਤਾ ਜਾਵੇਗਾ, ਉਹਦੀ ਮਤਲਬ ਕਿ ਇਨਕੁਆਇਰੀ ਕੀਤੀ ਜਾਏਗੀ ਪ੍ਰੋਪਰ ਤਰੀਕੇ ਦੇ ਨਾਲ ਵੀ ਇਹ ਐਪਲੀਕੇਸ਼ਨ ਠੀਕ ਹੈ ਜਾਂ ਗਲਤ ਹੈ ਕੀ ਹੈਗਾ, ਉਹਦੇ ਅਕੋਰਡਿੰਗ ਪਾਸ ਕੀਤਾ। ਪਰ ਸਬਸੈਕਸ਼ਨ 2 ਚ ਦਰਸਾਇਆ ਗਿਆ ਹੈਗਾ ਵੀ ਜੇ ਰੈਵਨਿਊ ਆਫੀਸਰ ਨੂੰ is unable to satisfy himself which of the practice parties thereto are in possession, ਜੇਕਰ ਕਬਜ਼ੇ ਨੂੰ ਲੈ ਕੇ ਅਨਸਰਟਨ ਹੈ, ਰੈਵਨਿਊ ਆਫੀਸਰ ਨੂੰ ਪਤਾ ਨਹੀਂ ਲੱਗਦਾ, ਡਾਊਟਫੁਲ ਹੈਗਾ ਵੀ ਕਿਹੜੀ ਪਾਰਟੀ ਜਿਹੜੀ ਕਬਜ਼ੇ ਦੇ ਵਿੱਚ ਹੈਗੀ ਹੈ ਇਸ ਜ਼ਮੀਨ ਦੇ ਸੰਬੰਧ ਵਿੱਚ of any property to which the dispute relates, he shall ascertain by summary inquiry। ਤਾਂ ਰੈਵਨਿਊ ਆਫੀਸਰ ਵੱਲੋਂ ਸਮਰੀ ਇਨਕੁਆਇਰੀ ਕੀਤੀ ਜਾਵੇਗੀ, ਪਿੰਡ ਜਾ ਕੇ ਮੌਕੇ ਤੇ ਜਾ ਕੇ ਇਨਕੁਆਇਰੀ ਕੀਤੀ ਜਾਵੇਗੀ। who is the person best entitled, ਵੀ ਕਿਹੜਾ ਵਿਅਕਤੀ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਕਬਜ਼ੇ ਵਿੱਚ ਹੈਗਾ, ਕਿਹਨੂੰ ਡਿਸਪੋਸੈਸ ਕੀਤਾ ਗਿਆ ਹੈਗਾ, ਇਨਫੈਕਟ ਕਿਹੜਾ ਵਿਅਕਤੀ ਕਬਜ਼ੇ ਵਿੱਚ ਸੀਗਾ, and shall by order direct that the person be put in possession। ਤਾਂ ਜਿਹੜਾ ਹੈਗਾ ਆਰਡਰ ਕਰ ਸਕਦਾ ਹੈ ਕਿ ਇਹ ਵਿਅਕਤੀ ਪਹਿਲਾਂ ਕਬਜ਼ੇ ਵਿੱਚ ਸੀਗਾ, ਇਹਨੂੰ ਰੋਂਗਲੀ ਡਿਸਪੋਸੈਸ ਕੀਤਾ ਗਿਆ ਹੈਗਾ, ਇਸ ਨੂੰ ਕਬਜ਼ਾ ਦਿਵਾਇਆ ਜਾਵੇ। ਇਹ ਰੈਵਨਿਊ ਆਫੀਸਰ ਜਿਹੜਾ ਹੈਗਾ ਆਰਡਰ ਪਾਸ ਕਰ ਸਕਦਾ ਹੈ। ਐਂਡ ਦੈਟ ਐਨ ਐਂਟਰੀ ਇਨ ਅਕੋਰਡੈਂਸ ਵਿਦ ਦੈਟ ਆਰਡਰ ਬੀ ਮੇਡ ਇਨ ਦਾ ਰਿਕਾਰਡ ਆਫ ਰਜਿਸਟਰ। ਤਾਂ ਫਿਰ ਉਹ ਜਿਹੜੀ ਐਂਟਰੀ ਹੈ ਜੋ ਮਤਲਬ ਕਿ ਰੈਵਨਿਊ ਆਫੀਸਰ ਵੱਲੋਂ ਇਨਕੁਆਇਰੀ ਕਰਕੇ ਜਿਹਨੂੰ ਕਬਜ਼ਾ ਦਿਵਾਇਆ ਗਿਆ, ਉਹ ਐਂਟਰੀ ਨੂੰ ਹੀ ਜਿਹੜਾ ਰਜਿਸਟਰ ਆਫ ਮਟੀਸ਼ਨ ਦੇ ਵਿੱਚ ਹੈਗਾ ਐਂਟਰ ਕੀਤਾ ਜਾਵੇਗਾ। Subsection 336 attraction of a revenue officer under subsection 2 shall be subject to any decree or order। ਕਹਿੰਦਾ ਵੀ ਜੋ subsection 2 ਦੇ ਵਿੱਚ ਰੈਵਨਿਊ ਆਫੀਸਰ ਵੱਲੋਂ ਕਿਸੇ ਦੇ ਕਬਜ਼ੇ ਸੰਬੰਧੀ ਕੋਈ ਆਰਡਰ ਪਾਸ ਕੀਤਾ ਗਿਆ ਹੈ, that order will be subject to the order of the civil court। ਜੇ ਸਿਵਲ ਕੋਰਟ ਦਾ ਕੋਈ ਆਰਡਰ ਹੋਰ ਆ ਜਾਂਦਾ ਹੈ, ਉਸ ਆਰਡਰ ਦੇ ਅਗੇਂਸਟ ਆ ਜਾਂਦਾ ਹੈ, ਤਾਂ ਸਿਵਲ ਕੋਰਟ ਦਾ ਜਿਹੜਾ ਆਰਡਰ ਹੈ ਉਹ ਪ੍ਰਵੇਲ ਕਰੇਗਾ। Section 37 restrictions on the variations of the entries in the record। ਚਲੋ ਅੱਗੇ ਚਲੋ ਜੀ। ਸਰਕਾਰੀ ਫੀਸ, ਮੋਟੇਸ਼ਨ ਫੀਸ ਜੇ ਉਹ ਆਪਾਂ ਨੂੰ ਪਤਾ ਹੈ ਹੁਣ ਜਿਹੜੀ ਹੈਗੀ ਹੈ ਉਹ ਲਈ ਜਾਂਦੀ ਹੈ ਇੰਤਕਾਲ ਦੀ 600 ਰੁਪਏ ਸ਼ਾਇਦ ਸਟੇਟ ਗਵਰਨਮੈਂਟ ਵੱਲੋਂ ਫਿਕਸ ਕੀਤੀ ਜਾਂਦੀ ਹੈ, ਸਮੇਂ-ਸਮੇਂ ਤੇ ਇਸ ਤਬਦੀਲੀ ਕੀਤੀ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ 39 very important ਹੈ, penalty for neglect to report acquisition of any rights referred to in subsection 34। ਅਸੀਂ ਪੜ੍ਹਿਆ ਸੀ ਸੈਕਸ਼ਨ 34 ਦੇ ਵਿੱਚ ਕੀ ਹੈ, ਕੋਈ ਵਿਅਕਤੀ ਜਦੋਂ ਰਾਈਟਸ ਐਕਵਾਇਰ ਕਰਦਾ ਹੈ, ਕੋਈ ਜ਼ਮੀਨ ਖਰੀਦਦਾ ਪਰਚੇਜ ਕਰਦਾ ਵਿਰਾਸਤ ਨੂੰ ਆਉਂਦੀ ਹੈ, ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਪਟਵਾਰੀ ਹਲਕਾ ਕੋਲ ਜਾ ਕੇ ਰਿਪੋਰਟ ਕਰੇਗਾ। ਪਰ ਸੈਕਸ਼ਨ 39 ਦੇ ਵਿੱਚ ਕਿਹਾ ਗਿਆ ਵੀ ਜੇ ਕੋਈ ਵਿਅਕਤੀ ਕੋਈ ਆਪਦੀ ਜਿਹੜੀ ਉਹਨੇ ਰਿਪੋਰਟ ਦੇਣੀ ਬਣਦੀ ਹੈ ਪਟਵਾਰੀ ਹਲਕਾ ਨੂੰ ਜਾ ਕੇ ਰਿਪੋਰਟ ਨਹੀਂ ਕਰਦਾ, ਨੈਗਲੈਕਟ ਕਰਦਾ ਹੈਗਾ, ਠੀਕ ਹੈ, ਤਾਂ ਉਹਨੂੰ ਕੀ ਹੈ ਪੈਨਲਟੀ ਲਗਾਈ ਜਾ ਸਕਦੀ ਹੈ 3 months 3 ਮਹੀਨੇ ਦੇ ਅੰਦਰ ਐਨੀ ਪਰਸਨ ਨੈਗਲੈਕਟਿੰਗ ਟੂ ਮੇਕ ਦਾ ਰਿਪੋਰਟ ਰਿਕੁਆਇਰਡ ਬਾਈ ਸੈਕਸ਼ਨ 34। ਸੈਕਸ਼ਨ 34 ਦੇ ਵਿੱਚ ਜੋ ਰਿਕੁਆਇਰਮੈਂਟ ਹੈਗੀ ਹੈ ਵਿਅਕਤੀ ਦੀ ਜਿਹਨੇ ਜਾ ਕੇ ਰਿਪੋਰਟ ਦੇਣੀ ਹੈ, ਵਿਦਿਨ 3 months 3 ਮਹੀਨੇ ਦੇ ਅੰਦਰ ਰਿਪੋਰਟ ਆਪਣੀ ਨਹੀਂ ਦਿੰਦਾ ਹੈਗਾ ਫਰੋਮ ਦਾ ਡੇਟ ਆਫ ਦਾ ਐਕੁਜੀਸ਼ਨ, ਜਦੋਂ ਉਹਨੇ ਰਾਈਟ ਰਿਕੁਆਇਰ ਕੀਤੇ ਹੈ ਉਹਦੇ 3 ਮਹੀਨੇ ਦੇ ਅੰਦਰ ਜਾ ਕੇ ਰਿਪੋਰਟ ਆਪਣੀ ਨਹੀਂ ਦਿੰਦਾ, ਤਾਂ ਜਿਹੜਾ ਕਲੈਕਟਰ ਹੈਗਾ ਉਸਨੂੰ ਫਾਈਨ ਲਗਾ ਸਕਦਾ ਹੈ। ਫਾਈਨ ਕਿੰਨਾ ਹੋ ਸਕਦਾ ਹੈ, ਨਾਟ ਐਕਸੀਡਿੰਗ 5 times ਆਫ ਦਾ ਅਮਾਊਂਟ ਆਫ ਦਾ ਫੀਸ। ਜਿੰਨੀ ਸਰਕਾਰੀ ਫੀਸ ਉਸ ਕੰਮ ਦੀ ਬਣੇਗੀ ਤਾਂ ਉਹਦਾ ਜਿਹੜਾ ਹੈਗਾ 5 ਗੁਣੇ ਤੋਂ ਵੱਧ ਘੱਟ ਜਿਹੜਾ ਹੈਗਾ ਫਾਈਨ ਜੁਰਮਾਨਾ ਉਸ ਵਿਅਕਤੀ ਨੂੰ ਲਗਾਇਆ ਜਾ ਸਕਦਾ ਹੈ ਕਿ ਉਹਨੇ ਜਾ ਕੇ ਸਮੇਂ ਤੇ ਆਪਣੀ ਜਿਹੜੀ ਰਿਪੋਰਟ ਹੈ ਨਹੀਂ ਪੇਸ਼ ਕੀਤੀ ਪਟਵਾਰੀ ਹਲਕਾ ਕੋਲ। Then section 40 ਹੈ obligation to furnish information necessary for the preparation of record। ਇਹ ਵੀ ਉਹੀ ਗੱਲ ਹੈਗੀ ਹੈ, any person whose rights, interests or liabilities are required to be entered in any record under this chapter shall be bound to furnish। ਸੈਕਸ਼ਨ 34 ਚ ਵੀ ਕਿਹਾ ਗਿਆ ਵੀ ਵਿਅਕਤੀ ਬਾਉਂਡ ਹੈ, ਇੱਥੇ ਸੈਕਸ਼ਨ 40 ਜਾ ਕੇ ਫਿਰ ਉਹਨੇ ਗੱਲ ਕਰਤੀ ਵੀ ਉਹ ਵਿਅਕਤੀ ਜਿਸ ਨੇ ਕੋਈ ਰਾਈਟਸ ਜਾਂ ਲਾਇਬਿਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਬਾਉਂਡ ਹੈਗਾ ਟੂ ਫਰਨਿਸ਼ on the requisition of any revenue officer or village officer engaged in compiling the record all the information necessary for the correct compilation। ਤਾਂ ਕਿ ਜਿਹੜਾ ਰਿਕਾਰਡ ਹੈ ਉਹਦੀ ਉਹਨੂੰ ਪ੍ਰੋਪਰ ਤਰੀਕੇ ਨਾਲ ਕੰਪਾਈਲ ਕੀਤਾ ਜਾ ਸਕੇ, ਉਹਨੂੰ ਪ੍ਰੋਪਰ ਤਰੀਕੇ ਨਾਲ ਅਪਡੇਟ ਕੀਤਾ ਜਾ ਸਕੇ, ਚਾਹੇ ਉਹ ਰੈਵਨਿਊ ਆਫਿਸ ਕੋਲ ਜਾ ਕੇ ਆਪਣੀ ਰਿਪੋਰਟ ਦੇਵੇਗਾ, ਐਪਲੀਕੇਸ਼ਨ ਦੇਵੇਗਾ, ਜਾਂ ਫਿਰ ਪਟਵਾਰੀ ਹਲਕਾ ਕੋਲ ਰਿਪੋਰਟ ਦੇਵੇਗਾ, ਅਰਜੀ ਦੇਵੇਗਾ। ਇਹ ਸੈਕਸ਼ਨ 40 ਦੇ ਵਿੱਚ ਵੀ ਬਾਰ-ਬਾਰ ਦਰਸਾਇਆ ਗਿਆ ਹੈਗਾ। ਕਿੰਨਾ ਟਾਈਮ ਹੋ ਗਿਆ ਜੀ?
बात हो गई 15 मिनट हो। नेक्स्ट चैप्टर आ गया जी, चैप्टर 4 ਰਾਈਟਸ ਆਫ ਦਾ ਗਵਰਨਮੈਂਟ। ਹੁਣ ਲੈਂਡ ਐਕਟ ਦੇ ਵਿੱਚ ਕੀ ਕਿਹਾ ਹੈ, ਕੁਝ ਜਿਵੇਂ ਆਪਾਂ ਦੇਖਦੇ ਹਾਂ ਮਾਈਨਿੰਗ ਹੁੰਦੀਆਂ ਨੇ, ਠੀਕ ਹੈ, ਰੇਤਾ ਨਿਕਲਦਾ ਹੈ, ਕਈ ਥਾਂ ਤੋਂ ਪੱਥਰ ਨਿਕਲਦਾ, ਮਾਰਬਲ ਨਿਕਲਦਾ, ਕਿਤੇ ਗੋਲਡ ਦੀਆਂ ਖਾਣਾਂ ਵੀ ਨਿਕਲਦੀਆਂ ਨੇ, ਕਿਤੇ ਵੱਖਰੀਆਂ ਵੱਖਰੀਆਂ ਹੋਰ ਧਾਤਾਂ ਨਿਕਲਦੀਆਂ ਨੇ ਜ਼ਮੀਨ ਦੇ ਵਿੱਚੋਂ। ਉੱਥੇ ਸਰਕਾਰ ਦੇ ਰਾਈਟਸ ਕੀ ਬਣ ਜਾਂਦੇ ਨੇ, ਇਸ ਐਕਟ ਦੇ ਤਹਿਤ ਕੀ ਹੈਗਾ, ਸਰਕਾਰ ਦੇ ਰਾਈਟਸ ਬਣ ਜਾਂਦੇ ਨੇ। ਸਰਕਾਰ ਉਸ ਜਿਹੜੀ ਲੈਂਡ ਹੈਗੀ ਉਸ ਨੂੰ ਯੂਟਿਲਾਈਜ਼ ਕਰਦੀ ਹੈ ਆਪਣੇ ਤਰੀਕੇ ਦੇ ਨਾਲ। ਉਹਦੇ ਵਿੱਚ ਬੇਸ਼ੱਕ ਜਿਹੜਾ ਮਾਈਨਿੰਗ ਐਕਟ ਬਣਿਆ ਹੋਇਆ ਹੈ, ਉਸ ਮਾਈਨਿੰਗ ਐਕਟ ਦੇ ਤਹਿਤ ਬੇਸ਼ੱਕ ਜਿਹੜਾ ਲੈਂਡ ਓਨਰ ਹੈਗਾ ਉਹਨੂੰ ਵੀ ਉਸ ਦਾ ਕੁਝ ਪਾਰਟ ਦਿੱਤਾ ਜਾਂਦਾ ਹੈ, ਜੋ ਵੀ ਉੱਥੋਂ ਪੈਦਾਵਾਰ ਨਿਕਲਦੀ ਹੈ, ਚਾਹੇ ਉਹ ਮੈਟਲ ਹੋਵੇ, ਕੋਲਾ ਹੋਵੇ, ਠੀਕ ਹੈ, ਕੋਈ ਤੇਲ ਨਿਕਲਦਾ ਹੋਵੇ, ਗੋਲਡ ਦੀ ਕੋਈ ਮਾਈਨਿੰਗ ਨਿਕਲੀ ਹੋਵੇ। ਸੈਕਸ਼ਨ 41 ਚ ਕੀ ਕਿਹਾ ਗਿਆ, ਰਾਈਟਸ ਆਫ ਦਾ ਗਵਰਨਮੈਂਟ ਇਨ ਮਾਈਨਸ ਐਂਡ ਮਿਨਰਲਸ। ਸਰ ਸੌਰੀ ਜੀ, ਹਾਂਜੀ, ਜਿਹੜਾ ਪਹਿਲਾ ਚੈਪਟਰ ਕਰਦੇ ਸੀ ਉਹਦੇ ਵਿੱਚ 41 42 43 ਵਗੈਰਾ ਇਹ ਜ਼ਰੂਰੀ ਨਹੀਂ ਹੈ, ਇਹ ਸੈਕਸ਼ਨ ਹੀ ਜ਼ਰੂਰੀ ਆਪਾਂ ਪੜ੍ਹਨੇ ਛੱਡ ਦੇਣੇ ਚਾਹੀਦੇ ਜੀ। ਕਿਹੜੇ ਕਿਹੜੇ ਆਪਾਂ ਸੈਕਸ਼ਨ 41 ਪੜ੍ਹ ਰਹੇ ਹਾਂ ਹੁਣ। ਠੀਕ ਹੈ ਜੀ, ਚੈਪਟਰ ਅਗਲਾ ਕਹਿ ਰਹੇ ਸੀ ਨਾ ਤੁਸੀਂ, ਚੈਪਟਰ ਸਟਾਰਟ ਨਹੀਂ ਹੋਇਆ, ਇੱਕ ਮਿੰਟ। ਚੈਪਟਰ ਨਹੀਂ ਸਟਾਰਟ ਹੋਇਆ, ਹੈਡ ਸਟਾਰਟ ਹੋਇਆ ਨਵਾਂ। ਹਾਂਜੀ ਹਾਂਜੀ ਨਵਾਂ ਹੈਡ ਸਟਾਰਟ ਹੋਇਆ, ਨਵਾਂ ਹੈਡ ਸਟਾਰਟ ਹੋਇਆ, ਰਾਈਟਸ ਆਫ ਦਾ ਗਵਰਨਮੈਂਟ। ਠੀਕ ਹੈ ਜੀ, ਠੀਕ ਚੈਪਟਰ ਜੇ ਅੱਗੇ ਜਾਏਗਾ। ਸੈਕਸ਼ਨ 41 ਚ ਕੀ ਕਿਹਾ ਗਿਆ, ਰਾਈਟਸ ਆਫ ਦਾ ਗਵਰਨਮੈਂਟ ਇਨ ਮਿਨਰਲਸ ਐਂਡ ਮਾਈਨਰਲਸ। ਮਾਈਨਸ ਐਂਡ ਮਿਨਰਲਸ, ਮਾਈਨਸ ਖਾਣਾ ਹੁੰਦੀਆਂ ਨੇ, ਮਿਨਰਲਸ ਜਿਹੜੇ ਖਣਿਜ ਪਦਾਰਥ ਹੁੰਦੇ ਨੇ, ਕੋਈ ਨਿਕਲਦੇ ਨੇ, ਜਿਵੇਂ ਮੈਟਲ ਵਗੈਰਾ, ਕੋਲ ਅਰਥ ਹੋ ਗਿਆ, ਅਰਥ ਦੇ ਵਿੱਚੋਂ ਆਇਲ ਨਿਕਲ ਗਿਆ, ਗੋਲਡ ਮਾਈਨਿੰਗ ਨਿਕਲ ਗਈ, ਡੀਮ ਟੂ ਬੀ ਦਾ ਪ੍ਰੋਪਰਟੀ ਆਫ ਦਾ ਗਵਰਨਮੈਂਟ। ਜਦੋਂ ਕੋਈ ਇਦਾਂ ਦੀ ਕੋਈ ਚੀਜ਼ ਨਿਕਲਦੀ ਹੈ ਕਿਸੇ ਜ਼ਮੀਨ ਦੇ ਵਿੱਚੋਂ, ਜ਼ਮੀਨ ਚਾਹੇ ਕਿਸੇ ਮਾਲਕ ਦੀ ਹੋਵੇ, ਪਰ ਉਹ ਜਿਹੜੀ ਪ੍ਰਾਪਰਟੀ ਹੈ ਉਹ ਗਵਰਨਮੈਂਟ ਦੀ ਮੰਨੀ ਜਾਂਦੀ ਹੈ। all the powers, government have all the powers of the government rights to enjoy। ਸਰਕਾਰ ਉਸ ਪ੍ਰਾਪਰਟੀ ਨੂੰ ਜਿੱਥੋਂ ਇਦਾਂ ਦਾ ਕੋਈ ਧਾਤ ਨਿਕਲਦੀ ਹੈ, ਠੀਕ ਹੈ, ਉਸ ਨੂੰ ਆਪਣੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਉਸ ਲੈਂਡ ਨੂੰ ਯੂਟਿਲਾਈਜ਼ ਕਰਦੀ ਹੈ। ਸੈਕਸ਼ਨ 42 ਹੈ ਪ੍ਰਜੰਪਸ਼ਨ ਐਸ ਟੂ ਦਾ ਓਨਰਸ਼ਿਪ ਆਫ ਫਰੈਸ਼ ਕੁਆਰੀਜ਼ ਐਂਡ ਵੇਸਟ ਲੈਂਡ। ਇਹ ਬੜਾ ਪੁਰਾਣਾ ਜਿਹਾ ਹੈਗਾ। ਇਹਦੇ ਵਿੱਚ ਕੀ ਹੈ, ਰਿਕਾਰਡ ਆਫ ਰਾਈਟਸ ਕੰਪਲੀਟਡ ਬਿਫੋਰ 1811-71। ਸੈਕਸ਼ਨ 42 ਦਾ ਸਬ ਸੈਕਸ਼ਨ 1 ਹੈ, ਠੀਕ ਹੈ। ਜਦੋਂ 1811-71 ਤੋਂ ਪਹਿਲਾਂ ਜਿਹੜਾ ਕਹਿੰਦਾ ਰਿਕਾਰਡ ਬਣਿਆ ਹੋਇਆ ਸੀਗਾ, ਨਾਟ ਐਕਸਪ੍ਰੈਸਲੀ ਪ੍ਰੋਵਾਈਡਡ ਦੈਟ ਐਨੀ ਫਰੈਸਟ, ਜਿੱਥੇ ਕਿਤੇ ਇਹ ਦਰਸਾਇਆ ਨਹੀਂ ਗਿਆ ਸੀਗਾ ਵੀ ਇਹਦੀ ਮਾਲਕੀ ਕਿਸ ਦੀ ਹੈ। ਕੋਈ ਗਵਰਨਮੈਂਟ ਕੋਈ ਲੈਂਡ ਇਦਾਂ ਦੀ ਬਚ ਜਾਂਦੀ ਹੈ, ਕੋਈ ਵੇਸਟ ਲੈਂਡ ਪਈ ਹੁੰਦੀ ਹੈ, ਨਾਟ ਐਕਸਪ੍ਰੈਸਲੀ ਪ੍ਰੋਵਾਈਡਡ ਦੈਟ ਐਨੀ ਫਰੈਸਟ ਕੁਆਰੀ ਅਨਕਲੇਮਡ ਆਕੂਪਾਈਡ ਡਿਜ਼ਰਟਸ ਆਰ ਵੇਸਟ ਲੈਂਡ ਇਟ ਬਿਲੋਂਗਸ ਟੂ ਦਾ ਗਵਰਨਮੈਂਟ। ਤਾਂ ਇਹ ਪ੍ਰਜ਼ੂਮ ਕੀਤਾ ਜਾਏਗਾ ਵੀ ਇਹ ਜਿਹੜੀ ਪ੍ਰਾਪਰਟੀ ਹੈ, ਕੋਈ ਖਤਾਨ ਪਿਆ ਹੈ, ਠੀਕ ਹੈ, ਉਹਦੀ ਰਿਕਾਰਡ ਆਫ ਰਾਈਟਸ ਦੇ ਵਿੱਚ ਕਿਤੇ ਓਨਰਸ਼ਿਪ ਡਿਕਲੇਅਰ ਨਹੀਂ ਕੀਤੀ ਗਈ, ਅਨਕਲੇਮਡ ਕੋਈ ਲੈਂਡ ਪਈ ਹੈ ਕੋਈ, ਤਾਂ ਉਹ ਪ੍ਰਜ਼ੂਮ ਕਰਿਆ ਜਾਵੇਗਾ ਵੀ ਇਹ ਜਿਹੜੀ ਲੈਂਡ ਹੈ ਇਹ ਗਵਰਨਮੈਂਟ ਦੀ ਲੈਂਡ ਹੈ। 1811-1871 ਤੋਂ ਪਹਿਲਾਂ ਜਿਹੜੇ ਜਮ੍ਹਾਂ ਹੁੰਦੀਆਂ ਪਹਿਲਾਂ ਤਿਆਰ ਹੋਈਆਂ ਵੀਆਂ ਨੇ, ਉਹਦੇ ਵਿੱਚ ਕੋਈ ਐਂਟਰੀ ਨਹੀਂ ਪਈ ਵੀ, ਮਾਲਕੀ ਦਾ ਨਾਮ ਨਹੀਂ ਦਰਸਾਇਆ ਗਿਆ। ਪਰ ਜੇ ਨਹੀਂ ਵੀ ਦਰਸਾਇਆ ਗਿਆ ਤਾਂ ਜਿਹੜੀ ਲੈਂਡ ਕੋਈ ਪਈ ਹੈਗੀ ਹੈ ਤਾਂ ਉਹਨੂੰ ਸਰਕਾਰ ਦੀ ਜ਼ਮੀਨ ਮੰਨਿਆ ਜਾਏਗਾ। ਪਰ ਫਿਰ ਸਬਸੈਕਸ਼ਨ 2 ਚ ਕੀ ਕਿਹਾ ਗਿਆ, ਇਫ ਆਫਟਰ 1811-1871 ਰਿਕਾਰਡ ਆਫ ਰਾਈਟਸ ਕੰਪਲੀਟਡ, ਠੀਕ ਹੈ, ਜਮ੍ਹਾਂ ਹੁੰਦੀ ਬਣੀ 1811-1871 ਤੋਂ ਬਾਅਦ, ਤੇ ਫਿਰ ਕੀ ਹੈਗਾ, ਇਟ ਇਜ਼ ਨਾਟ ਐਕਸਪ੍ਰੈਸਲੀ ਪ੍ਰੋਵਾਈਡਡ ਐਨੀ ਫਰੈਸਟ ਕੁਆਰੀ ਔਰ ਲੈਂਡ ਬਿਲੋਂਗਸ ਟੂ ਦਾ ਗਵਰਨਮੈਂਟ। ਸਰਕਾਰ ਦਾ ਨਾਮ ਨਹੀਂ ਕਿਤੇ ਦਰਜ ਕੀਤਾ ਗਿਆ ਵੀ ਇਹ ਜ਼ਮੀਨ ਸਰਕਾਰ ਦੀ ਹੈ, ਕੋਈ ਲੈਂਡ ਪਰ ਇਦਾਂ ਦੀ ਪਈ ਹੈ, ਠੀਕ ਹੈ। 1811-1871 ਤੋਂ ਬਾਅਦ, 1811-1871 ਤੋਂ ਬਾਅਦ ਕੋਈ ਲੈਂਡ ਇਦਾਂ ਦੀ ਪਈ ਹੈ, ਵੇਸਟ ਲੈਂਡ ਪਈ ਹੈ, ਪਰ ਉੱਥੇ ਸਰਕਾਰ ਦਾ ਨਾਮ ਨਹੀਂ ਲਿਖਿਆ ਗਿਆ ਵੀ ਸਰਕਾਰ ਦੀ ਜ਼ਮੀਨ ਹੈ ਇਹ। ਤਾਂ ਉਸ ਜਿਹੜੀ ਲੈਂਡ ਹੈਗੇ ਆ, ਉਸ ਲੈਂਡ ਨੂੰ ਜਿਸ ਮਾਲਕ ਦੀ ਉਹ ਮਾਲਕ ਦੇ ਕਬਜ਼ੇ 'ਚ ਪਈ ਹੈ ਜਾਂ ਮਾਲਕ ਦੀ ਜ਼ਮੀਨ ਦੇ ਨਾਲ ਲੱਗਦੀ ਹੈ, ਤਾਂ ਉਹ ਇਟ ਇਜ਼ ਪ੍ਰਜ਼ਿਊਮਡ ਟੂ ਬੀ ਦਾ ਪ੍ਰੋਪਰਟੀ ਆਫ ਦਾ ਲੈਂਡ, ਤਾਂ ਉਹ ਜ਼ਮੀਨ ਮਾਲਕ ਦੀ ਜ਼ਮੀਨ ਸਮਝੀ ਜਾਵੇਗੀ। ਫਿਰ ਥਰਡ ਸਬਸੈਕਸ਼ਨ 30 ਕੀ ਕਿਹਾ ਗਿਆ, ਪ੍ਰਜੰਪਸ਼ਨ ਕ੍ਰੀਏਟਡ ਬਾਈ ਸਬਸੈਕਸ਼ਨ 1 ਮੇ ਬੀ ਰਿਬਟਡ ਬਾਈ ਸ਼ੋਇੰਗ। ਜਿੱਥੇ ਪਹਿਲੇ ਕੇਸ ਦੀ ਗੱਲ ਕਰੀ ਗਈ ਹੈ, ਜਿੱਥੇ ਕਿਹਾ ਗਿਆ ਸਰਕਾਰ ਦੀ ਜ਼ਮੀਨ ਹੋਏਗੀ, ਬੇਸ਼ੱਕ ਬਾਹਰ ਕੋਈ ਹੋ ਰਿਹਾ ਹੋਵੇ, ਪਰ ਕਿਹਾ ਗਿਆ ਸਰਕਾਰ ਦੀ ਜ਼ਮੀਨ ਹੋਏਗੀ। ਪਰ ਉਸ ਉਸ ਗੱਲ ਨੂੰ ਕੋਈ ਵਿਅਕਤੀ ਰਿਬਟ ਵੀ ਕਰ ਸਕਦਾ ਹੈ, ਕਲੇਮ ਵੀ ਕਰ ਸਕਦਾ ਹੈ, ਨਹੀਂ ਤਾਂ ਮੇਰੀ ਜ਼ਮੀਨ ਹੈ।
ਸਰਕਾਰ ਦੀ ਕਿਵੇਂ ਬਣ ਗਈ? ਸਰਕਾਰ ਦਾ ਤਾਂ ਨਾਂ ਦਰਸਾਇਆ ਨਹੀਂ ਹੋਇਆ, ਨਾ ਮੇਰਾ ਨਾਂ ਲਿਖਿਆ ਗਿਆ ਜਮ੍ਹਾਂਬੰਦੀ ਦੇ ਵਿੱਚ ਤੇ ਨਾ ਸਰਕਾਰ ਦਾ ਨਾਮ ਲਿਖਿਆ ਗਿਆ, ਪਰ ਪ੍ਰਾਪਰਟੀ ਤਾਂ ਮੇਰੀ ਹੈ। ਪਰ ਉਹ ਕੀ ਉਹ ਰਿਬਟ ਕਿਵੇਂ ਕਰੇਗਾ? ਉਹ ਰਿਬਟ ਕਰੇਗਾ ਜਦੋਂ ਜ਼ਮੀਨ ਦੀ ਅਸੈਸਮੈਂਟ ਹੋਈ ਹੁੰਦੀ ਹੈ, ਅਸੈਸਿੰਗ ਆਫੀਸਰ ਨੇ ਜ਼ਮੀਨ ਦੀ ਅਸੈਸਮੈਂਟ ਕੀਤੀ ਹੈ, ਅਸੈਸਮੈਂਟ ਕਰਦੇ ਵੇਲੇ ਕਿਤੇ ਪਰਚਾ ਸਲਿੱਪ ਕਰ ਗਿਆ, ਠੀਕ ਹੈ, ਉਹਦਾ ਨਾਮ ਲਿਖਣ ਤੋਂ ਰਹਿ ਗਿਆ, ਉਸ ਤੋਂ ਪਹਿਲੇ ਰਿਕਾਰਡ ਦਾ ਨਾਮ ਹੈਗਾ ਸੀ ਕਿਸੇ ਕਾਰਨ, ਠੀਕ ਹੈ, ਰਿਕਾਰਡ ਆਫ ਦਾ ਰਿਪੋਰਟ ਮੇਡ ਬਾय द ਅਸੈਸਿੰਗ ਆਫੀਸਰ, ਤਾਂ ਉਹ ਜਿਹੜੀ ਅਸੈਸਿੰਗ ਆਫੀਸਰ ਦਾ ਕੋਈ ਰਿਕਾਰਡ ਬਣਿਆ ਪਿਆ, ਕੋਈ ਰਿਪੋਰਟ ਬਣੀ ਵੀ ਹੈ, ਉਹਨੂੰ ਉਹ ਸ਼ੋਅ ਕਰ ਸਕਦਾ ਹੈ, ਦਿਖਾ ਸਕਦਾ ਵੀ ਨਹੀਂ ਜਾ ਦੇਖੋ ਇਹ ਅਸੈਸਿੰਗ ਆਫੀਸਰ ਦੀ ਰਿਪੋਰਟ ਹੈ, ਇਹ ਜ਼ਮੀਨ ਤਾਂ ਮੇਰੀ ਹੈ, ਦਰਸਾਇਆ ਗਿਆ ਅਸੈਸਿੰਗ ਆਫੀਸਰ ਨੇ ਲਿਖਿਆ ਹੋਇਆ ਇਹਦੇ ਵਿੱਚ ਵੀ ਜ਼ਮੀਨ ਮੇਰੀ ਹੈ। ਇਫ ਰਿਕਾਰਡ ਔਰ ਰਿਪੋਰਟ ਇਜ਼ ਸਾਇਲੈਂਟ, ਜੇ ਨਾ ਰਿਕਾਰਡ ਬੋਲਦਾ ਹੈ ਨਾ ਰਿਪੋਰਟ ਬੋਲਦੀ ਹੈ, ਸਾਇਲੈਂਟ ਹੈ ਸਾਰਾ ਕੁਝ, ਠੀਕ ਹੈ, ਤਾਂ ਕੀ ਕਹਿ ਸਕਦਾ? ਉਹ ਰਿਬਟ ਕਰ ਸਕਦਾ। ਕਿਵੇਂ ਰਿਬਟ ਕਰ ਸਕਦਾ? ਬਾਈ ਕੰਪੈਰੀਜ਼ਨ ਬਿਟਵੀਨ ਦਾ ਅਸੈਸਮੈਂਟ ਆਫ ਵਿਲੇਜ ਆਫ ਸਿਮਿਲਰ ਕਰੈਕਟਰ, ਉੱਦਾਂ ਦਾ ਕੋਈ ਹੋਰ ਪਿੰਡ ਹੋਵੇ, ਹੋਰ ਪਿੰਡ 'ਚ ਕੋਈ ਇੱਦਾਂ ਦੀ ਜ਼ਮੀਨ ਪਈ ਹੋਵੇ ਉਸੇ ਤਰੀਕੇ ਦੀ, ਸਿਮਿਲਰ ਨੇਚਰ ਦਾ ਕੋਈ ਪਿੰਡ ਹੋਵੇ, ਉਸ ਪਿੰਡ ਦੀ ਕੋਈ ਰਿਪੋਰਟ ਲੈ ਕੇ ਦਿਖਾ ਸਕਦਾ ਵੀ ਆਹ ਦੇਖੋ ਜੀ ਉਸ ਪਿੰਡ 'ਚ ਵੀ ਤਾਂ ਇੱਦਾਂ ਦੀ ਜ਼ਮੀਨ ਸੀਗੀ, ਉਹ ਮਾਲਕ ਦੀ ਸੀਗੀ, ਇਹ ਪਿੰਡ 'ਚ ਵੀ ਇੱਦਾਂ ਦੀ ਜ਼ਮੀਨ ਪਈ ਹੈ, ਇਹ ਵੀ ਮੇਰੀ ਬਣਦੀ ਹੈ, ਠੀਕ ਹੈ, ਇੱਦਾਂ ਦਾ ਕੰਪੇਅਰ ਕਰਕੇ ਉਹ ਜਿਹੜਾ ਆਪਦਾ ਜਿਹੜਾ ਪੱਖ ਹੈ ਪੇਸ਼ ਕਰ ਸਕਦਾ ਹੈ। that first quarry land was taken into account for the assessment of land revenue, ਉਹ ਕਹਿ ਸਕਦਾ ਵੀ ਇਹ ਅਸੈਸਮੈਂਟ ਦਾ ਇਹਦੀ ਹੋਈ ਸੀ ਜ਼ਮੀਨ ਦੀ, ਲੈਂਡ ਰੈਵਨਿਊ ਫਿਕਸ ਹੋਇਆ ਸੀਗਾ, ਇਸ ਜ਼ਮੀਨ ਤੇ ਲੈਂਡ ਰੈਵਨਿਊ ਲੱਗਿਆ ਸੀਗਾ, ਇਹ ਜ਼ਮੀਨ ਤਾਂ ਮੇਰੀ ਬਣਦੀ ਹੈ, ਯਾਨੀ ਕਿ ਆਪਦੀ ਪ੍ਰਜੰਪਸ਼ਨ ਆਪਦੀ ਉਸ ਪ੍ਰਜੰਪਸ਼ਨ ਜਿਹੜੀ ਗਵਰਨਮੈਂਟ ਦੀ ਵੀ ਆਪਾਂ ਕਹਿੰਦੇ ਵੀ ਪ੍ਰਜ਼ਿਊਮ ਕੀਤੀ ਹੈ ਵੀ ਸਰਕਾਰ ਦੀ ਹੈ, ਉਸ ਪ੍ਰਜੰਪਸ਼ਨ ਨੂੰ ਜਿਹੜਾ ਹੈਗਾ ਰਿਬਟ ਕਰ ਸਕਦਾ ਕੋਈ ਵੀ ਲੈਂਡ ਓਨਰ। सबसेक्शन 4 की क्या गया? until the presumption is so rebutted, जो तक ਉਹਨੂੰ presumption ਨੂੰ ਕਿਸੇ ਹੋਰ ਮਾਲਕ ਵੱਲੋਂ ਰਿਬਟ ਨਹੀਂ ਕੀਤਾ ਜਾਂਦਾ ਤਾਂ ਜਿਹੜੀ ਜ਼ਮੀਨ ਹੈ ਉਹ ਸਰਕਾਰ ਦੀ ਹੀ ਮੰਨੀ ਜਾਂਦੀ ਹੈ। ਸੈਕਸ਼ਨ 43 compensation for the infringement of rights of third parties in exercise of the government rights। ਹੁਣ ਸੈਕਸ਼ਨ 41 ਚ ਅਸੀਂ ਪੜ੍ਹਿਆ ਸੀਗਾ ਵੀ ਜਿੱਥੇ ਕਿਤੇ ਸਰਕਾਰ ਦੀ ਜ਼ਮੀਨ, ਸਰਕਾਰ ਕਿਸੇ ਲੈਂਡ ਓਨਰ ਦੀ ਜ਼ਮੀਨ ਦੇ ਵਿੱਚੋਂ ਕੋਈ ਖਾਨ ਨਿਕਲਿਆ ਹੋਵੇ, ਕੋਈ ਕੋਲੇ ਦੀ ਖਾਨ ਨਿਕਲਿਆ ਹੋਵੇ, ਕੋਈ ਤੇਲ ਨਿਕਲਿਆ ਹੋਵੇ ਜਾਂ ਕੋਈ ਹੋਰ ਖਣਿਜ ਪਦਾਰਥ ਨਿਕਲਿਆ ਹੋਵੇ, ਠੀਕ ਹੈ, ਤਾਂ ਸਰਕਾਰ ਦਾ ਉਹ ਤੇ ਰਾਈਟ ਬਣ ਜਾਂਦਾ ਹੈ। ਔਰ ਫਿਰ ਸੈਕਸ਼ਨ 43 ਕੀ ਕਹਿੰਦਾ ਹੈ ਵੀ ਉਹ ਬੇਸ਼ੱਕ ਸਰਕਾਰ ਦਾ ਰਾਈਟ ਬਣ ਜਾਂਦਾ, ਜਿਹੜੀ ਸਰਕਾਰ ਹੈ ਉਸ ਵਿਅਕਤੀ ਨੂੰ ਕੰਪਨਸੇਸ਼ਨ ਵੀ ਦੇਵੇਗੀ ਉਸ ਜ਼ਮੀਨ ਦਾ, ਉਸ ਜ਼ਮੀਨ ਨੂੰ ਵਰਤਣ ਦਾ, ਉਸ ਜ਼ਮੀਨ ਚੋਂ ਕੋਲਾ ਕੱਢਣ ਦਾ ਜਾਂ ਕੋਈ ਵੀ ਖਣਿਜ ਪਦਾਰਥ ਕੱਢਣ ਦੇ ਲਈ ਉਸ ਮਾਲਕ ਨੂੰ ਜਿਹੜਾ ਹੈਗਾ ਕੰਪਨਸੇਸ਼ਨ ਦਿੱਤਾ ਜਾਵੇਗਾ। सबसेक्शन 1 की क्या है? इफ एनी लॉस सफर्ड बाय एनी पार्टी इन द एक्सरसाइज ऑफ गवर्नमेंट राइट्स, स्टेट गवर्नमेंट शैल पे द लॉस। जे हुण ओहदी जमीन खराब हो गई, सारी जमीन पट्टी गई, ठीक है, तो ਉਹਦਾ ਜਿਹੜਾ लॉस हैगा स्टेट गवर्नमेंट पे करेगी। किवें पे करेगी? फॉर द कंपनसेशन फॉलो द लैंड एक्विजिशन एक्ट 1870। ਹੁਣ ਤਾਂ लैंड एक्विजिशन एक्ट चेंज हो चुका है, 2013 में आ गया नवा। लैंड एक्विजिशन एक्ट के तहत जो किसी व्यक्ति की ਆਪਾਂ ਜ਼ਮੀਨ ਅਕਵਾਇਰ ਕਰਦੇ ਹਾਂ ਉਹਨੂੰ ਕੀ ਪੇਮੈਂਟ ਦਿੱਤੀ ਜਾਂਦੀ ਹੈ, ਇਸੇ ਤਰੀਕੇ ਸਰਕਾਰ ਨੇ ਜ਼ਮੀਨ ਦਾ ਅਕਵਾਇਰ ਕਰ ਲਈ ਪਰ ਉਸਨੂੰ ਜਿਹੜੀ ਹੈਗੀ ਹੈ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਉਹਨੂੰ ਜਿਹੜੀ ਹੈਗੀ ਹੈ ਕੰਪਨਸੇਸ਼ਨ ਦਿੱਤੀ ਜਾਵੇਗੀ ਉਸ ਮਾਲਕ ਨੂੰ, ਜ਼ਮੀਨ ਦਾ ਜੋ ਮਾਲਕ ਸੀਗਾ। ਸੈਕਸ਼ਨ 44 ਕੀ ਹੈ? ਪ੍ਰਜੰਪਸ਼ਨ ਇਨ ਫੇਵਰ ਆਫ ਦਾ ਐਂਟਰੀਜ਼ ਇਨ ਦ ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ ਸ਼ੈਲ ਬੀ ਪ੍ਰਜ਼ਿਊਮਡ ਟੂ ਬੀ ਟਰੂ ਅੰਟਿਲ ਕੰਟਰੀ ਇਜ਼ ਪ੍ਰੂਵਡ। ਰਿਕਾਰਡ ਆਫ ਰਾਈਟਸ ਦੇ ਵਿੱਚ ਜਿਹੜੀਆਂ ਐਂਟਰੀਆਂ ਹੋਈਆਂ ਹੁੰਦੀਆਂ ਨੇ, ਜਾਂ ਐਨੂਅਲ ਰਿਕਾਰਡ ਹੈ, ਚਾਹੇ ਜਮ੍ਹਾਂਬੰਦੀ ਹੈ, ਚਾਹੇ ਕਬਜ਼ਾ ਗਰਦਾਵਰੀ ਹੈ, ਚਾਹੇ ਇੰਤਕਾਲ ਹੈ, ਸ਼ੈਲ ਬੀ ਪ੍ਰਜ਼ਿਊਮਡ ਟੂ ਬੀ ਟਰੂ, ਉਹਨਾਂ ਨੂੰ ਸੱਚ ਮੰਨਿਆ ਜਾਵੇਗਾ। ਦੇਖੋ ਬਹੁਤ ਵੱਡਾ ਇਹ ਸੈਕਸ਼ਨ ਇੰਪੋਰਟੈਂਟ ਸੈਕਸ਼ਨ ਹੈ, ਠੀਕ ਹੈ। ਸੈਕਸ਼ਨ 44 ਤੁਹਾਡੀ ਜਿਹੜੀ ਜਮ੍ਹਾਂਬੰਦੀ ਹੈ, ਤੁਹਾਡਾ ਇੰਤਕਾਲ ਰਜਿਸਟਰ ਹੈ, ਤੁਹਾਡੀ ਕੋਈ ਐਨੂਅਲ ਰਿਕਾਰਡ ਹੈ, ਇੱਥੇ ਪ੍ਰਜੰਪਸ਼ਨ ਹੈ। ਇੱਕ ਕੁਐਸਚਨ ਆਮ ਤੌਰ ਤੇ ਪੇਪਰ 'ਚ ਆ ਜਾਂਦਾ ਹੈ, ਪ੍ਰਜੰਪਸ਼ਨ ਆਫ ਟਰੂ, ਠੀਕ ਹੈ, ਪ੍ਰਜੰਪਸ਼ਨ ਇਨ favor of entries in record of rights and annual record shall be presumed to be true। ਉਸ ਨੂੰ ਸੱਚਾ ਮੰਨਿਆ ਜਾਵੇਗਾ ਰਿਕਾਰਡ ਨੂੰ ਜਦੋਂ ਤੱਕ ਉਸ ਨੂੰ ਕੰਟਰੀ ਸਾਬਤ ਨਾ ਕਰਤਾ ਜਾਵੇ ਵੀ ਇਹ ਗਲਤ ਹੈ। ਜਦੋਂ ਤੱਕ ਦੂਜੀ ਪਾਰਟੀ ਕੋਈ ਉਸ ਰਿਕਾਰਡ ਨੂੰ ਸਾਬਤ ਨਾ ਕਰ ਪਾਵੇ, ਠੀਕ ਹੈ, ਵੀ ਇਹ ਗਲਤ ਹੈ, ਉਦੋਂ ਤੱਕ ਉਸ ਦੀ ਜਿਹੜੀ ਪ੍ਰਜੰਪਸ਼ਨ ਹੈ ਉਹ ਰਿਕਾਰਡ ਨੂੰ ਸਹੀ ਮੰਨਿਆ ਜਾਵੇਗਾ, ਸੱਚ ਮੰਨਿਆ ਜਾਵੇਗਾ। ਚਾਹੇ ਸਿਵਲ ਕੋਰਟ 'ਚ ਪੇਸ਼ ਹੁੰਦਾ ਹੈ, ਚਾਹੇ ਉਹ ਹਾਈ ਕੋਰਟ 'ਚ ਪੇਸ਼ ਹੁੰਦਾ ਹੈ, ਚਾਹੇ ਜਿਹੜੀ ਵੀ ਮਰਜ਼ੀ ਕੋਰਟ 'ਚ ਹੁੰਦਾ ਹੈ, ਜਿਹੜੀ ਜਮ੍ਹਾਂਬੰਦੀ ਹੈ ਉਹਨੂੰ ਪ੍ਰਜ਼ਿਊਮ, ਉਹਦੀ ਜਿਹੜੀ ਟਰੁੱਥ ਹੈਗੀ ਹੈ ਉਹ ਪ੍ਰਜ਼ਿਊਮ ਕੀਤੀ ਜਾਂਦੀ ਹੈ। ਸੈਕਸ਼ਨ 45 ਸੂਟ ਫॉर ਡਿਕਲੇਰੇਟਰੀ ਡਿਗਰੀ ਬਾਈ ਪਰਸਨਸ ਐਗਰੀਵਡ ਬਾਈ ਐਨੀ ਐਂਟਰੀ ਇਨ ਦ ਰਿਕਾਰਡ। ਪਰ ਕੋਈ ਵੀ ਵਿਅਕਤੀ ਜਦੋਂ ਲੱਗਦਾ ਵੀ ਜਿਹੜਾ ਰੈਵਨਿਊ ਰਿਕਾਰਡ ਹੈ ਗਲਤ ਹੈ, ਠੀਕ ਹੈ, ਉਹ ਕਿਸੇ ਕੋਰਟ ਦੇ ਵਿੱਚ ਜਾ ਕੇ ਸੂਟ ਫਾਈਲ ਕਰ ਸਕਦਾ ਹੈ ਤੇ ਡਿਗਰੀ ਜਿਹੜੀ ਹੈਗੀ ਹੈ ਡਿਕਲੇਰੇਸ਼ਨ ਦੀ ਲੈ ਸਕਦਾ ਹੈ ਕਿ ਨਹੀਂ ਜੀ ਇਹਦਾ ਮਾਲਕ ਮੈਂ ਆ, ਇਹ ਫਲਾਣਾ ਮਾਲਕ ਨਹੀਂ ਬਣਦਾ ਹੈਗਾ, ਮੇਰੀ ਮਾਲਕੀ ਬਣਦੀ ਹੈ,
जाके कोर्ट 'ਚ ਜਾ ਕੇ ਦਾਵਾ ਦਾਇਰ ਕਰਕੇ ਡਿਕਲੇਰੇਟਰੀ ਲੈ ਸਕਦਾ ਹੈ। ਅਗਰੀਡ ਪਾਰਟੀ ਜਿਹੜਾ ਕਹਿੰਦਾ ਹੋਵੇ ਨਹੀਂ ਰਿਕਾਰਡ ਗਲਤ ਬਣ ਗਿਆ। ਇਫ ਐਨੀ ਪਰਸਨ, ਕੋਈ ਵਿਅਕਤੀ ਕਹਿੰਦਾ ਨਹੀਂ ਮੇਰੇ ਨਾਲ ਤਾਂ ਧੱਕਾ ਹੋਇਆ ਹੈਗਾ, ਇਫ ਐਨੀ ਪਰਸਨ ਕੰਸੀਡਰਸ ਹਿਮਸੈਲਫ ਅਗਰੀਵਡ he may institute a suit for declaration of his right under specific relief act 1877। ਕਿਹੜੇ ਐਕਟ ਦੇ ਤਹਿਤ ਜਾਏਗਾ ਕੋਰਟ ਦੇ ਵਿੱਚ? ਸਪੈਸੀਫਿਕ ਰਿਲੀਫ ਐਕਟ ਜਿਹੜਾ ਹੈਗਾ 1877 ਹੈਗਾ, ਉਸ ਐਕਟ ਦੇ ਤਹਿਤ ਜਾ ਕੇ ਉਹ ਕੋਰਟ ਦੇ ਵਿੱਚ ਦਾਅਵਾ ਦਾਇਰ ਕਰ ਸਕਦਾ ਹੈ। ਨੈਕਸਟ ਹੈ ਸਪਲੀਮੈਂਟਲ ਪ੍ਰੋਵੀਜ਼ਨਸ, ਸੈਕਸ਼ਨ 46, ਪਾਵਰ ਟੂ ਮੇਕ ਰੂਲਸ ਰਿਸਪੈਕਟਿੰਗ ਰਿਕਾਰਡ ਐਕਸੈਟਰਾ। ਸਰਕਾਰ ਕੋਲੇ ਪਾਵਰਾਂ ਨੇ, ਗਵਰਨਮੈਂਟ ਕੋਲੇ ਪਾਵਰਸ ਨੇ, ਠੀਕ ਹੈ, ਰਿਕਾਰਡ ਦੇ ਨੂੰ ਮੇਨਟੇਨ ਕਰਨ ਦੇ ਲਈ, ਰਿਕਾਰਡ ਨੂੰ ਬਣਾਉਣ ਦੇ ਲਈ ਵੀ ਕਿਹੜੀ ਉਹਦੀ ਲੈਂਗੁਏਜ ਕੀ ਹੋਏਗੀ ਰਿਕਾਰਡ ਦੀ, ਯਾਨੀ ਕਿ ਜਿਹੜੀ ਸਥਾਨਕ ਲੈਂਗੁਏਜ ਹੁੰਦੀ ਹੈ। ਰਿਕਾਰਡ ਹੈ ਹਰਿਆਣੇ ਦਾ ਰਿਕਾਰਡ ਹੈ, ਉੱਥੇ ਹਿੰਦੀ ਵਰਤੀ ਜਾਂਦੀ ਹੈ, ਪੰਜਾਬੀ ਵਰਤੀ ਜਾਂਦੀ ਹੈ, ਠੀਕ ਹੈ। ਉਹਦੀ ਲੈਂਗੁਏਜ ਕੀ ਹੋਏਗੀ, ਉਹਦਾ ਫਾਰਮ ਕੀ ਹੋਏਗਾ, ਰਜਿਸਟਰ ਦੇ ਕਿੰਨੇ ਕਾਲਮ ਹੋਣਗੇ, ਜਮ੍ਹਾਂ ਹੁੰਦੇ ਦੇ ਕਿੰਨੇ ਕਾਲਮ ਹੋਣਗੇ, ਇੰਤਕਾਲ ਦੇ ਕਿੰਨੇ ਕਾਲਮ ਹੋਣਗੇ, ਮੈਨਰ ਕਿਵੇਂ ਰਿਕਾਰਡ ਤਿਆਰ ਕੀਤਾ ਜਾਵੇਗਾ, ਸਰਵੇ ਲੈਣ ਦਾ ਕਿਵੇਂ ਕੀਤਾ ਜਾਵੇਗਾ, ਉਹਦੇ ਸੰਬੰਧੀ ਕੀ ਕੀ ਰੂਲਸ ਹੋਣੇ ਚਾਹੀਦੇ ਨੇ, ਕੰਡਕਟਿੰਗ ਇਨਕੁਆਰੀਜ਼ ਦੀ, ਕੋਈ ਰੈਵਨਿਊ ਆਫਿਸਰ ਕੋਈ ਇਨਕੁਆਰੀ ਕੰਡਕਟ ਕਰ ਰਿਹਾ ਹੈਗਾ ਤਾਂ ਉਹਨੂੰ ਕੀ ਕੀ ਪ੍ਰੋਸੀਜਰ ਜਿਹੜਾ ਹੈਗਾ ਅਡਾਪਟ ਕਰਨਾ ਪਏਗਾ, ਜਿਵੇਂ ਪਾਰਟੀ ਨੂੰ ਬੁਲਾਉਣਾ ਹੋਏਗਾ, ਸੁਣਨਾ ਹੋਏਗਾ, ਮੌਕਾ ਦੇਖਣਾ ਹੋਏਗਾ, ਠੀਕ ਹੈ। ਫॉर द गाइडेंस टू द रेवेन्यू ऑफिसर एंड पटवारीज रिगार्डिंग द रिकॉर्ड ऑफ राइट्स, जो भी रिकॉर्ड पटवारियां ਵੱਲੋਂ ਜਾਂ ਪਟਵਾਰੀ ਹਲਕਾ ਵੱਲੋਂ ਕਾਨੂੰਗੋ ਵੱਲੋਂ ਰੈਵਨਿਊ ਆਫਿਸਰ ਵੱਲੋਂ ਬਣਾਇਆ ਜਾਂਦਾ ਹੈ, ਉਹਦੀ ਗਾਈਡੈਂਸ ਦੇ ਸੰਬੰਧ ਵਿੱਚ ਜਿੰਨੇ ਵੀ ਕੋਈ ਰੂਲਸ ਨੇ, ਕਈ ਗਾਈਡਲਾਈਨਸ ਨੇ ਹੈਗੀਆਂ, ਸਰਕਾਰ ਕੋਲੇ ਪਾਵਰਾਂ ਨੇ ਜਾਰੀ ਕਰ ਦਿੱਤੀਆਂ। ਨੈਕਸਟ ਹੈ ਸੈਕਸ਼ਨ 47, ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ ਫॉर ਗਰੁੱਪ ਆਫ ਸਟੇਟਸ। ਇੱਥੇ ਕਿਹਾ ਗਿਆ ਵੀ ਜਿਵੇਂ ਕਿ ਅਸੀਂ ਇੱਕ ਜਮ੍ਹਾਂਬੰਦੀ ਦਾ ਇੱਕ ਰਿਕਾਰਡ ਤਿਆਰ ਕਰਦੇ ਹਾਂ, ਇੱਕ ਰੈਵਨਿਊ ਸਟੇਟ ਹੁੰਦੀ ਹੈ, ਉਸ ਨੂੰ ਇੱਕ ਹੱਦਬਸਤ ਨੰਬਰ ਲੱਗਿਆ ਹੋਇਆ ਹੁੰਦਾ ਹੈ, ਇੱਕ ਪਿੰਡ ਦੀ ਜਮ੍ਹਾਂਬੰਦੀ ਹੁੰਦੀ ਹੈ, ਠੀਕ ਹੈ, ਉਸ ਦਾ ਇੱਕ ਰਿਕਾਰਡ ਹੈ ਜਿਹੜਾ ਰੈਵਨਿਊ ਰਿਕਾਰਡ, ਇੱਕ ਰਜਿਸਟਰ ਇੰਤਕਾਲ ਲੱਗਿਆ ਹੋਇਆ ਹੁੰਦਾ ਹੈ। ਪਰ ਇੱਥੇ ਆ ਕੇ ਇੱਕ ਪ੍ਰੋਵੀਜ਼ਨ ਦਿੱਤੀ ਗਈ ਸੈਕਸ਼ਨ 47 ਦੇ ਵਿੱਚ, ਜੇ ਕੋਈ ਗਵਰਨਮੈਂਟ ਚਾਹੇ ਤਾਂ ਗਰੁੱਪ ਆਫ ਸਟੇਟਸ ਦਾ ਵੀ ਇੱਕ ਰਿਕਾਰਡ ਆਫ ਰਾਈਟਸ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਸਿਮਿਲਰ ਨੇਚਰ, ਜਿਵੇਂ ਮੰਨ ਲਓ ਫਰੈਸਟ ਦੀ ਜਮ੍ਹਾਂਬੰਦੀ ਹੈ, 4 ਪਿੰਡ ਫਰੈਸਟ ਦੇ ਹੈਗੇ ਆ, 4 ਪਿੰਡਾਂ ਦੀ ਅਲੱਗ-ਅਲੱਗ ਜਮ੍ਹਾਂਬੰਦੀ ਬਣੀ ਹੈ ਜੰਗਲਾਤ ਦੀ, ਠੀਕ ਹੈ, ਹਰ ਇੱਕ ਦਾ ਵੱਖਰਾ ਵੱਖਰਾ ਰਿਕਾਰਡ ਆਫ ਰਾਈਟਸ ਬਣਿਆ ਹੋਇਆ ਹੈਗਾ। ਪਰ ਇੱਥੇ ਗਵਰਨਮੈਂਟ ਕੀ ਕਹਿੰਦੇ ਆ, ਰਿਕਾਰਡ ਆਫ ਰਾਈਟਸ ਨੂੰ ਇਕੱਠਾ ਵੀ ਜਿਹੜਾ ਬਣਾਇਆ ਜਾ ਸਕਦਾ ਹੈ। ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ ਫॉर ਗਰੁੱਪ ਆਫ ਸਟੇਟਸ, ਇਕੱਠੀਆਂ ਕਰਕੇ ਕੁਝ ਪਿੰਡਾਂ ਨੂੰ ਉਹਦੀ ਇਕੱਠੀ ਜਮ੍ਹਾਂਬੰਦੀ ਬਣਾਈ ਜਾ ਸਕਦੀ ਹੈ। ਕਮਿਸ਼ਨਰ may direct that record of rights be prepared group of states not separate, ਵੱਖਰਾ ਵੱਖਰਾ ਬਣਾਇਆ ਗਿਆ ਹੋਵੇ, ਉਹਨੂੰ ਇਕੱਠਾ ਕਰਕੇ ਬਣਾਇਆ ਜਾ ਸਕਦਾ ਹੈ। ਕਮਿਸ਼ਨਰ ਆਰਡਰ ਪਾਸ ਕਰ ਸਕਦਾ ਹੈ ਇਸ ਸੰਬੰਧੀ। all other provisions of this act apply to group of states। ਫਿਰ ਉਹ ਜਿਵੇਂ ਸਿੰਗਲ ਤੇ ਗਰੁੱਪ ਆਫ ਸਿੰਗਲ ਸਟੇਟ ਦੇ ਉੱਪਰ ਜਿਹੜੀਆਂ ਪ੍ਰੋਵੀਜ਼ਨ ਲਾਗੂ ਹੁੰਦੀਆਂ ਸੀਗੀਆਂ, ਫਿਰ ਉਹ ਗਰੁੱਪ ਆਫ ਸਟੇਟਸ ਦਾ ਜੇ ਰਿਕਾਰਡ ਇਕੱਠਾ ਬਣ ਗਿਆ ਤਾਂ ਉਹਦੇ ਤੇ ਉਦਾਂ ਹੀ ਪ੍ਰੋਵੀਜ਼ਨਾਂ ਸਾਰੀਆਂ ਲਾਗੂ ਹੋਣਗੀਆਂ, ਠੀਕ ਹੈ ਜੀ। ਨੈਕਸਟ ਚੈਪਟਰ 5 ਸ਼ੁਰੂ ਹੋ ਜਾਂਦਾ ਹੈ, ਆਪਾਂ ਅਗਲੇ ਸੈਸ਼ਨ 'ਚ ਪੜਾਂਗੇ, ਅਗਲੇ ਲੈਕਚਰ 'ਚ ਪੜਾਂਗੇ। ਅਸੈਸਮੈਂਟ ਹੈ, ਬਹੁਤ ਇੰਪੋਰਟੈਂਟ ਚੈਪਟਰ ਹੈ ਵੀ, ਤੇ ਅੱਜ ਦੀ ਜਿਹੜੀ ਕਲਾਸ ਹੈ ਅਸੀਂ ਇੱਥੇ ਖਤਮ ਕਰਾਂਗੇ। ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਜੀ। ਸਰ ਇੱਕ ਸੈਕਸ਼ਨ 39 ਪੜਿਆ ਜੀ, ਇਹਦੇ ਵਿੱਚ ਇਹ ਜੁਰਮਾਨੇ ਦੀ ਗੱਲ ਕਰਦਾ, 5 ਗੁਣਾ ਜੁਰਮਾਨੇ ਦੀ ਗੱਲ ਕਰਦਾ। ਜੇ ਕੋਈ ਵਿਅਕਤੀ ਕਹਿਣ ਦਾ ਭਾਵ ਹੈ ਕਿ ਆਪਣੇ ਕੋਈ ਡਾਕੂਮੈਂਟ ਉਹ 3 ਮਹੀਨੇ ਦੇ ਅੰਦਰ ਪੇਸ਼ ਨਹੀਂ ਕਰਦਾ ਤਾਂ ਉਹਨੂੰ ਲੱਗੂਗਾ ਜੀ? ਉਹਨੂੰ ਹੀ ਲੱਗੇਗਾ ਵਿਅਕਤੀ ਨੂੰ। 34 ਸੈਕਸ਼ਨ ਹੈ, ਇਸੇ ਤਰ੍ਹਾਂ ਸੈਕਸ਼ਨ 40 ਵੀ ਹੈਗਾ, ਜਿਹਦੇ ਵਿੱਚ ਉਹਦੀ ਲਾਇਬਿਲਿਟੀ ਬਣਦੀ ਹੈ ਵਿਅਕਤੀ ਦੀ। ਇਹ ਤੁਹਾਨੂੰ ਪ੍ਰੋਟੈਕਟ ਕਰਦੇ ਆ। ਇਹ ਜਿਹੜਾ ਹੈਗਾ, ਜਿਵੇਂ ਤੁਸੀਂ ਕਹਿੰਦੇ ਪਰਚਾ ਯਾਦਾਸ਼ਤ ਚਲਾ ਗਿਆ ਜੀ, ਤੁਸੀਂ ਇੰਤਕਾਲ ਦਰਜ ਕਿਉਂ ਨਹੀਂ ਕੀਤਾ ਗਿਆ ਜੀ, ਠੀਕ ਹੈ, ਤੁਹਾਨੂੰ ਇੱਥੇ ਜਿਹੜਾ ਇਹ ਸੈਕਸ਼ਨ ਹੈ ਜਿਹੜਾ ਪ੍ਰੋਟੈਕਟ ਕਰਦਾ ਹੈਗਾ ਰੈਵਨਿਊ ਆਫਿਸਰ ਨੂੰ। ਰੈਵਨਿਊ ਇਹ ਥੋੜਾ ਵੀ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਗਈ, ਕੋਈ ਐਸੀ ਇਨਫੋਰਮੇਸ਼ਨ ਵੀ ਹੋ ਸਕਦੀ ਜਿਹੜੀ ਉਸ ਵਿਅਕਤੀ ਨੇ, ਪਾਰਟੀਕੂਲਰ ਵਿਅਕਤੀ ਨੇ ਦੇਣੀ ਹੋਵੇ ਤੁਹਾਨੂੰ, ਠੀਕ ਹੈ, ਜਿਹੜੀ ਤੁਹਾਡੇ ਕੋਲੇ ਨਾ ਹੋਵੇ। ਤੇ ਇਸ ਕਰਕੇ ਜੇ ਮੰਨ ਲਓ ਪਰਚਾ ਯਾਦਾਸ਼ਤ ਨਹੀਂ ਆਉਂਦਾ ਤਾਂ ਉਹ ਮੈਂ ਤੁਹਾਨੂੰ ਦੱਸ ਰਿਹਾ ਉਹੀ ਗੱਲ ਆ ਵੀ ਇਹ ਤੁਹਾਨੂੰ ਜਿਹੜਾ ਸੈਕਸ਼ਨ ਹੈ ਪ੍ਰੋਟੈਕਟ ਕਰਦਾ ਹੈ। ਵੀ ਇਹ ਨਹੀਂ ਵੀ ਤੁਹਾਡੀ ਇਕੱਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਇੰਤਕਾਲ ਦਰਜ ਕਰਨਾ ਹੈ, ਤਾਂ ਪਾਰਟੀਕੂਲਰ ਪਰਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸੈਕਸ਼ਨ 34 ਦੇ ਰਾਹੀਂ ਤੇ ਸੈਕਸ਼ਨ 40 ਦੇ ਰਾਹੀਂ। ਉਹਦੀ ਰਿਸਪੌਂਸਿਬਿਲਿਟੀ ਫਿਕਸ ਹੁੰਦੀ ਹੈ ਵੀ ਉਹ ਆਪੇ ਜੋ ਉਹਨੇ ਰਾਈਟਸ ਅਕਵਾਇਰ ਕੀਤੇ ਹੈਗੇ ਆ ਕਿਸੇ ਵੀ ਤਰੀਕੇ ਨਾਲ ਕੀਤੇ ਹੈ, ਚਾਹੇ ਕੋਈ ਉਹਨੇ ਰਜਿਸਟਰੀ ਕਰਵਾਈ ਹੈ, ਚਾਹੇ ਉਹਨੇ ਕੋਈ ਵਿਰਾਸਤ ਉਹਦੇ ਹੱਕ ਚਾਹੀ ਹੈ, ਚਾਹੇ ਬਿੱਲ ਉਹਦੇ ਹੱਕ ਚਾਹੀ ਹੈ, ਚਾਹੇ ਉਹਨੇ ਕੋਈ ਤਬਾਦਲਾ ਕੀਤਾ, ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੰਸਰਨਡ ਰੈਵਨਿਊ ਆਫਿਸਰ ਨੂੰ ਜਾਂ ਰੈਵਨਿਊ ਪਟਵਾਰੀ ਹਲਕਾ ਨੂੰ ਆਪਦੀ ਰਿਪੋਰਟ ਕਰੇ। ਥੈਂਕ ਯੂ ਸਰ। ਹਾਂਜੀ।
किस दा कोई होर क्वेश्चन है जी, कोई प्रॉब्लम किसी ने, कोई मेरी जेड़ा लेक्चर है तुहानू प्रॉपर समझ आ रहा है जी सारा? हाँ जी सर, हाँ जी आ रहा है जी। ओके ओके, ज्यादा स्पीड तो नहीं तेज क्योंकि सिलेबस काफी लंबा चौड़ा होंदा है, ਇਹਦਾ स्टैंडिंग ऑर्डर वगैरह भी होंदे हैं, रूल्स भी लैंड रूल्स भी आंदे हैं, ठीक है। ਤੇ ਫਿਰ ਸਟੈਂਡਿੰਗ ਆਰਡਰ ਸਟਾਰਟ ਹੋ ਜਾਂਦੇ, ਇਸ ਕਰਕੇ ਕਾਫੀ ਲੰਮਾ ਸਿਲੇਬਸ ਹੈ। ਪਿਛਲੇ ਸੈਸ਼ਨ 'ਚ ਸਾਨੂੰ ਇਸੇ ਪੇਪਰ ਤੇ ਫਸਟ ਤੇ 2 ਮਹੀਨੇ ਲੱਗੇ ਸੀਗੇ, ਇਸ ਕਰਕੇ ਮੈਂ ਥੋੜਾ ਜਿਹਾ ਫਾਸਟ ਸਪੀਡ ਨਾਲ ਕਰਾ ਰਿਹਾ ਤਾਂ ਕਿ ਸਮੇਂ ਸਿਰ ਜਿਹੜਾ ਤੁਹਾਡਾ ਜਿਹੜਾ ਹੈਗਾ ਸਿਲੇਬਸ ਪੂਰਾ ਹੋ ਜਾਵੇ। ਠੀਕ ਹੈ ਜੀ, ਐਨੀ ਕੁਐਸਚਨ? नहीं, ओके, Thank you, sir. ठीक है, क्लास इज ओवर, थैंक यू वेरी मच।